वाहिगुरू जी का खालसा वाहिगुरू जी की फतेह। अस्सलाम वालेकुम आदाब और जमाहा तोड़ी होस्ट अनिल कोटमा टीवी फॉर ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਨਜੀਤ ਸਿੰਘ ਰੋਜ਼ਾਨਾ ਇਸ ਤਰ੍ਹਾਂ ਸਟੋਰੀ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਉੱਪਰ ਉਹਨਾਂ ਦਾ ਤਜਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ भी ਤੇ ਦੁਨੀਆ ਭਰ ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ ਤੇ ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮः। जी डॉक्टर साहब जी आनू प्रोग्राम सचो सच में बहुत मेहरबानी। जी डॉक्टर साहब आज 11 अक्तूबर 2023 27 असो नानकशाही संमत 555 का दिन है। ते डॉक्टर साहब प्रोग्राम शुरू करने तो पहला असीं अपने दर्शकों ते ਸਰੋਤਿਆਂ ਨੂੰ हमेशा तरह दस व्यूअर्स जे तुसीं हक सच इंसाफ ते पैरा दिन दा इक्को एक चैनल टीवी 84 ਨੂੰ देखना चाहते हो तो तुसीं देख सकते स्पैक्ट्रम केबल आसिन केबल प्लेटफॉर्म कनाडा roku जादू बॉक्स शावा फेसबुक टीवी 84 ਦੀ ਐਪ ਰਾਹੀਂ ऑनलाइन स्ट्रीमिंग एंड IP बॉक्स ਤੇ तुसीं टीवी 84 ਨੂੰ देख सकते हो। व्यूअर्स जे तुसीं टीवी 84 ਨਾਲ ਜੋ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ टीवी 84 ਦੀ ਐਪ ਨੂੰ Android ਐਂਡ App Store ਤੇ ਡਾਊਨਲੋਡ ਕਰਕੇ ਜੋ टीवी 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵੀਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕੈਲਗਰੀ ਤੋਂ ਵੀਰ ਨਵਤੇਜ ਸਿੰਘ ਜੁਰਾ ਵੱਲੋਂ। ਸੋ ਇਹਨਾਂ ਨੇ ਸਵਾਲ ਕੀਤਾ ਹੈ ਕਿ ਅਸੀਂ ਜਾਣਦੇ ਹਾਂ ਕਿ ਭਾਰਤੀ ਮੀਡੀਆ ਦਾ ਪ੍ਰੋਪੇਗੈਂਡਾ ਕਿਵੇਂ ਸਾਨੂੰ ਬਦਨਾਮ ਕਰਨ ਤੇ ਰਹਿੰਦਾ ਹੈ ਔਰ ਗੱਲ ਕੋਈ ਨਾ ਵੀ ਹੋਵੇ ਤਾਂ ਵੀ ਉਹ ਸਾਨੂੰ ਬਦਨਾਮ ਕਰਨ ਨੂੰ ਗੱਲ ਬਣਾ ਲੈਂਦੇ ਨੇ। ਸੋ ਇਸ ਦੇ ਚੱਲਦਿਆਂ ਉਹ ਸਾਡੀ ਗਰਮ ਬਿਆਨਬਾਜ਼ੀ ਨੂੰ ਸਾਡੇ ਖਿਲਾਫ ਵਰਤਦੇ ਹਨ। ਕਾਨੂੰਨੀ ਤੌਰ ਤੇ ਭਾਵੇਂ ਅਸੀਂ ਠੀਕ ਹੋਈਏ ਪਰ ਕੀ ਅਸੀਂ ਬਿਆਨਬਾਜ਼ੀ ਤੋਂ ਗਰੇਜ਼ ਨਹੀਂ ਕਰ ਸਕਦੇ? ਤੁਸੀਂ ਕੀ ਸਮਝਦੇ ਹੋ ਜੋ ਸਾਡੇ ਸ਼ਬਦ ਵਰਤ ਕੇ ਸਾਨੂੰ ਦੋਸ਼ੀ ਬਣਾਇਆ ਜਾ ਰਿਹਾ? ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਨਵਤੇਜ ਸਿੰਘ ਜੁਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸਮੇਂ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਕਿ ਇਜ਼ਰਾਈਲ ਵੱਲੋਂ ਗਾਜ਼ਾ ਪੱਟੀ ਤੇ ਬੰਬਾਰੀ ਜਿਹੜਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਔਰ ਹਜ਼ਾਰਾਂ ਬੇਗੁਨਾਹ ਜਿਹੜੇ ਮਾਰੇ ਜਾ ਰਹੇ ਨੇ ਅਤੇ ਗਾਜ਼ਾ ਦਾ ਸਾਰਾ ਇਨਫਰਾਸਟ੍ਰਕਚਰ ਜਿਹੜਾ ਤਬਾਹ ਕੀਤਾ ਜਾ ਰਿਹਾ ਔਰ ਦੁਨੀਆ ਦੇ ਅੱਡ-ਅੱਡ ਮੁਲਕ ਜਿਹੜੇ ਇਸ ਮੁੱਦੇ ਤੇ ਦੋ ਧਿਰਾਂ ਵਿੱਚ ਵੰਡੇ ਹੋਏ ਹਨ। ਸੋ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਵੱਲੋਂ ਇਜ਼ਰਾਈਲ ਦੀ ਮੁਕੰਮਲ ਹਮਾਇਤ ਕੀਤੀ ਜਾ ਰਹੀ ਹੈ ਅਤੇ ਕੁਝ ਹਿੰਦੂ ਤਵੀਆਂ ਵੱਲੋਂ ਇਜ਼ਰਾਈਲ ਫੌਜ ਵਿੱਚ ਜਿਹੜੀ ਭਰਤੀ ਹੋਣ ਦੇ ਟਵੀਟ ਵੀ ਕੀਤੇ ਜਾ ਰਹੇ ਨੇ ਔਰ ਦਿਲਚਸਪ ਗੱਲ ਇਹ ਹੈ ਕਿ ਇਹਨਾਂ ਟਵੀਟ ਕਰਨ ਵਾਲਿਆਂ ਦੇ ਜਿਹੜੇ ਪ੍ਰੋਫਾਈਲ ਤੇ ਹਿਟਲਰ ਦੀ ਜਿਹੜੀ ਫੋਟੋ ਲੱਗੀ ਹੋਈ ਹੈ ਔਰ ਯਾਦ ਰਹੇ RSS ਦੇ ਜਨਮਦਾਤਾ ਡਾਕਟਰ ਹੈਡਗਵੇਅਰ ਅਤੇ ਗੋਲਵਰਕਰ ਜਿਹੜੇ ਨੇ ਹਿਟਲਰ ਨੂੰ ਆਪਣਾ ਨਾਇਕ ਸਮਝਦੇ ਸਨ ਔਰ ਇਹਨਾਂ ਦਾ ਕਹਿਣਾ ਸੀ ਕਿ ਜੋ ਮੁਲਕ ਹਿਟਲਰ ਵੱਲੋਂ ਯਹੂਦੀਆਂ ਨਾਲ ਜਿਹੜਾ ਕੀਤਾ ਜਾ ਰਿਹਾ ਸਲੂਕ ਜਿਹੜਾ ਉਹ ਕੀਤਾ ਜਾ ਰਿਹਾ ਇਹ ਹੱਲ ਜਿਹੜਾ ਭਾਰਤ ਵਿੱਚ ਵੀ ਘੱਟ ਗਿਣਤੀਆਂ ਨਾਲ ਜਿਹੜਾ ਨਿਪਟਣ ਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਨਵਤੇਜ ਸਿੰਘ ਕੈਲਗਰੀ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਜੀ ਉਹਨਾਂ ਨੇ ਜਿਹੜਾ ਮੈਸੇਜ ਦਿੱਤਾ ਹੈ ਮੈਂ ਸਮਝਦਾ ਹਾਂ ਕਿ ਉਹ ਬੜਾ ਸਪਸ਼ਟਤਾ ਦੇ ਨਾਲ ਹੈ ਔਰ ਅਸੀਂ ਰਿਪੀਟਡਲੀ 18 ਸਤੰਬਰ ਤੋਂ ਬਾਅਦ ਜਦੋਂ ਕਿ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਜਸਟਿਨ ਟਰੂਡੋ ਨੇ ਭਾਰਤ ਨੂੰ ਇੱਕ ਰੋਗ ਸਟੇਟ ਬਣਾ ਕੇ ਇੰਟਰਨੈਸ਼ਨਲ ਕਟਹਿਰੇ ਦੇ ਵਿੱਚ ਖੜਾ ਕੀਤਾ ਲਗਾਤਾਰ ਨਾਲ ਅਸੀਂ ਕਹਿੰਦੇ ਆ ਰਹੇ ਹਾਂ ਕਿ ਕੋਈ ਵੀ ਸਾਡੇ ਮੂੰਹੋਂ ਨਿਕਲੀ ਐਸੀ ਭੜਕਾਟ ਵਾਲੀ ਗੱਲ ਸਾਡੀ ਕੋਈ ਵੀ ਭੜਕਾਟ ਵਾਲੀ ਕਾਰਵਾਈ ਉਹ ਸਾਡੇ ਹਿੱਤਾਂ ਦਾ ਨੁਕਸਾਨ ਕਰੇਗੀ। ਹੁਣ ਸਾਡਾ ਕੇਸ ਆਲਰੇਡੀ ਇੰਟਰਨੈਸ਼ਨਲ ਕਚਹਿਰੀ ਦੇ ਵਿੱਚ 5 ਆਈਜ਼ ਕੰਟਰੀਜ਼ ਰਾਹੀਂ ਜਿਹੜਾ ਉਹ ਇੰਟਰੋਡਿਊਸ ਵੀ ਹੋਇਆ ਔਰ ਜਿਵੇਂ ਲਗਾਤਾਰਤਾ ਨਾਲ 18 ਸਤੰਬਰ ਤੋਂ ਹੁਣ ਤੱਕ ਇੰਟਰਨੈਸ਼ਨਲ ਮੀਡੀਆ ਨੇ ਉਸ ਨੂੰ ਕਵਰ ਕੀਤਾ ਔਰ ਲਗਾਤਾਰਤਾ ਨਾਲ ਇਹਦੇ ਬਾਵਜੂਦ ਕਿ ਮਿਡਲ ਈਸਟ ਦੇ ਇਸ਼ੂ ਦੇ ਆਉਣ ਤੋਂ ਬਾਅਦ ਜ਼ਾਹਰ ਹੈ ਕਿ ਖਬਰਾਂ ਦੇ ਲਈ ਤਾਂ ਹਮੇਸ਼ਾ ਜਿਹੜਾ ਉਹ ਲੇਟੈਸਟ ਹੀ ਵਿਕਦੀਆਂ ਨੇ ਔਰ ਜਿਸ ਕਿਸਮ ਦੀ ਉੱਥੇ ਸਿਚੁਏਸ਼ਨ ਬਣੀ ਹੋਈ ਹੈ ਉਹ ਕੋਈ ਵੀ ਰੁਖ ਅਖਤਿਆਰ ਕਰ ਸਕਦੀ ਹੈ ਜੇ ਉਸ ਦਾ ਦਾਇਰਾਕਾਰ ਵਾਸਟ ਹੁੰਦਾ ਹੈ। ਈਰਾਨ ਨੂੰ ਇੰਪਲੀਕੇਟ ਕੀਤਾ ਜਾਂਦਾ ਹੈ ਜਾਂ ਟਰਕੀ ਵੱਲੋਂ
ਜਿਵੇਂ ਲਗਾਤਾਰਤਾ ਨਾਲ ਸੀਰੀਆ ਔਰ ਇਰਾਕ ਦੇ ਵਿੱਚ ਉਹ ਕੁਰਦ ਗੁਰੀਲਿਆਂ ਤੇ ਉਹਨੇ ਹਮਲੇ ਜਾਰੀ ਰੱਖੇ ਹੋਏ ਨੇ। ਔਰ ਜੋ ਸਿਚੁਏਸ਼ਨ ਈਵਨ ਅੱਜ ਇਹ ਵੀ ਕਿ ਲਬਨਾਨ ਵੱਲੋਂ ਵੀ ਜਿੱਥੇ ਹਿਜ਼ਬੁੱਲਾ ਵਾਲੇ ਨੇ ਕਿ ਉਹਨਾਂ ਵੱਲੋਂ ਇਜ਼ਰਾਈਲੀ ਮਿਲਟਰੀ ਤੇ ਅਟੈਕ ਕੀਤਾ ਗਿਆ, ਬਹੁਤ ਸਾਰੀਆਂ ਫੇਕ ਨਿਊਜ਼ ਚਾਰ ਚਫੇਰੇ ਘੁੰਮ ਰਹੀਆਂ ਨੇ। ਔਰ ਈਵਨ ਯੂਰਪੀਅਨ ਯੂਨੀਅਨ ਨੇ ਵਾਰਨ ਕੀਤਾ ਹੈ ਇਹਨੂੰ, ਮਾਰਕ ਜ਼ਕਰਬਰਗ ਨੂੰ ਵੀ, ਕਿ ਫੇਸਬੁੱਕ ਇੰਸਟਾਗ੍ਰਾਮ ਤੇ ਜੋ ਤੁਸੀਂ ਕਰਤੂਤ ਕਰ ਰਹੇ ਹੋ, ਜਿਸ ਕਿਸਮ ਦੀਆਂ ਫੇਕ ਨਿਊਜ਼ ਉਹਨੂੰ ਬੰਦ ਕੀਤਾ ਜਾਏ। 24 ਘੰਟੇ ਦਾ ਟਾਈਮ ਦਿੱਤਾ ਗਿਆ ਕਿ ਭਾਈ ਉਹਨਾਂ ਨੂੰ ਵਿਦਡਰਾ ਕਰੋ। ਇਸੇ ਤਰ੍ਹਾਂ ਈਵਨ ਟਵਿੱਟਰ ਦੇ ਮਾਲਕ ਜਿਹਨੂੰ ਹੁਣ ਐਕਸ ਕਹਿੰਦੇ ਨੇ, ਐਲਨ ਮਸਕ, ਉਹਨੂੰ ਵੀ ਵਾਰਨ ਕੀਤਾ ਗਿਆ ਕਿਉਂਕਿ ਯੂਰਪੀਅਨ ਯੂਨੀਅਨ ਇਹ ਦੇਖ ਰਹੀ ਹੈ, ਔਰ ਅਸੀਂ ਗੱਲ ਕਰਾਂਗੇ ਵੀਰ ਵਿੱਚ ਕਿ ਇਸ ਵੇਲੇ ਕਿਵੇਂ ਇਹ ਫੇਕ ਨਿਊਜ਼, ਕੋਈ ਪੁਰਾਣੀਆਂ ਵੀਡੀਓਜ਼ ਇਧਰਲੀਆਂ ਉਧਰਲੀਆਂ ਚੁੱਕ ਕੇ ਉਹਨੂੰ ਦਿਖਾਇਆ ਜਾ ਰਿਹਾ ਕਿ ਆ ਜਿਹੜੇ ਨੇ ਇਜ਼ਰਾਈਲੀ ਫੌਜ ਕਰ ਰਹੀ ਹੈ ਗਾਜ਼ਾ ਦੇ ਵਿੱਚ, ਤੇ ਕਈ ਵਾਰੀ ਉਹੀ ਹਮਾਸ ਦੇ ਖਾਤੇ 'ਚ ਪੁਰਾਣੀਆਂ ਚੀਜ਼ਾਂ ਚੁੱਕ ਕੇ ਪਾਈਆਂ ਜਾ ਰਹੀਆਂ ਜਿਹਦੀ ਕੋਈ ਕਰੰਟ ਸਿਚੁਏਸ਼ਨ ਨਾਲ ਰੈਲੇਵੈਂਸ ਨਹੀਂ। ਸੋ ਇੱਕ ਪਾਸੇ ਤਾਂ ਹਾਲਾਤ ਜਿਹੜੇ ਨੇ ਕਿੱਧਰ ਨੂੰ ਜਾਣਗੇ, ਬੜੇ ਬੜੇ ਜਿਹੜੇ ਐਕਸਪਰਟ ਨੇ ਉਹ ਵੀ ਦੇ ਆਰ ਕੀਪਿੰਗ देयर ਫਿੰਗਰਸ ਕ੍ਰੋਸਡ। ਔਰ ਅਸੀਂ ਬੜੇ ਟੈਂਡਰਲੀ ਜਿਸ ਇਸ਼ੂ ਨੂੰ ਗਾਰਡ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਕਰ ਰਹੇ ਹਾਂ ਸਾਰੇ ਹੀ ਜਿਹੜੇ ਪੰਥ ਪ੍ਰਸਤ ਵੀਰ ਭੈਣਾਂ ਨੇ, ਸਾਨੂੰ ਇਸ ਗੱਲ ਦਾ ਫਿਰ ਅਫਸੋਸ ਹੁੰਦਾ ਹੈ ਜਦੋਂ ਕਿ ਇਹਦੇ ਬਾਵਜੂਦ ਕੋਈ ਇਸ ਕਿਸਮ ਦੀ ਜਿਹੜੀ ਬਿਆਨਬਾਜ਼ੀ ਜਿਹੜੀ ਸਾਨੂੰ ਉਸੇ ਖਾਤੇ 'ਚ ਹੀ ਪਾਉਂਦੀ ਹੈ ਜੋ ਇੰਡੀਅਨ ਸਟੇਟ ਸਾਨੂੰ ਪਾਉਂਦੀ ਰਹੀ ਹੈ ਲਗਾਤਾਰ 39 ਸਾਲ। ਔਰ 39 ਸਾਲ ਬਾਅਦ ਇਹ ਉਸ ਦਾ ਜਿਹੜਾ ਅਟੈਕ ਹੈ ਉਹ ਕਾਊਂਟਰ ਅਟੈਕ 'ਚ ਬਦਲਿਆ ਕਿ ਇੰਡੀਆ ਐਜ਼ ਏ ਰੌਕ ਸਟੇਟ ਆਇਆ। ਸ਼ਹਾਦਤ ਭਾਈ ਹਰਦੀਪ ਸਿੰਘ ਨਿੱਜਰ ਦੀ ਉਸਨੇ ਇਹ ਰੰਗ ਲਿਆਂਦਾ ਹੈ। ਸੋ ਅਸੀਂ ਤਾਂ ਇੰਨਾ ਹੀ ਕਹਿ ਸਕਦੇ ਹਾਂ, ਇਹ ਵੀ ਨਹੀਂ ਹੈ ਕਿ ਇਸ ਮੌਕੇ ਤੇ ਅਸੀਂ ਆਪਣਿਆਂ ਦੇ ਨਾਲ ਉਲਝੀਏ ਠੀਕ ਜਾਂ ਗਲਤ ਕਹਿਣ ਨੂੰ। ਲੇਕਿਨ ਜੋ ਵੀਰ ਨਵਤੇਜ ਸਿੰਘ ਹੋਰਾਂ ਨੇ ਗੱਲ ਕਹੀ ਹੈ, ਮੈਨੂੰ ਵੀ ਅੱਜ 2-3 ਲਿਖਤਾਂ ਇਸ ਦੇ ਉੱਤੇ ਸਾਡੇ ਵੀਰ ਜੀਸੀ ਸਿੰਘ ਹੋਰਾਂ ਨੇ ਹਿਊਸਟਨ ਤੋਂ ਵੀ ਭੇਜਿਆ ਇੱਕ ਟਵੀਟ ਕਿ ਉਹਦੇ ਤੇ ਵੀ ਇਸ ਕਿਸਮ ਦੀ ਗੱਲ ਹੈ ਕਿ ਭਾਈ ਅਸੀਂ ਐਸਾ ਮਾਹੌਲ ਨਾ ਸਿਰਜੀਏ ਜਿੱਥੇ ਕਿ ਭਾਰਤੀ ਹਕੂਮਤ ਦੇ ਹੱਥ 'ਚ ਇਸ ਕਿਸਮ ਦਾ ਨਾ ਪੱਖੀ ਪ੍ਰੋਪੇਗੈਂਡਾ ਆਏ ਔਰ ਉਹ ਸਾਨੂੰ ਸਹੀ ਸਟਿਕ ਨਾਲ ਬੀਟ ਕਰਨ ਜਿਹਦੇ ਨਾਲ 39 ਸਾਲ ਕਰਦੇ ਰਹੇ ਨੇ। ਔਰ ਈਵਨ ਅਸੀਂ ਇਸ ਮੁੱਦੇ ਦੇ ਉੱਤੇ ਜਿੱਥੇ ਮੂਲ ਤੌਰ ਦੇ ਉੱਤੇ ਸਾਰੀਆਂ ਸਿੱਖ ਜਥੇਬੰਦੀਆਂ ਦੇ ਲਈ, ਜਿਵੇਂ ਵਰਲਡ ਸਿੱਖ ਪਾਰਲੀਮੈਂਟ ਦੇ ਚੌਥੇ ਸੈਸ਼ਨ ਦਾ ਵੀ ਇਹੀ ਮੈਸੇਜ ਸੀ ਕਿ ਭਾਈ ਹੁਣ ਅਸੀਂ ਸਿਰ ਜੋੜ ਕੇ ਬੈਠ ਕੇ ਅਗਲੀ ਰਣਨੀਤੀ ਨੂੰ ਬਣਾਈਏ ਕਿ ਜੇ ਕੋਈ ਇਹ ਐਡਵਾਂਸਮੈਂਟ ਹੁੰਦੀ ਹੈ, ਗੱਲਬਾਤ ਦਾ ਸਿਲਸਿਲਾ ਸ਼ੁਰੂ ਹੁੰਦਾ ਹੈ ਜਾਂ ਕੋਈ ਇਸ ਕਿਸਮ ਦੇ ਸਾਡੇ ਮੁੱਦੇ ਦੇ ਉੱਤੇ ਕੋਈ ਸਿੰਪਥੀ ਫੈਕਟਰ ਚੋਂ ਕੋਈ ਟੈਂਜੀਬਲ ਪ੍ਰਾਪਤੀ ਵੱਲ ਗੱਲ ਜਾਂਦੀ ਹੈ, ਤੇ ਐਟਲੀਸਟ ਅਸੀਂ ਸਾਡੇ ਕੋਲ ਸਟ੍ਰੈਟਜੀ ਹੋਏ, ਵਿਉਂਤ ਹੋਏ, ਸਾਡੇ ਕੋਲ ਪ੍ਰੋਪਰ ਜਿਹੜਾ ਕੇਸ ਸਾਡਾ ਰੈਡੀ ਹੋਏ। ਸੋ ਮੈਂ ਇੱਥੇ ਕੀ ਰੁਕ ਜਾਣਾ ਚਾਹੁੰਦਾ ਕਿਉਂਕਿ ਫਿਰ ਬਹੁਤ ਵਾਰ ਇਸ ਨੂੰ ਲੱਗੇਗਾ, ਕਿਉਂਕਿ ਸਾਡੇ ਕੰਮ ਕਰਨ ਦੇ ਢੰਗ ਤਰੀਕੇ 'ਚ ਪਿਛਲੇ 4 ਦਹਾਈਆਂ ਤੋਂ ਹੀ ਅਸੀਂ ਕਦੇ ਵੀ, ਬੇਸ਼ੱਕ ਅਸੀਂ ਇੱਕ ਧਿਰ ਦੇ ਨਾਲ ਤੁਰੇ ਜਿਹੜੀ ਸਾਡੀ ਜੁਝਾਰੂ ਧਿਰ ਸੀ ਆਪਣੇ ਹੱਕਾਂ ਲਈ ਖਲੋਣ ਵਾਲੀ, ਉਹਨਾਂ 'ਚ ਵੀ ਆਪਸ 'ਚ ਵੰਡੀਆਂ ਪੈਂਦੀਆਂ ਰਹੀਆਂ, ਡਿਵੀਜ਼ਨਸ ਰਹੀਆਂ, ਪਰ ਮੇਰੀ ਅਪਰੋਚ ਕਦੇ ਵੀ ਜਿਹੜੀ ਆ ਇੱਕ ਧਿਰ ਨਾਲ ਖਲੋ ਕੇ ਦੂਸਰੇ ਦੇ ਖਿਲਾਫ ਕੁਝ ਕਹਿਣ ਦੀ ਨਹੀਂ ਰਹੀ, ਨਾ ਹੀ ਆਪਣੀ ਲਿਖਤ ਰਾਹੀਂ, ਨਾ ਹੀ ਆਪਣੀ ਸਪੀਚ ਰਾਹੀਂ। ਔਰ ਅੱਜ ਵੀ ਅਸੀਂ ਇਸ ਦੇ ਉੱਤੇ ਖੜੇ ਕਿ ਭਾਈ ਵਿਚਾਰ ਭੇਦ, ਮਤ ਭੇਦ ਔਰ ਹਰ ਇੱਕ ਦੇ ਕੰਮ ਕਰਨ ਦਾ ਅੰਦਾਜ਼ ਵੱਖਰਾ ਹੋ ਸਕਦਾ ਹੈ, ਲੇਕਿਨ ਜਿੰਨਾ ਘੱਟ ਤੋਂ ਘੱਟ ਕਿਹਾ ਜਾਏ ਉਹ ਫਿਰ ਘੱਟ ਕੰਪਲੀਕੇਸ਼ਨਸ ਪੈਦਾ ਕਰਦਾ। ਨਹੀਂ ਤਾਂ ਜਿਹੜਾ ਜਿਵੇਂ ਕਮਾਨ ਚੋਂ ਨਿਕਲਿਆ ਤੀਰ ਵਾਪਸ ਨਹੀਂ ਆਉਂਦਾ, ਇਸੇ ਤਰ੍ਹਾਂ ਜ਼ਬਾਨ ਚੋਂ ਨਿਕਲਿਆ ਕੋਈ ਵੀ ਬੋਲ ਜਿਹੜਾ ਜ਼ਖਮ ਕਰੇ ਉਸ ਨੂੰ, ਉਹਨਾਂ ਜ਼ਖਮਾਂ ਨੂੰ ਫਿਰ ਕਦੇ ਭਰਿਆ ਨਹੀਂ ਜਾ ਸਕਦਾ। ਜੇ ਉਹ ਭਰੇ ਵੀ ਜਾਣ ਤੇ ਉਸ ਦੇ ਉੱਤੇ ਨਿਸ਼ਾਨ ਰਹਿੰਦੇ ਨੇ। ਸੋ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਵੀ ਸਾਨੂੰ ਸਭ ਨੂੰ ਬਹੁਤ ਜ਼ਿੰਮੇਵਾਰੀ ਤੋਂ ਕੰਮ ਲੈਣਾ ਚਾਹੀਦਾ ਹੈ ਇਸ ਮਾਮਲੇ ਦੇ ਵਿੱਚ। ਈਵਨ ਜਿਹੜੇ ਸਾਡੇ ਆਉਣ ਵਾਲੇ ਦਿਨਾਂ ਦੇ ਵਿੱਚ ਪ੍ਰੋਟੈਸਟ ਵੀ ਹੋਣੇ ਨੇ, ਰੈਲੀਜ਼ ਹੋਣੀਆਂ ਨੇ, ਦੂਸਰਾ ਹੋਣਾ, ਉਹਦੇ 'ਚ ਵੀ ਅਸੀਂ ਘੱਟ ਤੋਂ ਘੱਟ ਇਸ ਕਿਸਮ ਦੀ ਕੋਈ ਗੱਲ ਜਿਹੜੀ, ਜਿਵੇਂ ਵੀਰ ਨਵਤੇਜ ਸਿੰਘ ਨੇ ਕਿਹਾ ਵੀ ਕਾਨੂੰਨੀ ਤੌਰ ਤੇ ਭਾਵੇਂ ਅਸੀਂ ਕਾਨੂੰਨ ਦੇ ਦਾਇਰੇ 'ਚ ਹੀ ਹੋਈਏ, ਪਰ ਜਿਹੜੇ ਸਾਡਾ ਦੁਸ਼ਮਣ ਹੈ ਉਹ ਤਾਂ ਉਸ ਨੂੰ ਇਸ ਕਿਸਮ ਦੇ ਫਿਰ ਈਡੀਐਮ 'ਚ ਬਦਲ ਦਿੰਦਾ ਹੈ ਜਿਹੜਾ ਉੱਥੋਂ ਦੇ ਸਿੱਖਾਂ ਦੇ ਮਨਾਂ 'ਚ ਵੀ ਇਨਸਿਕਿਉਰਿਟੀ ਪੈਦਾ ਕਰਦਾ ਹੈ
ਔਰ ਨਾਲ ਦੀ ਨਾਲ ਈਵਨ ਇੰਟਰਨੈਸ਼ਨਲੀ ਵੀ ਮੇਰਾ ਨਹੀਂ ਖਿਆਲ ਕਿ ਵੀ ਇਸ ਕਿਸਮ ਦੇ ਜਿਹੜਾ ਕੋਈ ਮਾਹੌਲ ਜਾਂ ਗੱਲ ਦੇ ਨਾਲ ਕੋਈ ਸਾਡੇ ਕਾਜ਼ ਦੀ ਸਰਵਿਸ ਹੁੰਦੀ ਹੈ। ਜੀ ਅੱਜ ਅਸੀਂ ਪ੍ਰੋਗਰਾਮ ਲੇਟ ਸ਼ੁਰੂ ਕੀਤਾ ਹੈ, ਲੇਕਿਨ ਇਹ ਟੌਪਿਕ ਜਿਹੜਾ ਇਸ ਵੇਲੇ ਜੋ ਮਿਡਲ ਈਸਟ ਦੇ ਵਿੱਚ ਚੱਲ ਰਿਹਾ, ਇੱਕ ਪਾਸੇ ਜਿਵੇਂ ਅੱਜ ਦੀ ਆਵਾਜ਼ ਰੇਡੀਓ ਪ੍ਰੋਗਰਾਮ ਦੇ ਟਾਕ ਸ਼ੋਅ 'ਚ ਵੀ ਮੈਂ ਕਿਹਾ ਸੀ ਕਿ ਇਸ ਇਸ਼ੂ ਦੇ ਦੋ ਪਹਿਲੂ ਨੇ। ਜੀ ਇੱਕ ਪਹਿਲੂ ਜਿਹੜਾ ਕਿ ਗੁਰੂ ਨਾਨਕ ਸਾਹਿਬ ਨੇ ਅਹਿਮਦਾਬਾਦ ਸ਼ਹਿਰ ਦੇ ਵਿੱਚ ਖਲੋ ਕੇ ਜਦੋਂ ਬੇਗੁਨਾਹ ਜਿਹੜੇ ਮਾਰੇ ਜਾ ਰਹੇ ਸਨ, ਬੱਚੀਆਂ ਬੇਪਤ ਹੋ ਰਹੀਆਂ ਸਨ, ਦੁਕਾਨਾਂ, ਘਰ, ਮਕਾਨ, ਧਾਰਮਿਕ ਥਾਵਾਂ ਸੜ ਰਹੀਆਂ ਸਨ, ਤੇ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਇਤੀ ਮਾਰ ਪਈ ਕੁਰਲਾਣੇ ਤੈਂਕੀ ਦਰਦ ਨਾ ਆਇਆ। ਉੱਥੇ ਨਾ ਤਾਂ ਉਹਨਾਂ ਨੇ ਇਹ ਡਿਸਟਿੰਗੁਇਸ਼ ਕੀਤਾ ਕਿ ਜਿਹੜੇ ਮੁਲਕ ਦੇ ਉੱਤੇ ਕਾਬਜ਼ ਸਨ ਮੁਗਲ, ਉਹਨਾਂ ਦੇ ਪਰਿਵਾਰਾਂ ਦੇ ਨਾਲ ਕੀ ਹੋ ਰਿਹਾ, ਜਾਂ ਜਿਹੜੇ ਹਮਲਾਵਰ ਸਨ ਤੁਰਕ ਬਾਬਰ ਦੇ ਥੱਲੇ, ਉਹਨਾਂ ਦੇ ਨਾਲ ਵੀ ਕਿੱਥੇ ਕੀ ਹੋਇਆ ਹੋਏਗਾ। ਉਹ ਇੱਕ ਸਭ ਦੀ ਕੁੱਲ ਮਨੁੱਖਤਾ ਦੀ ਪੀੜ ਸੀ, ਮਨੁੱਖਤਾ ਦਾ ਦਰਦ ਸੀ। ਉਹਦੇ 'ਚ ਕੋਈ ਹਿੰਦੂ ਮੁਸਲਮਾਨ ਦਾ ਇਸ਼ੂ ਵੀ ਨਹੀਂ ਸੀ। ਜਦੋਂ ਗੁਰੂ ਸਾਹਿਬ ਨੇ ਫਰਮਾਇਆ ਕਿ ਇਸ ਗੱਲ ਦਾ ਧਿਆਨ ਰਹੇ ਕਿ ਮੁਸਲਮਾਨੀਆਂ ਪੜ੍ਹੇ ਕਤੇਬਾਂ ਕਸ਼ਟ ਮੈਂ ਕਰੇ ਖੁਦਾਏ ਵੇ ਲਾਲੋ, ਜਾਤ ਸਨਾਤੀ ਹੋਰ ਹਿੰਦਵਾਣੀਆਂ ਇਹ ਵੀ ਲੇਖਾ ਲਾਏ ਵੇ ਲਾਲੋ। ਕਿ ਵੀ ਭਾਵੇਂ ਉੱਚੀ ਜ਼ਾਤ ਦੀਆਂ ਹਿੰਦੂ ਔਰਤਾਂ ਨੇ, ਭਾਵੇਂ ਸ਼ੂਦਰ ਔਰਤਾਂ ਨੇ, ਭਾਵੇਂ ਮੁਸਲਮਾਨ ਔਰਤਾਂ ਨੇ, ਸਾਰੀਆਂ ਬੇਪਤ ਹੋ ਰਹੀਆਂ ਨੇ। ਔਰ ਇਸ ਦੇ ਨਾਲ ਨਾਲ ਜਿਨ ਕੇ ਬੰਕੇ ਘਰੀ ਨਾ ਆਇਆ ਤਿੰਨ ਕਿਮ ਰਹਿਣ ਵਿਹਾਣੀ, ਕਿ ਜਿਨ੍ਹਾਂ ਦੇ ਸੋਹਣੇ ਰਾਤ ਘਰੀ ਨਹੀਂ ਪਰਤੇ, ਮਾਰੇ ਗਏ, ਉਹ ਸਿਵਿਆਂ ਦੇ ਵਿੱਚ ਕਬਰਸਤਾਨਾਂ ਦੇ ਵਿੱਚ ਰੁਲਦੀਆਂ ਨੇ, ਲੱਭ ਰਹੀਆਂ ਨੇ। ਕਿਵੇਂ ਅੱਜ ਉਹੀ ਹਾਲਾਤ ਸੈਟਰਡੇ ਤੋਂ ਸ਼ੁਰੂ ਹੋ ਕੇ ਮਿਡਲ ਈਸਟ ਦੇ ਗਾਜ਼ਾ ਔਰ ਸਾਊਥ ਇਜ਼ਰਾਈਲ, ਜਿੱਥੇ ਕਿ ਹਮਾਸ ਨੇ ਤਿੰਨੋਂ ਹੀ ਲੈਵਲ ਤੋਂ ਅਟੈਕ ਕੀਤਾ। ਉਹਨਾਂ ਨੇ ਰਾਕਟ ਵੀ 5000 ਦੇ ਕਰੀਬ ਦਾਗੇ, ਪੈਰਾਸ਼ੂਟ ਰਾਹੀਂ ਵੀ ਉਹ ਉਤਰੇ, ਜ਼ਮੀਨ ਤੇ ਉਹਨਾਂ ਨੇ ਬੁਲਡੋਜ਼ ਕਰਕੇ ਬਾਰਡਰ ਵੀ ਰਾਹੀਂ ਵੀ ਉਹ ਸਿੱਧੇ ਉਹਨਾਂ ਦੇ ਗਨਮੈਨ ਅੰਦਰ ਗਏ। ਔਰ ਇਸੇ ਤਰ੍ਹਾਂ ਬੋਟਸ ਦਾ ਇਸਤੇਮਾਲ ਕਰਕੇ ਮੈਡੀਟੇਰੇਨੀਅਨ ਸੀ ਰਾਹੀਂ ਵੀ ਉਹਨਾਂ ਨੇ ਉਸ ਤੇ ਅਟੈਕ ਕੀਤਾ। ਉਸ ਸ਼ਹਿਰ ਦੇ ਵਿੱਚ ਵੀ ਜਿਹੜਾ ਗੁਰੂ ਸਾਹਿਬ ਨੇ, ਮੈਂ ਜਦੋਂ ਹੁਣ ਦੇਖਦਾ ਖਬਰਾਂ ਤਾਂ ਇੱਕਦਮ ਬਾਣੀ ਦੇ ਨਾਲ ਜੁੜਦੇ ਆ, ਉਹੀ ਧਿਆਨ ਜਾਂਦਾ ਹੈ ਕਿ ਸਾਹਿਬ ਕੇ ਗੁਣ ਗਾਵੀਏ ਨਾਨਕ, ਮਾਸਪੁਰੀ ਵਿੱਚ ਆਖ ਮਸੋਲਾ, ਜਿਨ ਉਪਾਈ ਰੰਗ ਰਵਾਈ ਬੈਠਾ ਵੇਖਿਆ ਵਕ ਅਕੇਲਾ। ਹੁਣ ਮਾਸਪੁਰੀ ਜਿੱਥੇ ਹਿਊਮਨ ਫਲੈਸ਼ ਦੀ ਬਦਬੂ ਹੈ, ਹੁਣ ਅਹਿਮਦਾਬਾਦ 'ਚ ਖਲੋ ਕੇ ਇਹੀ ਗੁਰੂ ਨਾਨਕ ਸਾਹਿਬ ਕਹਿ ਰਹੇ ਨੇ ਕਿ ਵੀ ਮੈਂ ਦੇਖ ਰਿਹਾ ਸਾਹਿਬ ਦੇ ਰੰਗ ਕੀ ਨੇ, ਪੀੜ ਵੀ ਹੈ। ਤੇ ਮੈਂ ਇਹ ਮਸਲਾ ਵੀ ਕਹਿਣਾ ਚਾਹੁੰਦਾ ਹਾਂ, ਮਾਸਪੁਰੀ ਦੇ ਵਿੱਚ 4 ਚੁਫੇਰੇ ਮਾਸ ਦੀ ਦੁਰਗੰਧ ਹੈ ਕਿ ਭਾਈ ਜਿਹਨੇ ਇਹ ਰੱਬ ਨੇ ਖਲਕਤ ਪੈਦਾ ਕੀਤੀ ਹੈ, ਆਪੋ ਆਪਣੇ ਰੰਗਾਂ 'ਚ ਜਦੋਂ ਰੰਗੀ ਰਹਿੰਦੀ ਹੈ, ਉਸ ਅਸਲ ਨਾਲੋਂ ਟੁੱਟ ਜਾਂਦੀ ਹੈ। ਜ਼ਾਹਰ ਹੈ ਲੜਾਈਆਂ ਹਉਮੈ ਦੇ ਲਈ, ਤਾਕਤ ਅਖਤਿਆਰ ਕਰਨ ਦੇ ਲਈ, ਦੂਸਰਿਆਂ ਨੂੰ ਗੁਲਾਮ ਬਣਾਉਣ ਦੇ ਲਈ, ਦੁਬੈਲ ਬਣਾਉਣ ਦੇ ਲਈ, ਇਸ ਲਈ ਹੁੰਦੀਆਂ ਨੇ। ਸੋ ਇੱਕ ਇਸ ਸਾਰੇ ਕਨਫਲਿਕਟ ਦਾ ਇਹ ਹਿਊਮੈਨਿਟੇਰੀਅਨ ਐਸਪੈਕਟ ਹੈ, ਜਿਸ 'ਚ ਬੇਗੁਨਾਹ ਦੇ ਨਾਲ ਸਾਡੀ ਹਮਦਰਦੀ ਨਹੀਂ, ਸਾਡਾ ਦਿਲ ਵਲੂੰਦਰਿਆ ਜਾਂਦਾ ਹੈ ਜਦੋਂ ਅਸੀਂ ਉਹਨਾਂ ਦੀ ਤਕਲੀਫ ਦੇਖਦੇ ਹਾਂ। ਤੇ ਦੂਸਰਾ ਇਸ ਦਾ ਸਿਆਸੀ ਪੱਖ ਹੈ। ਸਿਆਸੀ ਪੱਖ ਸਾਨੂੰ 75 ਸਾਲ ਪਹਿਲਾਂ ਲੈ ਜਾਂਦਾ ਹੈ, ਸਾਨੂੰ ਇੱਕ ਕਲੋਨੀਅਲ ਮੈਪ ਮੇਕਿੰਗ ਤੇ ਲੈ ਜਾਂਦਾ ਹੈ। ਉਸ ਤੋਂ ਵੀ ਪਹਿਲਾਂ ਫਿਰ 1914 1918 ਦੇ ਵਿਚਾਲੇ ਫਸਟ ਵਰਲਡ ਵਾਰ ਤੇ ਲੈ ਜਾਂਦਾ ਹੈ, ਜਿਸ ਤੋਂ ਬਾਅਦ ਇਹ ਸਾਰੇ ਵਿਦ ਦਾ ਨੌਚ ਆਫ ਦਾ ਪੈਨ ਮੁਲਕ ਕ੍ਰੀਏਟ ਕੀਤੇ ਗਏ। ਔਰ ਇਹਨਾਂ 75 ਸਾਲਾਂ 'ਚ ਇਹਦੇ ਬਾਵਜੂਦ ਕਿ ਜਦੋਂ ਅਸੀਂ ਦੁਨੀਆ ਦੀ ਵੱਡੀ ਪੰਚਾਇਤ ਦੀ ਗੱਲ ਕਰਦੇ ਹਾਂ, ਯੂਨਾਈਟਿਡ ਨੇਸ਼ਨਸ ਦੀ, ਕਿਉਂਕਿ ਜਿਹੜੀ ਤਕਲੀਫ ਹੈ ਉਹ ਫਲਸਤੀਨੀਆਂ ਦੀ ਹੋਏ, ਉਹ ਅੱਜ ਯਹੂਦੀਆਂ ਦੀ ਹੋਏ ਇਜ਼ਰਾਈਲ ਦੇ ਵਿੱਚ, ਉਹ ਕਸ਼ਮੀਰੀਆਂ ਦੀ ਹੋਏ, ਉਹ ਪੰਜਾਬ ਦੇ ਸਿੱਖਾਂ ਦੀ ਹੋਏ, ਉਹ ਈਵਨ ਜੇ ਇਹ ਕਹਿਣਾ ਹੋਏ ਕਿ ਭਾਈ ਦੁਨੀਆ ਦੇ ਕਿੰਨੇ ਖਿੱਤੇ ਨੇ, ਜੇ 50 ਤੋਂ ਜ਼ਿਆਦਾ ਗਿਣਾਏ ਜਾ ਸਕਦੇ ਨੇ, ਜਿਹੜੇ ਸਿਰਫ ਤੇ ਸਿਰਫ ਜਿਹੜੀਆਂ ਯੂਰਪੀਅਨ ਪਾਵਰਸ ਨੇ ਉਹਨਾਂ ਖਿੱਤਿਆਂ ਨੂੰ ਕੋਲੋਨਾਈਜ਼ ਕੀਤਾ ਸੀ, ਉਹਨਾਂ ਦੀਆਂ ਬਸਤੀਆਂ ਬਣਾਈਆਂ ਸੀ। ਉੱਥੋਂ ਜਾਣ ਲੱਗਿਆਂ ਜਦੋਂ ਉਹਨਾਂ ਨੇ ਮੈਪ ਮੇਕਿੰਗ ਕੀਤੀ, ਕੋਈ ਇੱਧਰ ਛੱਡ ਦਿੱਤਾ, ਕੋਈ ਉੱਧਰ ਛੱਡ ਦਿੱਤਾ, ਤੇ ਇਹ ਜਿਹੜੇ ਨੇ ਉਹਦਾ ਨਤੀਜਾ ਕਿ ਜੇ ਅਸੀਂ ਇਹ ਮਿਡਲ ਈਸਟ ਦੇ ਇਸ ਮਸਲੇ ਦੀ ਗੱਲ ਕਰੀਏ, ਜਦੋਂ ਪ੍ਰੈਜ਼ੀਡੈਂਟ ਓਬਾਮਾ ਪਹਿਲੀ ਵਾਰ ਬਣੇ, ਉਹਨਾਂ ਦਾ ਪੋਲ ਪ੍ਰੋਮਿਸ ਸੀ ਕਿ ਵੀ 3 ਖਿੱਤੇ ਜਿਹੜੇ ਕ੍ਰਾਈਸਿਸ ਵਾਲੇ ਨੇ ਉਹਨਾਂ ਦੇ ਲਈ ਅਸੀਂ ਐਂਬੈਸਡਰ ਐਟ ਲਾਰਜ ਬਣਾਵਾਂਗੇ। ਉਹਦੇ 'ਚ ਫਲਸਤੀਨ ਦਾ ਸੀ ਕਿ ਵੀ ਇੱਥੇ ਤਾਂ ਕਿ ਇਹਦਾ ਕੋਈ 2 ਨੇਸ਼ਨ ਥਿਓਰੀ
ਜਾਂ ਟੂ ਨੇਸ਼ਨ ਸੋਲਿਊਸ਼ਨ ਜਿਸ ਦਾ ਆਧਾਰ ਔਸਲੋ ਅਕੋਰਡ ਸੀ, ਜੀ ਯਾਸਰ ਅਰਾਫਾਤ ਔਰ ਇਜ਼ਰਾਈਲੀ ਪ੍ਰਾਈਮ ਮਿਨਿਸਟਰ ਰਬੀਨ ਦੇ ਵਿਚਾਲੇ। ਦੂਸਰਾ ਸੀ ਕਿ ਕਸ਼ਮੀਰ ਦੇ ਵਿੱਚ ਵੀ ਜਿਹੜਾ ਹੈ ਉਹ ਐਂਬੈਸਡਰ ਐਟ ਲਾਰਜ ਉਹਨਾਂ ਦਾ ਹੋਏਗਾ। ਔਰ ਥਰਡ ਸ਼ਾਇਦ ਪਾਕਿਸਤਾਨ ਔਰ ਅਫਗਾਨਿਸਤਾਨ ਦੇ ਵਿਚਾਲੇ ਉਦੋਂ, ਕਿਉਂਕਿ ਇਹ ਚੱਲ ਹੀ ਰਿਹਾ ਸੀ ਜਿਹੜਾ ਉਸਾਮਾ ਵਾਲਾ ਇਸ਼ੂ ਹੈ। ਸੋ ਨਾ ਮਿਡਲ ਈਸਟ ਵਾਲਾ ਕਿਸੇ ਕੰਢੇ ਲੱਗਾ। ਇੰਡੀਆ ਨੇ ਤਾਂ ਇਹ ਕਿਹਾ ਕਿ ਜੀ ਅਸੀਂ ਬਿਲਕੁਲ ਨਹੀਂ ਵੜਨ ਦਿਆਂਗੇ ਐਂਬੈਸਡਰ ਐਟ ਲਾਰਜ, ਕੋਈ ਅਸੀਂ ਕਸ਼ਮੀਰ ਨੂੰ ਮੰਨਦਾ ਹੀ ਨਹੀਂ ਹੈ ਕਿ ਬਈ ਇਹ ਡਿਸਪਿਊਟਡ ਟੈਰੀਟਰੀ ਹੈ। ਔਰ ਜਦੋਂ ਓਬਾਮਾ ਨੇ ਉੱਥੋਂ ਬੈਕ ਆਫ ਕੀਤਾ ਉਸ ਮੁੱਦੇ ਤੇ, ਔਰ ਉਹ ਸਿਰਫ ਬਿਟਵੀਨ ਪਾਕਿਸਤਾਨ ਐਂਡ ਅਫਗਾਨਿਸਤਾਨ ਹੀ ਰਹਿ ਗਿਆ, ਹੁਣ ਤਾਂ ਉਹਦੀ ਵੀ ਡੈਥ ਹੋ ਗਈ ਜਿਹਨੂੰ ਲਾਇਆ ਸੀ। ਤਾਂ ਉਦੋਂ ਹੀ ਇਹ ਸੀ ਕਿ ਬਈ ਅਜੇ ਦਮਖਮ ਨਹੀਂ ਹੈ ਅਮਰੀਕਾ ਜਾਂ ਵੈਸਟਰਨ ਪਾਵਰਸ ਕਿ ਭਾਈ ਜੇ ਟੂ ਨੇਸ਼ਨ ਸੋਲਿਊਸ਼ਨ ਨੂੰ ਆਲਰੇਡੀ ਫਾਈਨਲੀ ਮੰਨ ਲਿਆ ਹੋਇਆ UN ਨੇ, ਯੂਰਪੀਅਨ ਯੂਨੀਅਨ ਨੇ, ਅਮਰੀਕਾ ਨੇ, ਤੇ ਉਹਨੂੰ ਇੰਪਲੀਮੈਂਟ ਕੀਤਾ ਜਾਏ। ਹੁਣ ਇਸ ਦੇ ਪਿੱਛੇ ਕੀ ਹੈ, ਕੀ ਸਟ੍ਰੈਟਜੀਜ਼ ਨੇ, ਅੱਜ ਹੀ ਮੈਂ ਬਹੁਤ ਵੱਡਾ ਫ੍ਰੀ ਥਿੰਕਰ ਹੈ ਨੋਮ ਚਮਸਕੀ ਜੀ, ਉਹਨਾਂ ਦੀ ਇੱਕ ਬਰੀਫ 7 ਮਿੰਟ ਦੀ ਟਾਕ ਸੁਣ ਰਿਹਾ ਸੀ। ਔਰ ਮੈਂ ਪਹਿਲੀ ਵਾਰ ਇੱਕ ਟਰਮ ਜਿਹੜੀ ਹੈ ਅਸੀਂ ਜ਼ਾਓਨਿਸਟ ਦਾ ਸੁਣਦੇ ਹਾਂ, ਜ਼ਾਓਇਜ਼ਮ ਕਿਹਾ ਜਾਂਦਾ ਹੈ ਜਾਂ ਜੂਸ਼ ਜ਼ਾਓਨਿਜ਼ਮ ਕਿਹਾ ਜਾਂਦਾ ਹੈ, ਪਰ ਉਹਨੇ ਨੋਮ ਚਮਸਕੀ ਨੇ ਇਸ ਨੂੰ ਕ੍ਰਿਸਚੀਅਨ ਜ਼ਾਓਇਜ਼ਮ ਦੇ ਨਾਲ ਸ਼ੁਰੂ ਕੀਤਾ ਹੈ ਕਿ ਭਾਈ ਇਹ ਸਾਰਾ ਕਨਸੈਪਟ ਜਿਹੜੇ ਬ੍ਰਿਟਨ ਔਰ ਫਿਰ ਉਹ ਜਿਹੜੀਆਂ ਸਾਰੀਆਂ ਪਾਵਰਸ ਜਿਹੜੀਆਂ ਆਪਣਾ ਆਧਾਰ ਧਰਮ ਦੇ ਉੱਤੇ ਖੜਾ ਕਰਦੀਆਂ ਨੇ, ਬਾਈਬਲ ਦੇ ਨਾਲ ਜੋੜਦੀਆਂ ਨੇ ਤੇ ਬਾਈਬਲ ਦੇ ਨੂੰ ਫੋਲੋ, ਉਸੇ 'ਚ ਉਹਨਾਂ ਨੇ ਈਵਨ ਪ੍ਰੈਜ਼ੀਡੈਂਟ ਟਰੂਮੈਨ ਜਿਹੜਾ ਰੋਜ਼ਾਨਾ ਬਾਈਬਲ ਪੜ੍ਹਦਾ ਸੀ ਉਸ ਦੇ ਨਾਲ ਜੋੜ ਕੇ, ਉਹ ਇੱਕ ਵੱਖਰੀ ਬਹਿਸ ਹੈ ਜੀ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਸ ਸਾਰੇ ਮਸਲੇ ਨੂੰ ਖੜਾ ਕਰਨ ਵਾਲੀਆਂ ਵੀ ਇਹੀ ਪਾਵਰਸ ਨੇ। ਜਿਹੜੀ ਯੂਰਪ ਦੀ ਕਲੈਕਟਿਵ ਗਿਲਟ ਸੀ ਕਿ ਵੀ ਕਿਵੇਂ ਯਹੂਦੀਆਂ ਦੀ ਪਰਸੀਕਿਊਸ਼ਨ ਹੋਈ, ਉਹ ਜਾਂ ਸਾਥੀ ਬਣੇ ਹੋਏ ਸੀ ਉਹਨਾਂ ਦੇ ਨਾਜ਼ੀਆਂ ਦੇ ਜਾਂ ਸਾਇਲੈਂਟ ਸੀ, ਔਰ ਉਹਦੇ 'ਚ ਐਕਟਿਵ ਪਾਰਟਿਸਿਪੇਸ਼ਨ ਵੀ ਉਹਨਾਂ ਦੀ ਕਿਵੇਂ ਰਹੀ। ਸੋ ਉਸ ਆਪਣੀ ਯੂਰਪੀਅਨ ਜਿਹੜੀ ਕਲੈਕਟਿਵ ਗਿਲਟ ਸੀ ਉਹਦੇ ਥੱਲੇ ਉਹਨਾਂ ਨੇ ਮਿਡਲ ਈਸਟ ਜਾ ਕੇ ਸਹਿ ਦਾ ਤਕਲਾ ਗੱਡਿਆ। ਔਰ ਇਸ ਅੰਦਾਜ਼ ਦੇ ਵਿੱਚ ਕਿ ਇਹਦੇ ਬਾਵਜੂਦ ਕਿ ਜਦੋਂ ਤੋਂ ਅਸੀਂ ਦੇਖ ਰਹੇ ਹਾਂ ਕਿ ਭਾਈ ਇਹ ਕਿਸ ਹੱਦ ਤੱਕ ਪ੍ਰੋਬਲਮ ਚਲੀ ਗਈ ਹੈ, ਔਰ ਇੱਕ ਹੋਪ ਸੀ ਜਦੋਂ PLO ਦੇ ਯਾਸਰ ਅਰਾਫਾਤ ਔਰ ਇਜ਼ਰਾਈਲ ਦੇ ਰਬੀਨ ਦੇ ਵਿਚਾਲੇ ਜਿਹੜਾ ਉਹ ਹੋਇਆ, ਉਹਨਾਂ ਨੂੰ ਨੋਬਲ ਪ੍ਰਾਈਜ਼ ਵੀ ਮਿਲਿਆ ਇਹ ਪੀਸ ਅਕੋਰਡ ਔਸਲੋ ਦੇ ਵਿੱਚ। ਲੇਕਿਨ 26-27 ਸਾਲ ਉਹ ਇੰਪਲੀਮੈਂਟ ਨਹੀਂ ਹੋਇਆ। ਨਤੀਜੇ ਦੇ ਤੌਰ ਤੇ ਸਿਚੁਏਸ਼ਨ ਅੱਜ ਇੱਥੇ ਖੜੀ ਹੈ। ਔਰ ਜੇ ਇਸ ਇਸ਼ੂ ਤੇ ਗੱਲ ਕਰਨ ਤੋਂ ਪਹਿਲਾਂ ਕਿ ਇਸ ਵੇਲੇ ਲੇਟੈਸਟ ਕੀ ਚੱਲ ਰਿਹਾ, ਆਲਰੇਡੀ ਅਮਰੀਕਾ ਦੇ ਸੈਕਟਰੀ ਆਫ ਸਟੇਟ ਐਂਟਨੀ ਬਲਿੰਕਨ ਇਜ਼ਰਾਈਲ ਜਾ ਰਹੇ ਨੇ। ਅੱਜ ਪ੍ਰੈਜ਼ੀਡੈਂਟ ਬਾਈਡਨ ਨੇ ਫਿਰ ਫੁੱਲ ਸਪੋਰਟ ਇਜ਼ਰਾਈਲ ਨੂੰ ਥਰੋ ਕੀਤੀ ਹੈ। ਜਹਾਜ਼ ਅਮਰੀਕਾ ਦੇ ਅਸਲਾ ਵੀ ਲੈ ਕੇ ਜਾ ਰਹੇ ਨੇ, ਕਿਉਂਕਿ ਇਸ ਤਰ੍ਹਾਂ ਲੱਗਦਾ ਹੈ ਕਿਉਂਕਿ ਗਾਜ਼ਾ ਦੇ ਉੱਤੇ ਲਗਾਤਾਰ ਬੰਬਾਰਡਮੈਂਟ ਹੋ ਰਹੀ ਹੈ। 200 ਤੋਂ ਜ਼ਿਆਦਾ ਅਟੈਕ ਇਹਨਾਂ ਦਿਨਾਂ 'ਚ ਹੋਏ ਨੇ। 1000 ਤੋਂ ਜ਼ਿਆਦਾ ਮੌਤਾਂ ਜਿਹੜੀਆਂ ਨੇ ਉਹ ਨੇ। ਹਸਪੀਟਲ ਔਰ ਦੂਜੇ ਉਹਨਾਂ ਦਾ ਸੋਲਰ ਸਿਸਟਮ ਸਾਰਾ ਡਿਸਫੰਕਸ਼ਨਲ ਹੈ। ਲੋਕ ਬੜੀ ਬੁਰੀ ਤਰ੍ਹਾਂ ਜਿਹੜੇ ਨੇ ਆਵਾਜ਼ਾਰੀ 'ਚ ਨੇ। ਜ਼ਖਮੀਆਂ ਦੀ ਗਿਣਤੀ ਵੀ ਹਜ਼ਾਰਾਂ ਦੇ ਵਿੱਚ ਹੈ। ਔਰ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਅਗਲੇ 1-2 ਦਿਨਾਂ ਦੇ ਵਿੱਚ ਗਰਾਊਂਡ ਅਟੈਕ ਇਜ਼ਰਾਈਲ ਦੀ ਫੌਜ ਵੱਲੋਂ ਹੋਏ। ਔਰ ਨੇਤਨਯਾਹੂ ਦੀ ਮੈਂ ਲੇਟੈਸਟ ਸਟੇਟਮੈਂਟ ਦੇਖ ਰਿਹਾ ਸੀ, ਉਹਨੇ ਕਿ ਐਵਰੀ ਹਮਾਸ ਮੈਂਬਰ ਇਜ਼ ਏ ਡੈਡ ਮੈਨ, ਕਿ ਹਰ ਇੱਕ ਨੂੰ ਅਸੀਂ ਮਾਰ ਦਿਆਂਗੇ। ਹੁਣ ਤੁਸੀਂ 25 ਲੱਖ ਦੀ ਆਬਾਦੀ ਚੋਂ ਕਿਹੜਾ ਦੇਖੋਗੇ ਹਮਾਸ? ਉੱਥੇ ਤਾਂ ਉਹ ਵਿਚਾਰੇ ਪਹਿਲਾਂ ਹੀ ਉਸ ਓਪਨ ਜੇਲ੍ਹ 'ਚ ਰੱਖੇ ਹੋਏ ਨੇ। ਇਸ ਦਾ ਮਤਲਬ ਇਹ ਹੈ, ਹਾਲਾਂ ਜਿਹੜੇ ਇਹਨਾਂ ਦੇ ਸਿੰਪੈਥਾਈਜ਼ਰ ਨੇ ਉਹ ਇਹ ਵੀ ਕਹਿ ਰਹੇ ਨੇ ਕਿ ਹੁਣ ਤੱਕ ਹਮਦਰਦੀ ਇਜ਼ਰਾਈਲ ਦੇ ਨਾਲ ਹੈ ਲੋਕਾਂ ਦੀ, ਕਿਉਂਕਿ ਸਿਵਿਲੀਅਨ ਮਾਰੇ ਗਏ ਨੇ ਔਰ 150 ਤੋਂ ਜ਼ਿਆਦਾ ਕਿਡਨੈਪ ਹੋਏ ਨੇ। ਪਰ ਜਿਸ ਰਸਤੇ ਤੇ ਚੱਲੇ ਨੇ ਬਹੁਤ ਜਲਦੀ ਇਹ ਜਿਹੜਾ ਟ੍ਰੈਂਡ ਬਦਲੇਗਾ, ਕਿਉਂਕਿ ਜਦੋਂ ਤੁਸੀਂ ਬੇਗੁਨਾਹ ਨੂੰ ਮਾਰਦੇ ਹੋ ਕਿਤੇ ਵੀ, ਫਿਰ ਇਜ਼ਰਾਈਲ ਦੇ ਖਿਲਾਫ ਇੱਕ ਵੇਵ ਬਣੇਗੀ। ਔਰ ਆਲਰੇਡੀ ਜਿਵੇਂ ਤੁਸੀਂ ਕਿਹਾ ਵੀ 2 ਬਲਾਕ ਨੇ, ਰਸ਼ੀਆ ਚਾਈਨਾ, ਉਹਨਾਂ ਨੇ ਆਪਣੀ ਲਾਈਨ ਲਈ ਹੈ। ਔਰ ਈਵਨ ਕੱਲਾ ਇਹੀ ਨਹੀਂ ਕਿ ਮੁਲਕ ਵੰਡੇ ਹੋਏ ਨੇ। ਜੇ ਅਸੀਂ ਈਵਨ UK ਦੇ ਹਵਾਲੇ ਨਾਲ ਦੇਖੀਏ ਤੇ ਅੱਜ ਜਿੱਥੇ ਇੱਕ ਪਾਸੇ ਕਈ ਥਾਂ ਕੈਂਡਲਾਈਟ ਵਿਜਲ ਔਰ ਦੂਸਰੇ ਇਜ਼ਰਾਈਲ ਦੇ ਜਿਹੜੇ ਮਾਰੇ ਗਏ ਬੇਗੁਨਾਹ ਨੇ ਉਹਨਾਂ ਦੇ ਲਈ ਹੋ ਰਹੇ ਨੇ। ਬ੍ਰੈਡਫੋਰਡ ਔਰ ਮੈਨਚੈਸਟਰ ਦੇ ਵਿੱਚ ਵੱਡੇ ਪ੍ਰੋਟੈਸਟ ਫਲਸਤੀਨੀਆਂ ਦੇ ਹੱਕ 'ਚ ਹੋਏ ਨੇ, ਕਿਉਂਕਿ ਯੂਰਪ ਦੇ ਵਿੱਚ ਕਾਫੀ ਵੱਡੀ ਡਿਵੀਜ਼ਨ ਹੈ। ਅਮਰੀਕਾ 'ਚ ਲੋਕਾਂ 'ਚ ਵੀ ਔਰ ਹਕੂਮਤ ਵੀ ਪ੍ਰੋ ਇਜ਼ਰਾਈਲ ਹੈ, ਲੇਕਿਨ ਯੂਰਪ ਦੇ ਵਿੱਚ ਇਹੀ ਕਾਰਨ ਹੈ ਕਿ ਭਾਵੇਂ ਇਮੀਡੀਏਟ ਬਾਅਦ ਯੂਰਪੀਅਨ ਯੂਨੀਅਨ ਨੇ ਕਿਹਾ ਸੀ ਜੀ ਅਸੀਂ $500-600 ਮਿਲੀਅਨ ਦੀ ਏਡ ਜਿਹੜੀ
ਫਲਸਤੀਨੀਆਂ ਨੂੰ ਦਿੰਦੇ ਆ ਉਹ ਬਲੌਕ ਕਰ ਰਹੇ ਆ। ਪਰ ਇੰਨਾ ਕ੍ਰਿਟਿਸਿਜ਼ਮ ਹੋਇਆ ਕਿ ਉਹਨਾਂ ਨੂੰ ਕਿਹਾ ਜੀ ਨਹੀਂ ਅਸੀਂ ਤਾਂ ਇਹ ਰਿਵਿਊ ਕਰਨੀ ਸੀ ਕਿ ਉਹਦਾ ਮਿਸਯੂਜ਼ ਨਾ ਹੋਏ। ਉਹਨਾਂ ਨੇ ਫੈਸਲਾ ਕੀਤਾ ਕਿ ਵੀ ਸੋ ਇਕੱਲਾ ਇਹ ਨਹੀਂ ਹੈ, ਇਸ 'ਚੋਂ ਜਦੋਂ ਕੋਈ ਇਸ ਕਿਸਮ ਦਾ ਹਾਈ ਐਮੋਸ਼ਨਲ ਜਿਹੜਾ ਮਾਹੌਲ ਬਣਦਾ ਹੈ, ਫਿਰ ਜਿਹੜੀਆਂ ਕਮਿਊਨਿਟੀਜ਼, ਕਿਉਂਕਿ ਦੁਨੀਆ ਭਰ ਦੇ ਵਿੱਚ ਜੇ ਇਹ ਕਹਿਣਾ ਹੋਏ ਕਿ ਵੀ ਅਰਬਾਂ ਦੀ ਜਾਂ ਮੁਸਲਮਾਨਾਂ ਦੀ ਆਬਾਦੀ ਵੀ ਜਿਹੜੀ ਹੈ ਕਲੋਜ਼ ਟੂ 1.5-2 ਬਿਲੀਅਨ ਹੈ। ਜੂਜ਼ ਵੈਸੇ ਵੀ ਜਦੋਂ ਤੁਸੀਂ ਐਂਟੀ ਸੈਮਿਟਿਜ਼ਮ ਦੇਖਦੇ ਹੋ ਯੂਰਪ 'ਚ ਬਹੁਤ ਜ਼ਿਆਦਾ ਹੈ। ਈਵਨ ਅਮਰੀਕਾ 'ਚ ਵੀ ਪਿਛਲੇ ਦਿਨਾਂ 'ਚ ਇੱਕ ਡਾਟਾ ਜਿਹੜਾ ਹੀਟ ਕ੍ਰਾਈਮਸ ਦਾ ਸੀ, ਅਮਰੀਕਾ 'ਚ ਵੀ ਜਿੰਨੇ ਹੀਟ ਕ੍ਰਾਈਮ ਹੁੰਦੇ ਨੇ ਆਲਮੋਸਟ 50% ਯਹੂਦੀਆਂ ਦੇ ਖਿਲਾਫ ਹੁੰਦੇ ਨੇ ਔਰ ਲਗਭਗ 13% ਜਿਹੜੇ ਨੇ ਉਹ ਸਿੱਖਾਂ ਦੇ ਖਿਲਾਫ ਨੇ, ਲਗਭਗ 9% ਮੁਸਲਮਾਨਾਂ ਦੇ ਖਿਲਾਫ ਨੇ। ਹੁਣ ਜੇ ਆਲਮੋਸਟ ਅੱਧੇ ਹੀਟ ਕ੍ਰਾਈਮ ਅਮਰੀਕਾ ਵਰਗੇ ਮੁਲਕ 'ਚ ਨੇ ਤੇ ਜਦੋਂ ਹੁਣ ਇਸ ਕਿਸਮ ਦਾ ਪਾਰਟ ਚੱਲਿਆ, ਜੇ ਕੋਈ ਵੀ ਇਸ ਕਿਸਮ ਦਾ ਮਾਹੌਲ ਯੂਰਪ ਦੇ ਵਿੱਚ ਵੀ ਔਰ ਅਮਰੀਕਾ ਦੇ ਵਿੱਚ ਵੀ ਬਣ ਜਾਂਦਾ ਤੇ ਇਹ ਤਾਂ ਬੜਾ ਇਸ ਪਲੈਨਟ ਦੀ ਤਬਾਹੀ ਦਾ, ਔਰ ਇਕੱਲਾ ਇਹੀ ਨਹੀਂ ਉਸ ਖਿੱਤੇ ਦੇ ਵਿੱਚ ਵੀ, ਜਿਵੇਂ ਜਦੋਂ ਅੱਜ ਬਾਈਡਨ ਨੇ ਹਮਾਸ ਨੂੰ ਈਵਲ ਕਿਹਾ, ਇਜ਼ਰਾਈਲ ਦੇ ਨਾਲ ਖੜੇ ਹੋਣ ਦੀ ਗੱਲ ਕੀਤੀ, ਇਹਨੂੰ ਐਂਟੀ ਸੈਮਿਟਿਜ਼ਮ ਨਾਲ ਜੋੜਿਆ ਤੇ ਨਾਲ ਦੀ ਨਾਲ ਈਰਾਨ ਨੂੰ ਵੀ ਵਾਰਨਿੰਗ ਦਿੱਤੀ ਵੀ ਖਬਰਦਾਰ ਕੋਈ ਕੀਤਾ। ਹਾਲਾਂਕਿ ਇਜ਼ਰਾਈਲ ਔਰ ਅਮਰੀਕਾ ਇਸ ਪੱਖੋਂ ਅਜੇ ਥੋੜੇ ਸੇਫਲੀ ਵੀ ਚੱਲ ਰਹੇ ਨੇ। ਉਹਨਾਂ ਦਾ ਕਹਿਣਾ ਕਿ ਜੀ ਈਰਾਨ ਇਹਦੇ ਪਿੱਛੇ ਹੋ ਸਕਦਾ ਹੈ ਪਰ ਉਹਦੇ ਸਬੂਤ ਨਹੀਂ ਨੇ। ਮਤਲਬ ਇਹ ਹੈ ਕਿ ਉਹਨਾਂ ਨੇ ਡੋਰ ਓਪਨ ਰੱਖਿਆ ਹੋਇਆ ਵੀ ਸ਼ਾਇਦ ਉਹ ਇਸ ਨੂੰ ਨਾ ਕਰਨ, ਲੇਕਿਨ ਜਿਸ ਅੰਦਾਜ਼ ਦੇ ਵਿੱਚ ਨੈਤਨਯਾਹੂ ਦਾ ਪਾਸਟ ਹੈ ਜਾਂ ਜਿਵੇਂ ਉਹ ਖੁਦ ਘਿਰਿਆ ਹੋਇਆ ਜਾਂ ਕੁਝ ਵੀ ਜਿਹੜਾ ਇਸ ਲਾਈਨ ਦੇ ਉੱਤੇ ਹੋ ਸਕਦਾ ਹੈ। ਸੋ ਐਂਟਨੀ ਬਲਿੰਕਨ ਔਨ ਹਿਜ਼ ਵੇ ਟੂ ਇਜ਼ਰਾਈਲ, ਔਰ ਇਹ ਵੀ ਸਾਹਮਣੇ ਆਇਆ ਕਿ 11 ਯੂਨਾਈਟਿਡ ਨੇਸ਼ਨ ਸਟਾਫ ਦੇ ਬੰਦੇ ਵੀ ਗਾਜ਼ਾ ਦੇ ਵਿੱਚ ਮਾਰੇ ਗਏ ਨੇ ਔਰ ਉਹਨਾਂ ਦਾ ਗਾਜ਼ਾ ਦਾ ਇੱਕੋ ਇੱਕ ਪਾਵਰ ਸਟੇਸ਼ਨ ਜਿਹੜਾ ਉਹ ਸ਼ਟਡਾਊਨ ਹੈ, ਇਲੈਕਟ੍ਰਿਸਿਟੀ ਬੰਦ ਹੈ। ਇਸ ਲਈ ਈਵਨ ਹਸਪੀਟਲ ਜੋ ਵੈਸੇ ਹੀ ਬਿਜਲੀ ਤਾਂ ਪਹਿਲਾਂ ਹੀ ਕੱਟ ਦਿੱਤੀ ਗਈ ਸੀ ਔਰ ਮੈਡੀਸਨ, ਫੂਡ, ਫਿਊਲ, ਵਾਟਰ ਉਹ ਨਹੀਂ ਪਹੁੰਚ ਰਹੇ। ਔਰ ਯੂਨਾਈਟਿਡ ਨੇਸ਼ਨਸ ਦੇ ਸੈਕਟਰੀ ਜਨਰਲ ਐਂਟੋਨੀਓ ਗੁਟਰੇਸ ਨੇ ਇਹ ਕਿਹਾ ਕਿ ਐਸੈਂਸ਼ੀਅਲ ਸਪਲਾਈਜ਼ ਆਫ ਫੂਡ, ਫਿਊਲ ਐਂਡ ਵਾਟਰ should be allowed to reach civilians and said a rapid and unimpeded humanitarian access was needed। ਕਿ ਭਾਈ ਇਹ ਜਿਹੜਾ ਜ਼ਰੂਰ ਹੋਣਾ ਚਾਹੀਦਾ ਹੈ ਕਿ ਵੀ ਜਿਹੜੀਆਂ ਬੇਸਿਕ ਲੋੜ ਦੀਆਂ ਵਸਤੂਆਂ ਨੇ ਉਹ ਪਹੁੰਚਾਉਣ ਦਾ ਜਿਹੜਾ ਉਹ ਪਾਰਟ ਹੋਏ। ਫਿਰ ਉਹਨਾਂ ਨੇ ਨਾਲ ਦੀ ਨਾਲ ਇਹ ਜਿਹੜੀ ਡੀਟੇਲ ਇੰਟਰਨੈਸ਼ਨਲ ਮੀਡੀਆ 'ਚ ਹੈ ਕਿ ਵੀ ਆਲਮੋਸਟ 2.5 ਲੱਖ ਲੋਕ ਗਾਜ਼ਾ 'ਚੋਂ 2014 ਤੋਂ ਜਦੋਂ ਕਿ ਇਜ਼ਰਾਈਲ ਨੇ ਪਹਿਲਾ ਹੱਲਾ ਬੋਲਿਆ ਸੀ ਉਹ ਘਰੋਂ ਭੱਜੇ ਹੋਏ ਲੋਕ ਨੇ ਔਰ ਇਹ 4 ਲੱਖ ਜਿਹੜੇ ਨੇ ਇਜ਼ਰਾਈਲ ਦੇ ਇਸ ਅਟੈਕ ਦੇ ਨਾਲ ਜਿਹੜੇ ਨੇ ਉਹ ਅਪਰੂਟ ਹੋਏ ਨੇ। ਇਹ ਜਿਹੜੀ ਵਾਸਟ ਮੈਜੋਰਿਟੀ ਆ ਉਹਨਾਂ ਦੀ ਉਹ ਸਕੂਲਾਂ ਦੇ ਵਿੱਚ, ਜਿਹਨੂੰ ਯੂਨਾਈਟਿਡ ਨੇਸ਼ਨਸ ਦੀ ਏਜੰਸੀ ਹੈ ਫਾਰ ਫਲਸਤੀਨੀਅਨ ਰਿਫਿਊਜੀਜ਼ ਰਨ ਕਰ ਰਹੀ, ਉਹਦੇ 'ਚ ਬੈਠੇ ਹੋਏ ਨੇ ਔਰ ਹੁਣ ਈਵਨ ਉਹਨਾਂ ਦੀ ਵੀ ਵਾਟਰ ਔਰ ਸੈਨੀਟੇਸ਼ਨ ਸਾਈਟ ਕੱਟ ਆਫ ਨੇ ਔਰ ਇਸ ਵੇਲੇ 4 ਲੱਖ ਲੋਕਾਂ ਨੂੰ ਮਦਦ ਦੀ ਲੋੜ ਹੈ। ਔਰ ਇਹ ਵੀ ਵਾਈਟ ਹਾਊਸ ਕੁਆਇਟਲੀ ਕਹਿ ਰਿਹਾ ਹੈ ਇਜ਼ਰਾਈਲ ਨੂੰ ਕਿ ਵੀ ਕੁਛ ਜਿੰਨੇ ਵੀ ਗਾਜ਼ਾ ਦੇ ਸਿਵਿਲੀਅਨ ਨੇ ਉਹਨਾਂ ਨੂੰ ਇਜਿਪਟ ਰਾਹੀਂ ਜਾਂ ਦੂਜੇ ਰਾਹੀਂ ਥੋੜ੍ਹਾ ਬਹੁਤ ਉਸ ਤੋਂ ਬਾਹਰ ਕੱਢਿਆ ਜਾਏ, ਪਰ ਇਸ ਦੇ ਉੱਤੇ ਕੋਈ ਬਹੁਤੀ ਆਸ ਨਹੀਂ ਹੈ ਵੀ ਕਿਸ ਪਾਸੇ ਜਾਏਗਾ। ਇਜ਼ਰਾਈਲ ਨੇ ਆਪੋਜੀਸ਼ਨ ਪਾਰਟੀਆਂ ਨੂੰ ਵੀ ਮਿਲਾ ਕੇ ਨੈਸ਼ਨਲ ਗਵਰਨਮੈਂਟ ਬਣਾਉਣ ਦੀ ਜਿਹੜੀ ਪ੍ਰਪੋਜ਼ਲ ਸੀ ਉਸ ਨੂੰ ਅੱਗੇ ਤੋਰਿਆ। ਹੁਣ ਗੱਲ ਭਾਰਤ ਦੀ ਕਰੀਏ। ਭਾਰਤ ਇਹਦੇ 'ਚ ਕੋਈ ਸ਼ੱਕ ਨਹੀਂ ਕਿ ਈਵਨ ਅਮਰੀਕਾ ਤੋਂ ਵੀ ਪਹਿਲਾਂ ਸ਼ਾਇਦ, ਜਾਂ ਅਮਰੀਕਾ ਦੇ ਨਾਲ ਨਾਲ ਹੀ ਮੋਦੀ ਪਹਿਲਾ ਸੀ ਜਿਹਨੇ ਨੈਤਨਯਾਹੂ ਨੂੰ ਕਾਲ ਕਰਕੇ ਉਹਨੇ ਕਿਹਾ ਸੀ ਜੀ ਸਾਡੀ ਬਲਾਈਂਡ ਸਪੋਰਟ। ਫਿਰ ਪਿਛਲੇ ਕੱਲ ਨੈਤਨਯਾਹੂ ਨੇ ਦੁਬਾਰਾ ਮੋਦੀ ਨੂੰ ਕਾਲ ਕਰਕੇ ਜਿਹੜਾ ਹੈ ਉਹ ਅਪਡੇਟ ਦਿੱਤੀ। ਸੋ ਇਸ ਦੇ ਨਾਲ ਨਾਲ ਅਸੀਂ ਦੇਖਦੇ ਹਾਂ ਕਿ ਭਾਰਤ ਦੇ ਵਿੱਚ ਜਿਹੜਾ ਹਿੰਦੂਤਵੀ ਲੌਬੀ ਜਾਂ ਦੂਜਾ, ਇੱਕ ਪਾਸੇ ਤਾਂ ਫੇਕ ਨਿਊਜ਼ ਦੀ ਗੱਲ ਇਸ ਲੈਵਲ ਤੇ ਪਹੁੰਚੀ ਹੋਈ ਹੈ ਔਰ ਇਹਨੂੰ ਈਵਨ ਜਿਵੇਂ ਮੈਂ ਕਿਹਾ ਵੀ ਯੂਰਪੀਅਨ ਯੂਨੀਅਨ ਟੈਲਸ ਮੈਟਾ ਟੂ ਕ੍ਰੈਕ ਡਾਊਨ ਔਨ ਇਜ਼ਰਾਈਲ ਹਮਾਸ ਡਿਸਇਨਫੋ, ਕਿ ਇਹ ਜਿਹੜੀ ਡਿਸਇਨਫੋਰਮੇਸ਼ਨ ਚੱਲ ਰਹੀ ਹੈ ਉਹ ਦੋਨੋਂ ਧਿਰਾਂ ਵੱਲੋਂ ਹੀ ਹੈ। ਹਮਾਸ ਦੀਆਂ ਜਿਹੜੀਆਂ ਸਪੋਰਟਿੰਗ ਧਿਰਾਂ ਨੇ ਉਹ ਵੀ ਇਸ ਕਿਸਮ ਦੀਆਂ ਵੀਡੀਓਜ਼, ਬਿਆਨਬਾਜ਼ੀਆਂ, ਫਲਾਣੀ ਥਾਂ ਇੰਨੇ ਬੱਚੇ ਮਾਰਤੇ, ਇੰਨਾ ਹੋਇਆ, ਮੁੜ ਕੇ ਉਹਨੂੰ ਸਬਸਟੈਂਸ਼ੀਏਟ ਹੀ ਨਹੀਂ ਕੀਤਾ ਜਾਂਦਾ। ਇਜ਼ਰਾਈਲ ਦੀ ਆਰਮੀ ਵੱਲੋਂ ਵੀ ਕੋਈ ਨਾ ਕੋਈ ਪਹਿਲਾਂ ਨਿਊਜ਼ ਲੀਕ ਕਰ ਦਿੱਤੀ ਜਾਂਦੀ ਹੈ, ਜਿਵੇਂ ਕੱਲ ਕੀਤੀ ਗਈ ਇਸ ਕਿਸਮ ਦੀ, ਬਾਅਦ 'ਚ ਜਦੋਂ ਕਨਫਰਮ ਨਹੀਂ ਹੁੰਦੀ ਉਹਨੂੰ ਡਿਨਾਈ ਕਰ ਦਿੱਤਾ ਜਾਂਦਾ। ਸੋ ਯੂਰਪੀਅਨ ਯੂਨੀਅਨ ਨੇ ਇਸ ਦੇ ਉੱਤੇ ਜਿਹੜਾ ਕਾਫੀ ਸਖਤ ਲਾਈਨ ਲਈ ਹੈ
ਔਰ ਐਲਨ ਮਸਕ ਨੂੰ ਵੀ ਔਰ ਮਾਰਕ ਜ਼ਕਰਬਰਗ ਨੂੰ ਵੀ ਵਾਰਨਿੰਗ ਦਿੱਤੀ ਹੈ ਕਿ ਵੀ ਇਹ ਹਟਾਓ, ਕਿਉਂਕਿ ਇਹ ਦੋਨੋਂ ਵੀ ਪੈਸੇ ਬਣਾਉਣ ਤੇ ਲੱਗੇ ਹੋਏ ਨੇ। ਇਹਨੇ ਬਲੂ ਟਿਕ ਰੱਖਿਆ ਨਾਲ ਐਲਨ ਮਸਕ ਨੇ, ਹੁਣ ਪੇ ਕਰਨਾ ਪੈਂਦਾ ਜਿਹੜੇ ਬਲੂ ਟਿਕ ਵਾਲਿਆਂ ਨੂੰ, ਤੇ ਜਿਹੜੇ ਉਹਦੇ ਤੇ ਪੋਸਟ ਕਰਦੇ ਨੇ ਉਹ ਅਨਚੈੱਕਡ ਚਲਾ ਜਾਂਦਾ। ਜੇ ਹੁਣ ਉਹੀ ਮਿਸ ਇਨਫੋਰਮੇਸ਼ਨ ਦੀ ਖਬਰ 72 ਘੰਟੇ ਰਹੀ ਤੇ ਲੱਖਾਂ ਨਹੀਂ ਕਰੋੜਾਂ ਲੋਕਾਂ ਤੱਕ ਪਹੁੰਚ ਗਈ, ਔਰ ਉਸ ਤੋਂ ਬਾਅਦ ਜੇ ਤੁਸੀਂ ਉਹਨੂੰ ਹਟਾ ਵੀ ਲਿਆ, ਆਲਰੇਡੀ ਮਿਸ ਇਨਫੋਰਮੇਸ਼ਨ ਇਸ ਵੇਲੇ ਦੋਨੋਂ ਪਾਸਿਓਂ ਚੱਲ ਰਹੀ ਹੈ। ਔਰ ਇਸ ਦੇ ਚਲਦਿਆਂ ਹਿੰਦੂ ਤਵੀਆਂ ਵੱਲੋਂ ਇਸ ਕਿਸਮ ਦੀਆਂ ਪੋਸਟਾਂ ਵੀ ਕੋਈ ਆਫਰ ਕਰ ਰਿਹਾ ਕਿ ਜੀ ਮੇਰਾ ਨਾਮ ਫਲਾਣਾ ਠਾਕੁਰ ਹੈ, ਮੈਂ ਇੰਨਾ ਮੇਰਾ ਕੱਦ ਹੈ ਔਰ ਮੈਂ ਇਜ਼ਰਾਈਲੀ ਫੌਜ 'ਚ ਜਿਹੜਾ ਉਹ ਭਰਤੀ ਹੋਣ ਲਈ ਤਿਆਰ ਹੈ, ਅਸੀਂ ਇਹਨਾਂ ਨੂੰ ਮੁਸਲਮਾਨਾਂ ਨੂੰ ਸਬਕ ਸਿਖਾਉਣਾ ਹੈ, ਔਰ ਇਹ ਉਹ ਇਸ ਕਿਸਮ ਦੀ ਨਫ਼ਰਤ। ਔਰ ਦਿਲਚਸਪ ਗੱਲ ਇਹ ਹੈ ਕਿ ਇਸ ਕਿਸਮ ਦੇ ਬਹੁਤਿਆਂ ਦੇ ਪ੍ਰੋਫਾਈਲ ਤੇ ਹਿਟਲਰ ਦੀ ਫੋਟੋ ਲੱਗੀ ਹੋਈ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ, ਔਰ ਅਸੀਂ ਅੱਗੇ ਵੀ ਇਸ ਦੇ ਉੱਤੇ ਸਵਾਲ ਚੁੱਕਿਆ ਸੀ, ਔਰ ਉਹ ਆਪਣੇ ਪੂਰੇ ਭਲਵਾਨ ਬਣ ਕੇ ਜਿਵੇਂ ਉਹ ਤੇਲ ਮਲ ਕੇ ਉਹਦੇ 'ਚ ਅਖਾੜੇ 'ਚ ਉਤਰਨ ਵਾਂਗ ਹੁੰਦਾ ਹੈ ਕਿ ਜੀ ਇੰਡੀਆ ਨੇ ਆਪਰੇਸ਼ਨ ਅਜੇ ਟੂ ਬ੍ਰਿੰਗ ਬੈਕ ਇੰਡੀਅਨਸ ਫਰੋਮ ਇਜ਼ਰਾਈਲ, ਕਿ ਜਿਹੜੇ ਭਾਰਤੀ ਇਜ਼ਰਾਈਲ 'ਚ ਫਸੇ ਨੇ ਉਹਨਾਂ ਦੇ ਜਹਾਜ਼ 'ਚ ਤੁਸੀਂ ਆਪਰੇਸ਼ਨ ਅਜੇ, ਜਿਵੇਂ ਤੁਸੀਂ ਬੜੀਆਂ ਮਿਜ਼ਾਈਲਾਂ ਦਾਗਣੀਆਂ, ਉਹ ਹਰ ਚੀਜ਼ ਨੂੰ ਇੱਕ ਇਸ ਕਿਸਮ ਦਾ ਨਾਂ ਦਿਓ, ਫਿਰ ਉਹਨੂੰ ਪ੍ਰਚਾਰੋ, ਫਿਰ ਉਹ ਜਿੰਨੇ ਕੁ 200-400 ਉੱਥੋਂ ਲਿਆਉਣਗੇ ਉਹਨੇ ਕਿਹਾ ਜੀ ਮੋਦੀ ਜੀ ਕੀ ਜੈ, ਦੇਖੋ ਕਿਵੇਂ ਸੇਫਲੀ ਕੱਢ ਕੇ ਲੈ ਆਉਂਦੇ। ਲੇਕਿਨ ਜਿਹੜੀ ਦੂਸਰੀ ਇਹਨਾਂ ਦੀ ਬਿਲਕੁਲ ਜਿਸ ਨੂੰ ਹਿਪੋਕਰੇਸੀ ਦੀ ਸਿਖਰ ਹੈ, ਆਲਮੋਸਟ ਇਹ ਜਿਹੜਾ ਸਾਲ ਹੈ ਅਗਲਾ, ਇਹ RSS ਦੇ 100 ਸਾਲ ਪੂਰੇ ਹੋਣ ਦਾ ਸਾਲ ਹੋਣਾ, 2024 ਤੋਂ ਸੈਲੀਬ੍ਰੇਸ਼ਨ ਇਹਨਾਂ ਨੇ ਸ਼ੁਰੂ ਕਰਨੀ। ਔਰ ਜਿਨ੍ਹਾਂ ਨੂੰ RSS ਦੀ ਫਾਊਂਡੇਸ਼ਨ ਦਾ ਪਤਾ ਹੈ, ਡਾਕਟਰ ਹੈਡਗਵੇਅਰ, ਔਰ ਫਿਰ ਲੰਬਾ ਵਕਤ ਡਾਕਟਰ ਮਿਸਟਰ ਗੋਲਵਲਕਰ ਜਿਹਨੂੰ ਗੁਰੂ ਜੀ ਇਹ ਕਹਿੰਦੇ ਨੇ, ਉਹਦੀ ਤੁਸੀਂ ਅੱਜ ਵੀ ਬੰਚ ਆਫ ਥਾਟਸ ਪੜ੍ਹ ਲਓ, ਗੋਲਵਲਕਰ ਦੀ, ਹੈਡਗਵੇਅਰ ਦੀ ਪੜ੍ਹ ਲਓ, ਕਿਉਂਕਿ 1920 ਦੇ ਵਿੱਚ ਨਾਜ਼ੀ ਪਾਰਟੀ ਹਿਟਲਰ ਦੇ ਥੱਲੇ ਉਹਦਾ ਉਦੈ ਹੋ ਗਿਆ ਸੀ, ਰਾਈਜ਼ ਹੋ ਗਿਆ ਸੀ। 1930 'ਚ ਇਹਨਾਂ ਦੇ ਕੋਲ ਪਾਵਰ ਆਈ, ਔਰ ਉਸ ਪੀਰੀਅਡ ਦੇ ਵਿੱਚ ਹੀ ਜਿਹੜੀ ਫਿਲਾਸਫੀ ਨਾਜ਼ੀ ਪਾਰਟੀ ਦੀ ਸਵਸਤਕਾ ਉਹਨਾਂ ਦੀ ਪਾਰਟੀ ਦਾ ਚਿੰਨ੍ਹ ਸੀ, ਔਰ ਜਿਹੜੀ ਰੇਸ ਨਸਲਵਾਦ ਜਿਹੜਾ ਬਿਲਕੁਲ ਬ੍ਰਾਹਮਣਵਾਦ ਜਿਹੜਾ ਸਭ ਤੋਂ ਪੁਰਾਣਾ ਅਪਾਰਥਾਈਡ ਹੈ ਉਹਦੇ ਨਾਲ ਜਾ ਕੇ ਲੱਗਦਾ ਹੈ, ਉਸ ਦੇ ਮੁਤਾਬਕ ਉਹ ਇਹ ਕਹਿ ਰਹੇ ਸੀ ਕਿ ਸਾਡੀਆਂ ਸਾਰੀਆਂ ਜਿਹੜੀਆਂ ਇੱਥੇ ਮੁਸ਼ਕਲਾਂ ਨੇ ਜਰਮਨੀ ਦੀਆਂ, ਉਹਦਾ ਕਾਰਨ ਇਹ ਯਹੂਦੀ ਨੇ, ਔਰ ਇਹਨਾਂ ਨੂੰ ਦਾ ਜਿਹੜਾ ਸਫਾਇਆ ਹੋਣਾ ਜ਼ਰੂਰੀ ਹੈ। ਔਰ ਇਹੀ ਜਿਹੜਾ ਉਸ ਦੀ ਕਿਤਾਬ ਦੇ ਇਸ ਵਰਕੇ ਨੂੰ ਹੀ ਹੈਡਗਵੇਅਰ ਔਰ ਗੋਲਵਲਕਰ ਦੁਹਰਾ ਰਹੇ ਸੀ, ਔਰ ਅੱਜ ਵੀ ਬੰਚ ਆਫ ਥਾਟਸ ਨੂੰ ਦੇਖਿਆ ਜਾ ਸਕਦਾ ਹੈ ਕਿ ਜੋ ਹੱਲ ਯਹੂਦੀਆਂ ਦਾ ਹਿਟਲਰ ਨੇ ਕੱਢਿਆ, ਇਹੀ ਹੱਲ ਭਾਰਤ ਦੇ ਵਿੱਚ ਘੱਟ ਗਿਣਤੀਆਂ ਖਾਸ ਤੌਰ ਤੇ ਮੁਸਲਮਾਨਾਂ ਤੇ ਈਸਾਈਆਂ ਨਾਲ ਨਿਬੜਨ ਦਾ। ਸਿੱਖਾਂ ਬਹੁਤੀਆਂ ਜੈਨੀਆਂ ਨੂੰ ਤਾਂ ਉਹ ਮੰਨਦੇ ਹੀ ਹਿੰਦੂ ਸੀ, ਇਸ ਲਈ ਉਹਨਾਂ ਬਾਰੇ ਇਸ ਕਿਸਮ ਦਾ ਕੋਈ ਨਹੀਂ ਸੀ, ਲੇਕਿਨ ਅੱਜ ਅਸੀਂ ਦੇਖਿਆ ਵੀ ਨੀਤੀ ਤਾਂ ਉਹੀ ਹੈ ਜੋ ਮੁਸਲਮਾਨਾਂ ਔਰ ਈਸਾਈਆਂ ਲਈ। ਹੁਣ ਹਿਟਲਰ ਨੂੰ ਈਵਨ ਜਿਹੜਾ ਇਹਨਾਂ ਦਾ ਸਭ ਤੋਂ ਵੱਡਾ ਐਲਾਈ ਜਿਹੜਾ ਬਾਲ ਠਾਕਰੇ ਸ਼ਿਵ ਸੈਨਾ ਵਾਲਾ, ਉਹਨੂੰ ਤਾਂ ਉਹ ਤਾਂ ਕਹਿੰਦਾ ਹੀ ਸੀ ਵੀ ਮੇਰਾ ਆਈਡਲ ਹਿਟਲਰ ਹੈ, ਔਰ ਹਿਟਲਰ ਦੇ ਉੱਤੇ ਇਹਨਾਂ ਨੇ ਈਵਨ ਨਾਗਪੁਰ ਦੇ ਵਿੱਚ ਵੀ ਕੁਝ ਥਾਵਾਂ ਦੇ ਨਾਂ ਰੱਖੇ ਹੋਏ ਨੇ। ਹਿਟਲਰ ਦੀ ਪ੍ਰੋਫਾਈਲ, ਇਹਨਾਂ ਨੂੰ ਕਿਸੇ ਵੀ RSS ਵਾਲੇ ਨੂੰ ਹਿਟਲਰ ਦੇ ਖਿਲਾਫ ਕੁਝ ਨਹੀਂ ਕਹਿੰਦੇ, ਰਾਦਰ ਉਹ ਇਹਨਾਂ ਦਾ ਆਈਕਨ ਹੈ। ਹੁਣ ਦੇਖਣ ਵਾਲੀ ਗੱਲ ਇਹ ਹੈ, ਪਹਿਲਾਂ ਤਾਂ ਇਹਨਾਂ ਜੇ ਅਸੀਂ ਇਜ਼ਰਾਈਲ ਦੇ ਪੱਖ ਤੋਂ ਜਾਂ ਖਾਸ ਤੌਰ ਤੇ ਇਨ ਜਨਰਲ ਯਹੂਦੀਆਂ ਦੇ ਪੱਖ ਤੋਂ ਦੇਖੀਏ ਕਿ ਵੀ ਤੁਸੀਂ ਉਹਨਾਂ ਦੇ ਨਾਲ ਆਪਣਾ ਅਲਾਇੰਸ ਬਣਾਇਆ ਜਾਂ ਉਹਨਾਂ ਨੂੰ ਆਪਣੇ ਐਲਾਈ ਸਮਝਦੇ ਹੋ ਜਾਂ ਕਹਿੰਦੇ ਹੋ, ਜਿਹੜੇ ਉਸ ਵਿਚਾਰਧਾਰਾ ਦੇ ਹਾਮੀ ਨੇ, ਉਸ ਜਿਹੜਾ ਹਿਟਲਰ ਮੋਸਟ ਹੇਟਡ ਪਰਸਨ ਹੈ, ਰਾਈਟਲੀ ਸੋ, ਔਰ ਈਵਨ ਅੱਜ ਵੀ ਯੂਰਪ ਦੇ ਵਿੱਚ ਜੇ ਕੋਈ ਇਹ ਕਹਿੰਦਾ ਵੀ ਹੋਲੋਕਾਸਟ ਨਹੀਂ ਹੋਈ ਜਾਂ ਕੋਈ ਯਹੂਦੀਆਂ ਪ੍ਰਤੀ ਕੋਈ ਨੈਗੇਟਿਵ ਗੱਲ ਕਰਦਾ ਤੇ ਉਹ ਉਵੇਂ ਹੀ ਕ੍ਰਾਈਮ ਦੇ ਦਾਇਰੇ 'ਚ ਆਉਂਦਾ ਜਿਵੇਂ ਭਾਰਤ ਦੇ ਵਿੱਚ ਜਿਹੜਾ ਜੇ ਕੋਈ ਜਾਤੀ ਸੂਚਕ ਲਫ਼ਜ਼ ਕਿਸੇ ਸ਼ਡਿਊਲ ਕਾਸਟ, ਬੈਕਵਰਡ ਕਲਾਸ ਜਾਂ ਉਹਨਾਂ ਨੂੰ ਕਹੇ ਤੇ ਉਹ ਕੇਸ ਰਜਿਸਟਰ ਹੁੰਦਾ। ਯੂਰਪ ਦੇ ਵਿੱਚ ਹੋਲੋਕਾਸਟ ਵੀ ਨਹੀਂ ਹੋਈ ਇਹ ਕਹਿਣਾ ਵੀ ਜੁਰਮ ਹੈ, ਔਰ ਕਿਸੇ ਦੇ ਖਿਲਾਫ ਈਵਨ ਜੇ ਤੁਸੀਂ ਕਿਸੇ ਲਈ ਉਹ ਲਫ਼ਜ਼ ਵੀ ਇਸਤੇਮਾਲ ਕਰੋ ਜਿਹੜਾ ਐਂਟੀ ਸੈਮਿਟਿਜ਼ਮ ਦੇ ਖਾਤੇ 'ਚ ਆਉਂਦਾ ਤੇ ਉਹ ਵੀ ਕ੍ਰਾਈਮ ਹੈ, ਉਹ ਵੀ ਕੋਰਟ ਕੇਸ ਜਿਹੜਾ ਉਹ ਪੁਲਿਸ ਕੇਸ ਬਣਦਾ ਯੂਰਪ ਦੇ ਵਿੱਚ, ਜਿੱਥੇ ਫਰੀडम ਆਫ ਐਕਸਪ੍ਰੈਸ਼ਨ ਔਰ ਦੂਸਰੀਆਂ ਚੀਜ਼ਾਂ ਨੇ। ਹੁਣ ਇਹਨਾਂ ਦੇ ਚੱਲਦੇ ਆ ਜਿਨ੍ਹਾਂ ਦਾ ਆਈਡਲ ਹੀ ਜਾਂ ਆਈਕਨ ਹੀ ਹਿਟਲਰ ਹੈ, ਉਹਨਾਂ ਦੀ ਸਾਂਝ ਕਿ ਉਹ ਤਾਂ ਯਹੂਦੀਆਂ ਦੀ ਵਾਈਪ ਆਊਟ ਦਾ ਮਸਲਾ ਕਹਿੰਦਾ, ਤੇ ਅੱਜ ਜਦੋਂ ਇਹ ਕਹਿੰਦੇ ਨੇ ਜੀ ਅਸੀਂ ਜਾ ਕੇ ਇਜ਼ਰਾਈਲ ਦੀ ਫੌਜ 'ਚ ਭਰਤੀ ਹੋਣਾ, ਤੇ ਉਹ ਜਿਵੇਂ ਅੱਜ ਇੱਕ ਜਰਨਲਿਸਟ ਕਹਿ ਰਿਹਾ ਸੀ ਘੱਟੋ ਘੱਟ
ਆਪਣੇ ਪ੍ਰੋਫਾਈਲ ਤੋਂ ਹਿਟਲਰ ਦੀ ਫੋਟੋ ਹੀ ਹਟਾ ਦਿਓ ਕਿ ਵੀ ਤੁਸੀਂ ਕੀ। ਸੋ ਇਹ ਹੈ ਜਦੋਂ ਅਸੀਂ ਹਿਪੋਕ੍ਰੇਸੀ ਦੀ ਸਿਖਰ ਕਹਿੰਦੇ ਹਾਂ, ਕੋਈ ਨਾ ਸਿਰਫ ਮਕਸਦ ਇਹੀ ਹੈ ਕਿਉਂਕਿ ਜਿਹੜੀ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਹੈ, ਜਿਸ ਦੇ ਉੱਤੇ ਸਾਰੀ ਪੋਲਰਾਈਜੇਸ਼ਨ RSS ਨੇ ਭਾਰਤੀ ਲੋਕਾਂ ਦੀ ਕੀਤੀ ਹੈ, ਔਰ ਉਸ ਦੇ ਉੱਤੇ ਹੁਣ ਉਹਨਾਂ ਨੂੰ ਮਸਲਾ ਤਾਂ ਕੋਈ ਮਿਲ ਨਹੀਂ ਰਿਹਾ ਵੀ 2024 ਦੀਆਂ ਇਲੈਕਸ਼ਨਾਂ 'ਚ ਕੀ ਕਰਨਾ ਹੈ। ਸੋ ਇਸ ਵੇਲੇ ਇਵੇਂ ਲੱਗਦਾ ਕਿ ਵੀ ਜਿਵੇਂ ਉਹੀ ਸਾਰੇ ਉਸ ਜੰਗ ਨੂੰ ਲੜ ਰਹੇ ਨੇ ਔਰ ਇਜ਼ਰਾਈਲ ਨੂੰ ਆਫਰ ਕਰ ਰਹੇ ਨੇ, ਦੱਸੋ ਅਸੀਂ ਕੀ ਕਰ ਸਕਦੇ ਹਾਂ, ਤੁਸੀਂ ਦੂਰ ਕਾਹਨੂੰ ਜਾਣਾ, ਤੁਸੀਂ ਚੀਨ ਨੇ ਇਹ ਸਾਰੇ ਖਾਕੀ ਨਿਕਰਾਂ ਵਾਲੇ ਨਾ, ਇਹਨਾਂ ਨੂੰ ਤੁਸੀਂ ਗਲਵਾਨ ਭੇਜ ਦਿਓ, ਉੱਥੇ ਪੈਂਗੋਂਗ ਸੋ ਲੇਕ ਭੇਜ ਦਿਓ, ਡੈਪਸੋਂਗ ਭੇਜ ਦਿਓ ਕਿ ਆ ਜਿਹੜਾ 4000 ਸਕੁਅਰ ਮਾਈਲ ਟੈਰੀਟਰੀ ਤੁਸੀਂ ਗਵਾਈ ਹੈ ਪਿਛਲੇ 2-3 ਸਾਲਾਂ 'ਚ, ਆਹੀ ਵਾਪਸ ਲੈ ਲਓ। ਬਿਲਕੁਲ, ਹੋਰ ਨਹੀਂ ਹੈ ਤਾਂ ਇੱਥੇ ਹੀ ਭੇਜ ਦਿਓ, ਲਾਈਨ ਆਫ ਕੰਟਰੋਲ ਤੇ ਹੀ ਭੇਜ ਦਿਓ, ਉਹਨਾਂ ਨੂੰ ਪਾਕਿਸਤਾਨ ਦੇ ਬਰਾਬਰ ਖੜੇ ਕਰ ਦਿਓ, ਉਹਨਾਂ ਨੂੰ ਕਹੋ ਜੀ ਜਾਓ ਤੁਸੀਂ ਭਾਰਤ ਮਾਤਾ ਦੇ ਸਪੂਤ। ਸੋ ਕਹਿਣ ਦਾ ਮਤਲਬ ਇਹੀ ਹੈ ਕਿ ਵੀ ਇਸ ਵੇਲੇ ਦੁਨੀਆ ਦੇ ਵਿੱਚ ਇੱਕ ਪਾਸੇ ਬੇਗੁਨਾਹ ਦਾ ਖੂਨ ਡੁੱਲ ਰਿਹਾ, ਅੱਛਾ, ਉਹ ਫਲਸਤੀਨੀ ਹੋਣ, ਯਹੂਦੀ ਹੋਣ, ਬੱਚੇ ਬੱਚੀਆਂ ਬੀਬੀਆਂ ਕਿਸ ਹਾਲ 'ਚ ਨੇ, ਲੇਕਿਨ ਦੂਸਰੇ ਪਾਸੇ ਕਿਵੇਂ ਗੰਦੀ ਸਿਆਸਤ, ਉਹੀ ਪੋਲਰਾਈਜੇਸ਼ਨ। ਔਰ ਜਿਵੇਂ ਅਸੀਂ ਕੱਲ ਵੀ ਇਹ ਕਿਹਾ ਸੀ ਕਿ ਅਲਟੀਮੇਟਲੀ ਇੱਕ ਤਾਂ ਕੰਡੈਮਨੇਸ਼ਨ ਹੈ ਕਿ ਜੀ ਦਹਿਸ਼ਤਗਰਦੀ ਬਹੁਤ ਮਾੜੀ, ਵਾਕਈ ਮਾੜੀ ਹੈ ਦਹਿਸ਼ਤਗਰਦੀ, ਪਰ ਗੱਲ ਇਹ ਹੈ ਵੀ ਜੇ ਸਿਆਸੀ ਤੌਰ ਤੇ ਉਹਦਾ ਕੋਈ ਸੋਲੂਸ਼ਨ ਨਹੀਂ ਹੋਏਗਾ ਤੇ ਫਿਰ ਇਹ ਇੱਕ ਫਲੇਅਰ ਅਪ ਹੋ ਕੇ ਹਟ ਜਾਏਗਾ। ਉਹਨਾਂ ਨੇ 1000 ਮਾਰਿਆ, ਹਮਾਸ ਨੇ 20,000 ਮਾਰ ਦੇਣਗੇ, ਬੇਕਰੇਗਾ, ਫਿਰ 5-7-10 ਸਾਲ ਬਾਅਦ ਕੁਝ ਹੋਰ ਨਿਕਲ ਆਏਗਾ ਕਿਉਂਕਿ ਇਹੀ 75 ਸਾਲ ਦੀ ਕਹਾਣੀ ਹੈ। ਸੋ ਅਸੀਂ ਸਮਝਦੇ ਹਾਂ ਵੀ ਇਹੀ ਸਿਚੁਏਸ਼ਨ ਜਿਹੜੀ 1980ਵਿਆਂ 'ਚ ਜਦੋਂ ਸਿੱਖ ਮਾਰੇ ਜਾ ਰਹੇ ਸੀ ਝੂਠੇ ਪੁਲਿਸ ਮੁਕਾਬਲਿਆਂ 'ਚ, ਸਰਕਾਰੀ ਨੀਤੀ ਉਸ ਲਾਈਨ ਤੇ ਸੀ ਤੇ ਕਿਸੇ ਸਿਆਣੇ ਨੇ ਇਹ ਕਿਹਾ ਸੀ ਕਿ ਲੋਕ ਲਾਸ਼ਾਂ ਗਿਣ ਰਹੇ ਨੇ, ਇਹ ਵੋਟਾਂ ਗਿਣ ਰਹੇ ਨੇ। ਅੱਜ ਇਹੀ ਗੰਦੀ ਸਿਆਸਤ ਫੇਰ ਇਸ ਖੂਨ ਖਰਾਬੇ ਲਈ ਜ਼ਿੰਮੇਵਾਰ ਹੈ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋਥਲੈਂਡ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰ ਦਈਏ, ਵਿਊਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਾਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਆ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv। ਅੱਜ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ, ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ, ਗੱਲਬਾਤ ਕਰਨ ਜਾ ਰਹੇ ਕਿ ਮੀਡੀਆ ਰਿਪੋਰਟਾਂ ਅਨੁਸਾਰ ਕੈਨੇਡਾ ਦੀ ਫੋਰਨ ਮਿਨਿਸਟਰ ਮੈਲਨੀ ਜੋਲੀ ਨੇ ਭਾਰਤ ਦੇ ਵਿਦੇਸ਼ ਮੰਤਰੀ ਐਸ ਜੈ ਸ਼ੰਕਰ ਨਾਲ ਵਾਸ਼ਿੰਗਟਨ DC ਵਿੱਚ ਇੱਕ ਗੁਪਤ ਮੀਟਿੰਗ ਕੀਤੀ ਸੀ। ਭਾਰਤੀ ਵਿਦੇਸ਼ ਮੰਤਰੀ 27 ਤੋਂ 30 ਸਤੰਬਰ ਤੱਕ ਵਾਸ਼ਿੰਗਟਨ DC ਸਨ। ਸੋ ਇਸ ਗੁਪਤ ਮੀਟਿੰਗ ਵਿੱਚੋਂ ਕੀ ਨਿਕਲਿਆ ਇਸ ਦਾ ਤਾਂ ਪਤਾ ਨਹੀਂ, ਪਰ ਜਿਨ੍ਹਾਂ 41 ਕੈਨੇਡੀਅਨ ਡਿਪਲੋਮੈਟਾਂ ਨੂੰ 10 ਅਕਤੂਬਰ ਤੱਕ ਭਾਰਤ ਛੱਡਣ ਦਾ ਹੁਕਮ ਦਿੱਤਾ ਗਿਆ ਸੀ, ਉਹ ਅਜੇ ਵੀ ਭਾਰਤ ਵਿੱਚ ਹੀ ਹਨ। ਸੋ ਕੀ ਪਰਦੇ ਵਿੱਚ ਕੋਈ ਗੁਪਤ ਸਮਝੌਤਾ ਹੋ ਰਿਹਾ ਹੈ? ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਬੇਸ਼ੱਕ ਮਿਡਲ ਈਸਟ ਦੀ ਸਿਚੁਏਸ਼ਨ ਨੇ ਜਿਹੜਾ ਭਾਰਤ ਦਾ ਟਰਾਂਸਨੈਸ਼ਨਲ ਰਿਪਰੈਸ਼ਨ ਵਾਲਾ ਉਜਾਗਰ ਹੋ ਰਿਹਾ ਚਿਹਰਾ ਸੀ, ਉਸ ਨੂੰ ਥੋੜਾ ਜਿਹਾ ਉਸ ਖਬਰ ਨੂੰ ਪਿੱਛੇ ਧੱਕਿਆ, ਲੇਕਿਨ ਫਿਰ ਵੀ ਕਿਉਂਕਿ ਜਿਹੜੀ ਡਿਪਲੋਮੈਟਿਕ ਟਿਫ ਆਫ ਹੈ ਉਹ ਵੀ ਜਾਰੀ ਹੈ। ਔਰ ਇਸ ਸਾਰੇ ਪੀਰੀਅਡ ਦੇ ਵਿੱਚ ਸਪਟੈਂਬਰ 18 ਤੋਂ ਹੁਣ ਤੱਕ ਕੀ ਹੋਇਆ ਅਸੀਂ ਸਿਲਸਿਲੇਵਾਰ ਗੱਲ ਵੀ ਕਰਦੇ ਰਹੇ। ਔਰ ਇਸ ਦਾ ਇੱਕ ਇੰਕਸ਼ਾਫ ਅੱਜ ਫਾਈਨੈਂਸ਼ੀਅਲ ਟਾਈਮਸ ਜਿਹੜੀ ਇੰਟਰਨੈਸ਼ਨਲ ਰੈਪਿਊਟ ਦੀ ਪਬਲੀਕੇਸ਼ਨ ਹੈ, ਔਰ ਇਹਨਾਂ ਦੇ ਜਿਹੜੇ ਨੇ ਇਨਰ ਸੋਰਸ ਹੁੰਦੇ ਨੇ ਮੀਡੀਆ ਦੇ,
ਉਹਨੇ ਫਾਈਨੈਂਸ਼ੀਅਲ ਟਾਈਮਸ ਨੇ ਖਬਰ ਦਿੱਤੀ, ਜਿਸ ਤੋਂ ਬਾਅਦ ਫਿਰ ਬਾਕੀ ਦੁਨੀਆ ਦੇ ਮੀਡੀਆ ਨੇ, ਇੰਡੀਅਨ ਮੀਡੀਆ ਨੇ ਔਰ ਦੂਸਰਿਆਂ ਨੇ ਵੀ ਚੁੱਕਿਆ ਕਿ ਕੈਨੇਡਾ ਦੀ ਫੋਰਨ ਮਿਨਿਸਟਰ ਮੈਲਨੀ ਜੋਲੀ ਜਦੋਂ ਕਿ ਐਸ ਜੈ ਸ਼ੰਕਰ ਵਾਸ਼ਿੰਗਟਨ ਸਨ 27 ਤੋਂ 30 ਸਤੰਬਰ ਤੱਕ, ਜਦੋਂ ਕਿ ਉਹ ਹਡਸਨ ਇੰਸਟੀਚਿਊਟ ਔਰ ਇੰਡੀਅਨ ਮੀਡੀਆ ਔਰ ਉਹ ਦੋ ਆਪਣੇ ਕਾਂਗਰਸਮੈਨ ਜਿਹੜੇ ਨੇ ਹਿੰਦੂਤਵੀ ਉਹਨਾਂ ਦੇ ਨਾਲ ਗੱਲਬਾਤ, ਸੋ ਉਦੋਂ ਉਹ ਸਪੈਸ਼ਲੀ ਜਿਹੜੀ ਹੈ ਉਹ ਫਲਾਈ ਕਰਕੇ DC ਆਈ ਔਰ ਉਹਦੇ ਨਾਲ ਮਿਲੀ। ਮੀਟਿੰਗ ਦੇ ਵਿੱਚ ਕੀ ਟਰਾਂਸਪਾਇਰ ਹੋਇਆ, ਕੀ ਸਾਹਮਣੇ ਆਇਆ, ਸਾਹਮਣੇ ਨਹੀਂ ਹੈ, ਲੇਕਿਨ ਇਸੇ ਹੀ ਹਵਾਲੇ ਨਾਲ ਇਹ ਕਿਹਾ ਜਾ ਰਿਹਾ ਕਿ ਭਾਈ ਜਿਹੜਾ ਇੰਡੀਆ ਨੇ ਫੌਰਨ ਜਿਹੜੇ ਦੋ ਸਟੈਪ ਲਏ ਸੀ, ਇੱਕ ਤਾਂ ਉਹਨਾਂ ਦੇ ਜਿਹੜਾ ਸਟੇਸ਼ਨ ਚੀਫ ਸੀ ਕੈਨੇਡੀਅਨ ਸੀਸਸ ਦਾ ਉਹਨੂੰ ਕੱਢਿਆ ਸੀ, ਦੂਸਰਾ ਉਹਨਾਂ ਨੇ ਕੁਝ ਵਕਤ ਪਾ ਕੇ ਕਿਹਾ ਸੀ ਤੁਹਾਡੇ ਡਿਪਲੋਮੈਟ ਜ਼ਿਆਦਾ ਨੇ 62 ਨੇ, ਤੁਸੀਂ ਇੱਥੋਂ ਨਹੀਂ ਰੱਖੋ ਜਿੰਨੇ ਸਾਡੇ ਨੇ। 41 ਡਿਪਲੋਮੈਟਸ ਨੂੰ 10 ਅਕਤੂਬਰ ਦੀ ਡੈਡਲਾਈਨ ਦਿੱਤੀ ਗਈ ਸੀ ਕਿ ਭਾਰਤ ਛੱਡ ਦਿਓ ਔਰ ਇਹ ਅੱਜ ਈਵਨ ਮੇਜਰ ਨਿਊਜ਼ਪੇਪਰਸ ਨੇ ਕਿਹਾ ਵੀ 10 ਅਕਤੂਬਰ ਜਿਹੜਾ ਹੈ ਉਹ ਲੰਘ ਚੁੱਕਾ ਹੈ, ਲੇਕਿਨ ਅਜੇ ਕੈਨੇਡਾ ਦੇ ਡਿਪਲੋਮੈਟ ਉੱਥੇ ਹੀ ਬੈਠੇ ਨੇ। ਸੋ ਇਸ ਤੋਂ ਇਹ ਲੱਗਦਾ ਹੈ ਵੀ ਕੀ ਪਰਦੇ ਦੇ ਪਿੱਛੇ ਕੋਈ ਐਸੀ ਖਿਚੜੀ ਤਾਂ ਨਹੀਂ ਪੱਕ ਰਹੀ ਜਾਂ ਜਿਸ ਦੇ ਥੱਲੇ ਕੋਈ ਇਸ ਕਿਸਮ ਦਾ ਸਮਝੌਤਾ ਜਿਹਦੇ 'ਚ ਕਿ ਉਸ ਡਿਪਲੋਮੈਟਿਕ ਤਣਾਅ ਨੂੰ, ਕਿਉਂਕਿ ਇੱਕ ਸਿਨੈਰੀਓ ਤਾਂ ਜ਼ਰੂਰ ਬਦਲਿਆ ਜਿਹੜਾ ਕਿ ਮਿਡਲ ਈਸਟ ਦਾ ਹੈ ਔਰ ਉਸ ਮਾਮਲੇ ਦੇ ਵਿੱਚ ਅਮਰੀਕਾ, ਕੈਨੇਡਾ ਜਾਂ 5 ਵਾਈਜ਼ ਕੰਟਰੀਜ਼ ਔਰ ਇੰਡੀਆ ਇੱਕੋ ਹੀ ਪੇਜ ਤੇ ਨੇ ਇਜ਼ਰਾਈਲ ਦੀ ਮਦਦ ਕਰਨ ਦੇ ਐਂਗਲ ਤੋਂ। ਔਰ ਇਸ ਪੀਰੀਅਡ ਦੇ ਵਿੱਚ ਕਿਉਂਕਿ ਜਦੋਂ ਸਿਚੁਏਸ਼ਨਸ ਬਦਲਦੀਆਂ ਕਈ ਵਾਰ ਬਹੁਤ ਅਹਿਮ ਜਿਹੜੀਆਂ ਘਟਨਾਵਾਂ ਵੀ ਹੁੰਦੀਆਂ ਨੇ ਉਹਨਾਂ ਦਾ ਰੰਗ ਫਿੱਕਾ ਪੈ ਜਾਂਦਾ, ਲੇਕਿਨ ਅਸੀਂ ਇੰਡੀਆ ਦੇ ਪੱਖ ਤੋਂ ਦੇਖ ਰਹੇ ਹਾਂ ਵੀ ਉਹਨਾਂ ਨੇ ਜਿਹੜਾ ਪ੍ਰੈਸ਼ਰ ਹੈ ਉਹ ਬਰਾਬਰ ਰੱਖਿਆ ਹੋਇਆ ਕੈਨੇਡਾ ਨੂੰ ਹੀ ਦੋਸ਼ ਦੇਣ ਦਾ। ਹਾਲਾਂਕਿ ਅਸੀਂ ਕੱਲ ਗੱਲ ਕੀਤੀ ਸੀ ਕਿ ਜਸਟਨ ਟਰੂਡੋ ਨੇ ਜਦੋਂ ਬੀਤੇ ਵੀਕਐਂਡ ਜਾਰਡਨ ਔਰ UAE ਦੇ, ਜਾਰਡਨ ਦੇ ਕਿੰਗ ਔਰ UAE ਦੇ ਮੁੱਖ ਸ਼ੇਖ ਨਾਲ ਗੱਲਬਾਤ ਕੀਤੀ ਤਾਂ ਉਹਦੇ 'ਚ ਉਹਨਾਂ ਨੇ ਜਿੱਥੇ ਮਿਡਲ ਈਸਟ ਬਾਰੇ ਚਿੰਤਾ ਦਾ ਇਜ਼ਹਾਰ ਕੀਤਾ, ਉੱਥੇ ਇੰਡੀਆ ਵੱਲੋਂ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਮਾਮਲੇ ਨੂੰ ਵੀ ਲਿਆਂਦਾ ਹੈ ਕਿ ਵੀ ਇਹ ਵਿਆਨਾ ਕਨਵੈਨਸ਼ਨ ਦੀ ਉਲੰਘਣਾ ਹੈ। ਔਰ ਭਾਰਤ ਦੇ ਜੇ ਪ੍ਰੈਸ਼ਰ ਦੀ ਗੱਲ ਕਰੀਏ ਤੇ ਅੱਜ ਇੱਕ ਖਬਰ ਜਿਹੜੀ ਕਿ ਬੜੇ ਪ੍ਰੋਮੀਨੈਂਸ ਦੇ ਨਾਲ ਲਾਈ ਹੋਈ, ਹਾਲਾਂਕਿ ਖਬਰ ਤਾਂ ਇਹ ਬਣਦੀ ਨਹੀਂ ਸੀ, ਖਬਰ ਹੈ Sikh man who housed and fed Khalistani militants in India allowed into Canada report. Immigration Tribunal ruled that Kamaljeet Ram, who housed and fed armed Khalistani militants, should be allowed into Canada because he did so mostly out of necessity and fear of retribution. ਹੁਣ ਜਿਹੜੀ ਇੰਨੀ ਵੱਡੀ ਖਬਰ ਜਿਸ ਨੂੰ PTI ਉਹਨਾਂ ਦੀ ਪ੍ਰੈਸ ਟਰਸਟ ਆਫ ਇੰਡੀਆ ਨੇ ਲਾਇਆ ਕਿ ਇਹ ਕਮਲਜੀਤ ਰਾਮ ਨਾਂ ਦਾ ਬੰਦਾ, ਹੁਣ ਪਹਿਲੀ ਗੱਲ ਤਾਂ ਇਹ ਸਿੱਖ ਨਹੀਂ ਹੈ ਪਰ ਇਹਨੂੰ ਸਿੱਖ ਕਹਿ ਰਹੇ ਨੇ, ਉਹਨੇ ਕਿਹਾ ਜੀ ਜਿਹੜਾ ਇਮੀਗ੍ਰੇਸ਼ਨ ਟ੍ਰਿਬਿਊਨਲ ਹੈ ਕੈਨੇਡਾ ਦਾ, ਉਹਨੇ ਇੱਕ ਸਿੱਖ ਬੰਦੇ ਦੇ ਹੱਕ 'ਚ ਦਿੱਤਾ ਕਿ ਭਾਵੇਂ ਉਹਨੇ ਮੰਨਿਆ ਸੀ ਕਿ 1984 ਤੋਂ 1994 ਤੱਕ ਜੁਝਾਰੂਆਂ ਨੂੰ ਸ਼ਰਨ ਵੀ ਦਿੰਦਾ ਰਿਹਾ, ਉਹਨਾਂ ਨੂੰ ਫੂਡ ਤੇ ਬਾਕੀ ਚੀਜ਼ਾਂ ਵੀ ਦਿੰਦਾ ਰਿਹਾ, ਪਰ ਇਹ ਜਿਹੜਾ ਇਮੀਗ੍ਰੇਸ਼ਨ ਰਿਫਿਊਜੀ ਬੋਰਡ ਨੇ ਉਸ ਦੀ ਜਿਹੜੀ ਹੈ ਅਸਾਈਲਮ ਮੰਨ ਲਈ ਹੈ ਇਸ ਗਰਾਊਂਡ ਦੇ ਉੱਤੇ ਕਿ ਜੀ ਮੈਂ ਤਾਂ ਇਹ ਡਰ ਕਰਕੇ ਕਰਦਾ ਸੀ। ਔਰ ਉਹਨਾਂ ਨੇ ਕਿਹਾ ਵੀ ਇਹ ਫੈਸਲਾ ਇਸ ਵੇਲੇ ਐਸੇ ਵੇਲੇ ਆਇਆ, ਰੂਲਿੰਗ ਕਮਸ ਐਮਿਡ ਅ ਡਿਪਲੋਮੈਟਿਕ ਸਟੈਂਡ ਆਫ ਬਿਟਵੀਨ ਇੰਡੀਆ ਐਂਡ ਕੈਨੇਡਾ ਫੋਲੋਇੰਗ ਪ੍ਰਾਈਮ ਮਿਨਿਸਟਰ Justin Trudeau's allegations of potential involvement of Indian agents in killing of Khalistani Hardeep Singh Nijjar this. ਹੁਣ ਇਸ ਨੂੰ ਇੰਨੀ ਵੱਡੀ ਖਬਰ ਬਣਾਉਣਾ, ਉਹਨੂੰ ਵੀ ਕੈਨੇਡੀਅਨ ਗਵਰਨਮੈਂਟ ਨੇ ਕਿਹਾ ਵੀ ਦੇਖੋ ਕੈਨੇਡਾ ਜਿਹੜਾ ਇੰਡੀਆ ਦੇ ਖਿਲਾਫ ਲੈ ਰਿਹਾ ਕਿ ਉਹਨਾਂ ਦੇ ਰਿਫਿਊਜੀ ਬੋਰਡ ਨੇ ਕਮਲਜੀਤ ਕੁਮਾਰ, ਹਾਲਾਂਕਿ ਮੈਂ 1 ਦਰਜਨ ਤੋਂ ਜ਼ਿਆਦਾ ਪੰਜਾਬ ਦੇ ਹਿੰਦੂਆਂ ਨੂੰ ਜਿਹੜੇ ਇੱਥੇ ਸੈਟਲ ਹੋਏ ਨੇ ਖਾਲਿਸਤਾਨ ਦੀ ਜਿਹੜੀ ਹੈ ਉਹ ਪਲੀ ਲੈ ਕੇ ਕਿ ਜੀ ਅਸੀਂ ਹਮਦਰਦੀ ਰੱਖਦੇ ਸੀ ਖਾਲਿਸਤਾਨ ਨਾਲ, ਸਾਡੇ ਘਰ ਵੀ ਆਉਂਦੇ ਸੀ ਜੁਝਾਰੂ, ਲੇਕਿਨ ਅਸੀਂ ਹਿੰਦੂ ਹੋਵਾਂ ਭਾਵੇਂ ਪਰ ਅਸੀਂ ਸਮਝਦੇ ਹਾਂ ਵੀ ਸਿੱਖਾਂ ਨਾਲ ਧੱਕਾ ਹੋ ਰਿਹਾ ਹੈ ਔਰ ਇਸ ਲਈ ਪੁਲਿਸ ਸਾਨੂੰ ਹੋਰ ਵੀ ਤੰਗ ਕਰਦੀ ਸੀ ਕਿ ਤੁਸੀਂ ਹਿੰਦੂ ਹੋ ਕੇ ਵੀ ਜਿਹੜਾ ਖਾਲਿਸਤਾਨੀਆਂ ਦੀ ਮਦਦ ਕਰ ਰਹੇ ਹੋ। ਮਤਲਬ ਇਸ ਕਿਸਮ ਦੇ ਕੇਸ ਇੱਥੇ ਹੁਣ ਅੱਜ ਨੇ ਹਰਿਆਣਵੀ ਆਏ ਨੇ, ਬਹੁਤ ਸਾਰੇ ਆ ਰਹੇ ਨੇ, ਉਹ ਇਸ ਕਿਸਮ ਦੀ ਪਲੀ ਲੈ ਰਹੇ ਨੇ ਕਿ ਜੀ ਇਹ ਕਰ ਰਹੇ। ਹੁਣ ਇਹ ਜਿਹੜੇ ਰਿਫਿਊਜੀ ਬੋਰਡ ਨੇ ਜਾਂ ਅਸਾਈਲਮ ਜੱਜ ਨੇ ਜਾਂ ਦੂਜੇ ਹੁਣੇ ਹੀ ਆਫਿਸ 'ਚ ਆਉਣ ਤੋਂ ਪਹਿਲਾਂ ਤੁਸੀਂ ਵਕੀਲ ਬੀਬੀ ਦਾ ਸੁਣਿਆ ਕਿ ਜੀ ਅੱਜ ਇੱਕ ਕੇਸ ਜਿੱਤਿਆ, ਉਹਨੇ ਓਹਾਇਓ ਦੇ ਜਿਹੜਾ ਬੈਕਗਰਾਉਂਡ ਵਾਲਾ ਜੱਜ ਹੈ ਜਿਹਨੂੰ ਇੱਕ ਕਲੇਮ ਸਾਬਤ ਕੀਤਾ ਭਾਈ ਉੱਥੇ ਕੀ ਹੋ ਰਿਹਾ। ਸੋ ਮਤਲਬ ਇਹ ਹੈ ਵੀ ਇਹ ਹਜ਼ਾਰਾਂ ਇਸ ਕਿਸਮ ਦੇ ਕੇਸ ਨੇ ਜਿਹੜੇ
ਜੱਜਾਂ ਦੇ ਡਿਪੈਂਡ ਕਰਦਾ ਹੈ, ਉਹਨਾਂ ਦੇ ਬੋਰਡਾਂ ਤੇ ਡਿਪੈਂਡ ਕਰਦਾ ਵੀ ਉਹਨਾਂ ਨੇ, ਪਰ ਉਹ ਇਹਨੂੰ ਇਵੇਂ ਕਰ ਰਹੇ ਨੇ ਕਿ ਦੇਖੋ ਜਸਟਿਨ ਟਰੂਡੋ ਦੀ ਐਂਟੀ ਇੰਡੀਆ ਲਾਈਨ ਕਿ ਜਿਹੜਾ ਬੰਦਾ 10 ਸਾਲ ਖਾੜਕੂਆਂ ਨੂੰ ਸ਼ੈਲਟਰ ਦਿੰਦਾ ਰਿਹਾ ਔਰ ਫੂਡ ਖਵਾਉਂਦਾ ਰਿਹਾ, ਉਹ ਜਿਹੜਾ ਉਹਨਾਂ ਨੇ ਜਿਹੜਾ ਉਹ ਰਿਫਿਊਜੀ ਬੋਰਡ ਨੇ ਅਸਾਈਲਮ ਦੇ ਦਿੱਤੀ। ਪਰ ਮੇਰੇ ਲਈ ਜਿਹੜਾ ਇਸ ਨਾਲੋਂ ਵੀ ਜ਼ਿਆਦਾ ਫਿਕਰ ਵਾਲੀ ਗੱਲ ਹੈ ਕਿ ਭਾਰਤੀ ਅਸੀਂ ਇਹ ਸਮਝਦੇ ਸੀ ਕਿ ਇਹਨਾਂ ਦੀ ਇਹ ਜਿਹੜੇ ਐਕਸਪੋਜ਼ ਹੋਇਆ ਕਿ ਟ੍ਰਾਂਸਨੈਸ਼ਨਲ ਰਿਪਰੈਸ਼ਨ ਕਰ ਰਹੇ ਨੇ ਮੋਸਾਦ ਔਰ KGB ਦੇ ਉੱਤੇ। ਬਹੁਤ ਵਾਰ ਜਦੋਂ ਕੋਈ ਐਕਸਪੋਜ਼ ਹੋ ਜਾਂਦਾ ਹੈ ਏਜੰਸੀਆਂ ਦਾ ਇਸ ਕਿਸਮ ਦਾ ਜਿਹੜਾ ਕੰਮ, ਤੇ ਉਹ ਅਬੰਡਨ ਕਰ ਦਿੱਤਾ ਜਾਂਦਾ ਹੈ। ਪਰ ਅੱਜ ਇਹਨਾਂ ਦੇ ਮੀਡੀਆ ਨੇ ਖਬਰ ਲਾਈ ਹੈ ਕਿ ਭਾਈ ਕਿਵੇਂ ਸ਼ਾਹਿਦ ਲਤੀਫ mastermind of 2016 Pathankot attack shot dead in Pakistan. Latif and his brother, identified as Haris Hashim, were gunned down by unidentified assailants in Sialkot on Wednesday. ਇਹਨਾਂ ਦੇ ਮੁਤਾਬਕ PTI ਦੀ ਖਬਰ ਹੈ ਕਿ ਜੈਸ਼-ਏ ਮੁਹੰਮਦ ਦਾ ਦਹਿਸ਼ਤਗਰਦ ਸ਼ਾਹਿਦ ਲਤੀਫ, ਜਿਹਨੇ 2016 ਦੇ ਵਿੱਚ ਇੰਡੀਅਨ 에ਅਰ ਫੋਰਸ ਦੇ ਪਠਾਨਕੋਟ ਬੇਸ ਤੇ ਹਮਲੇ ਨੂੰ ਜਿਹੜਾ ਉਹ ਸਰੰਜਾਮ ਦਿੱਤਾ ਸੀ, ਉਹ ਤੇ ਉਹਦਾ ਭਰਾ ਅਣਪਛਾਤੇ ਜਿਹੜੇ ਕਿਲਰ ਨੇ ਉਹਨਾਂ ਵੱਲੋਂ ਸਿਆਲਕੋਟ ਡਿਸਟ੍ਰਿਕਟ ਦੇ ਵਿੱਚ ਜਦੋਂ ਮਸਜਿਦ ਚੋਂ ਨਿਕਲ ਰਹੇ ਸੀ ਉਹਨਾਂ ਨੂੰ ਦੋਨਾਂ ਨੂੰ ਮਾਰ ਮੁਕਾਇਆ। ਔਰ ਉਹਨਾਂ ਨੇ ਕਿਹਾ ਕਿ ਜੀ ਇਹ ਨੂਰ ਮਦੀਨਾ ਮਸਜਿਦ ਹੈ ਡਸਕਾ ਟਾਊਨ ਦੇ ਵਿੱਚ ਸਿਆਲਕੋਟ ਦੇ, ਔਰ ਇਹ ਸਵੇਰ ਦੇ ਵੇਲੇ ਜਦੋਂ ਫਜਰ ਦੀ ਨਮਾਜ਼ ਪੜ੍ਹ ਕੇ ਉਹ ਨਿਕਲ ਰਹੇ ਸੀ ਔਰ ਇਹਦੇ 'ਚ 3 ਮੋਟਰਸਾਈਕਲ ਦੇ ਉੱਤੇ ਬੰਦੇ ਆਏ ਜਿਨ੍ਹਾਂ ਨੇ ਇਨਡਿਸਕ੍ਰਿਮਨੇਟਲੀ ਫਾਇਰ ਕੀਤਾ ਔਰ ਲਤੀਫ ਔਰ ਉਹਦਾ ਭਰਾ ਜਿਹੜਾ ਮਾਰੇ ਗਏ। ਔਰ ਫਿਰ ਉਹਨਾਂ ਨੇ ਕਿਹਾ ਜੀ ਇਹ ਲਤੀਫ ਔਰ ਬਿਲਾਲ ਔਰ ਨੂਰੁਲਦੀਨ ਇਹਦੇ ਅੱਡ-ਅੱਡ ਨਾਂ, ਇਹਨੂੰ ਜਿਹੜਾ ਉਹ ਅਨਲਾਫੁਲ ਐਕਟੀਵਿਟੀਜ਼ ਐਕਟ ਦੇ ਥੱਲੇ ਇੰਡੀਆ ਦੀ ਜਿਹੜੀ ਉਹਨਾਂ ਨੇ ਭਗੌੜਾ ਐਲਾਨਿਆ ਹੋਇਆ ਸੀ, ਇਸ ਨੂੰ ਦਹਿਸ਼ਤਗਰਦ ਐਲਾਨਿਆ ਸੀ ਔਰ ਇਹ ਜਿਹੜਾ ਪਲੈਨਿੰਗ ਔਰ ਫੈਸਿਲੀਟੇਸ਼ਨ ਔਰ ਐਗਜ਼ੀਕਿਊਸ਼ਨ ਕਰਦਾ ਸੀ ਟੈਰਰ ਅਟੈਕਸ ਦੀ। ਇਹ ਜਿਹੜਾ ਹੈ ਕਸ਼ਮੀਰ 'ਚ 1993 'ਚ ਆਇਆ, ਪਾਕਿਸਤਾਨ ਓਕੂਪਾਈਡ ਕਸ਼ਮੀਰ 'ਚੋਂ, ਔਰ ਹਕਾਰੇ ਉਲ ਅਨਸਰ ਟੈਰਰ ਗਰੁੱਪ ਸੀ ਦਿਸ। ਹੁਣ ਮਤਲਬ ਇਹ ਖਬਰ ਕੋਈ ਪਾਕਿਸਤਾਨ ਦੇ ਮੀਡੀਆ ਰਾਹੀਂ ਨਹੀਂ ਹੈ, ਇਹਨਾਂ ਦੀ PTI ਕਹਿ ਰਹੀ ਹੈ। ਸੋ ਇਸ ਦਾ ਮਤਲਬ ਹੈ ਕਿ ਪਾਕਿਸਤਾਨ ਦੇ ਵਿੱਚ ਆਲਰੇਡੀ ਜਿੱਥੇ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਮਈ ਦੇ ਮਹੀਨੇ 'ਚ ਲਾਹੌਰ 'ਚ ਸਵੇਰ ਦੇ ਵੇਲੇ ਜਦੋਂ ਐਕਸਾਈਜ਼ ਕਰ ਰਹੇ ਸਨ ਉਹਨਾਂ ਨੂੰ ਜਿਹੜਾ ਉਹ ਮਾਰਿਆ ਗਿਆ। ਇਸੇ ਤਰ੍ਹਾਂ ਅਸੀਂ ਦੇਖਦੇ ਹਾਂ 5-6 ਕਸ਼ਮੀਰੀ ਜਿਹੜੇ ਭਾਰਤੀ ਕਬਜ਼ੇ ਵਾਲੇ ਕਸ਼ਮੀਰ 'ਚੋਂ ਜਾਂ ਆਜ਼ਾਦ ਕਸ਼ਮੀਰ 'ਚੋਂ ਕਸ਼ਮੀਰ ਦੇ ਹੱਕਾਂ ਲਈ ਆਵਾਜ਼ ਬੁਲੰਦ ਕਰਦੇ ਨੇ, ਉਹਨਾਂ ਦੀ ਕਿਲਿੰਗ ਕਰਾਚੀ 'ਚ ਵੀ, ਇਸਲਾਮਾਬਾਦ 'ਚ ਵੀ, ਔਰ ਇੱਕ ਲੇਟੈਸਟ ਜਿਹੜੀ ਸੀ ਉਹ ਰਾਵਲਾਕੋਟ ਆਜ਼ਾਦ ਕਸ਼ਮੀਰ ਦੀ ਮਸਜਿਦ ਦੇ ਵਿੱਚ ਹੋਈ। ਔਰ ਹੁਣ ਇਹ 2 ਭਰਾ ਜਿਹੜੇ ਨੇ ਇਹ ਜ਼ਿਲ੍ਹਾ ਸਿਆਲਕੋਟ ਦੇ ਡਸਕਾ ਕਸਬੇ 'ਚ ਮਸਜਿਦ ਤੋਂ ਨਿਕਲਦੇ ਹਨ ਅਨਆਇਡੈਂਟੀਫਾਈਡ। ਹੁਣ ਇਹ ਜਦੋਂ ਖਬਰ ਲਾ ਰਹੇ ਨੇ ਇਹੀ ਕਹਿ ਰਹੇ ਨੇ ਕਿ ਅਸੀਂ ਆਪਣੀ ਜਿਹੜੀ ਲਿਸਟ ਹੈ ਉਸ ਦੇ ਉੱਤੇ ਬਰਾਬਰ ਕੰਮ ਕਰ ਰਹੇ ਹਾਂ। ਸੋ ਅਸੀਂ ਸਮਝਦੇ ਹਾਂ ਕਿ ਇਹ ਪਾਕਿਸਤਾਨ ਜਿਹਨੇ ਅਜੇ ਤੱਕ ਆਵਾਜ਼ ਨਹੀਂ ਚੁੱਕੀ ਹੈ, ਪਰਮਜੀਤ ਸਿੰਘ ਪੰਜਵੜ ਦੇ ਵੀ ਚੁੱਕਣੀ ਚਾਹੀਦੀ ਸੀ। ਘੱਟੋ ਘੱਟ ਜਿਹੜੇ ਕਸ਼ਮੀਰੀ ਮਾਰੇ ਨੇ 5-6 ਵੀ ਤੁਸੀਂ ਉਹੀ ਕਰੋ ਲਿਆ ਕੇ ਇੰਟਰਨੈਸ਼ਨਲ ਫੋਰਮ ਦੇ ਉੱਤੇ। ਉਹਦਾ ਨਤੀਜਾ ਹੈ ਕਿ ਵੀ ਉਹਨਾਂ ਨੇ ਇਹ ਕੰਮ ਜਾਰੀ ਰੱਖਿਆ ਹੋਇਆ ਹੈ। ਇਹ ਜ਼ਿਆਦਾ ਫਿਕਰਮੰਦੀ ਵਾਲੀ ਗੱਲ ਹੈ ਕਿਉਂਕਿ ਇਹਦਾ ਮਤਲਬ ਇਹ ਹੈ ਕਿ ਉਹ ਇਹ ਸਮਝਦੇ ਨੇ ਵੀ ਜਿਹੜੀ ਹੁਣ ਮਿਡਲ ਈਸਟ ਦੀ ਸਿਚੁਏਸ਼ਨ ਬਣ ਗਈ ਜਾਂ ਦੂਜਾ ਉਹਦੇ ਥੱਲੇ ਵੀ ਇਹ ਇਸ ਕਿਸਮ ਦੀਆਂ ਹਰਕਤਾਂ ਜਾਰੀ ਰੱਖ ਸਕਦੇ ਨੇ। ਇਸ ਦੇ ਉੱਤੇ ਧਿਆਨ ਦੇਣ ਦੀ ਬਿਲਕੁਲ ਜੀ। ਰਾਜ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸਾਥ ਲੈਣਾ ਬ੍ਰੇਕ ਵਿਊਅਰਸ ਤੋਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ।
ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ, ਕੈਨੇਡਾ ਅਤੇ UK ਦੇ ਸਿੱਖਾਂ ਵਾਂਗ ਹੁਣ ਆਸਟ੍ਰੇਲੀਆ ਤੇ ਨਿਊਜ਼ੀਲੈਂਡ ਦੇ ਸਿੱਖਾਂ ਨੇ ਵੀ ਭਾਰਤ ਵੱਲੋਂ ਕੀਤੇ ਜਾ ਰਹੇ ਟ੍ਰਾਂਸਨੈਸ਼ਨਲ ਰਿਪਰੈਸ਼ਨ ਦੇ ਖਿਲਾਫ ਲਾਮਬੰਦੀ ਜਿਹੜੀ ਹੈ ਸ਼ੁਰੂ ਕਰ ਦਿੱਤੀ ਹੈ। ਔਰ ਆਸਟ੍ਰੇਲੀਆ ਦੇ ਸਿੱਖਾਂ ਨੇ ਬੀਤੇ ਐਤਵਾਰ ਮੈਲਬਰਨ ਵਿੱਚ ਸਿੱਖ ਲਾਈਵਜ਼ ਮੈਟਰ ਦੇ ਝੰਡੇ ਥੱਲੇ ਇੱਕ ਰੋਸ ਮਾਰਚ ਕੀਤਾ, ਜਿਸ ਵਿੱਚ 2000 ਤੋਂ ਜ਼ਿਆਦਾ ਸਿੱਖ ਸੰਗਤਾਂ ਨੇ ਸ਼ਮੂਲੀਅਤ ਕੀਤੀ ਔਰ ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਦੀ ਛਤਰ ਛਾਇਆ ਹੇਠ ਇਹ ਪ੍ਰੋਗਰਾਮ ਜਿਹੜਾ ਉਲੀਕਿਆ ਗਿਆ ਸੀ। ਸੋ ਆਸਟ੍ਰੇਲੀਆ ਪਾਰਲੀਮੈਂਟ ਵਿੱਚ ਗ੍ਰੀਨਜ਼ ਪਾਰਟੀ ਦੇ ਜਿਹੜੇ ਸੈਨੇਟਰ ਨੇ ਡੇਵਿਡ ਸ਼ੂ ਬ੍ਰਿਜ ਵੱਲੋਂ ਇਸ ਮੌਕੇ ਇੱਕ ਬਿਆਨ ਵੀ ਜਾਰੀ ਕੀਤਾ ਗਿਆ। ਇਸ ਤਰ੍ਹਾਂ ਨਿਊਜ਼ੀਲੈਂਡ ਦੇ ਜਿਹੜੇ ਪ੍ਰਮੁੱਖ ਸ਼ਹਿਰ ਆਕਲੈਂਡ ਵਿੱਚ 200 ਤੋਂ ਜ਼ਿਆਦਾ ਨਿਊਜ਼ੀਲੈਂਡ ਦੇ ਸਿੱਖ ਨੁਮਾਇੰਦਿਆਂ ਨੇ ਇੱਕ ਇਕੱਠ ਕਰਕੇ ਮੰਗ ਕੀਤੀ ਹੈ ਕਿ ਭਾਰਤ ਵਿੱਚ ਜੋ ਬਾਹਰਲੇ ਮੁਲਕਾਂ ਦੇ ਸਿੱਖਾਂ ਦੇ ਮਾਮਲਿਆਂ ਵਿੱਚ ਦਖਲਅੰਦਾਜ਼ੀ ਕੀਤੀ ਜਾ ਰਹੀ ਹੈ ਉਸ ਦੀ ਜਾਂਚ ਪੜਤਾਲ ਕੀਤੀ ਜਾਵੇ। ਉਹਨਾਂ ਵੱਲੋਂ ਖਾਲਿਸਤਾਨ ਦੇ ਕੌਜ਼ ਦੀ ਜਿਹੜੀ ਹਮਾਇਤ ਵੀ ਕੀਤੀ ਗਈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਿਆ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਬੇਸ਼ੱਕ ਆਸਟ੍ਰੇਲੀਆ ਔਰ ਨਿਊਜ਼ੀਲੈਂਡ ਦੇ ਵਿੱਚ ਸਿੱਖ ਪੋਪੂਲੇਸ਼ਨ ਕਾਫੀ ਵਧੀ ਹੈ ਇਹਨਾਂ ਸਾਲਾਂ 'ਚ, ਔਰ ਆਸਟ੍ਰੇਲੀਆ ਦੇ ਵਿੱਚ ਬੜੀ ਸਫਲਤਾ ਨਾਲ ਖਾਲਿਸਤਾਨ ਰੈਫਰੈਂਡਮ ਤਿੰਨੋਂ ਹੀ ਵੱਡੇ ਮੁਕਾਮਾਂ ਦੇ ਉੱਤੇ ਮੈਲਬਰਨ, ਬ੍ਰਿਸਬੇਨ ਔਰ ਸਿਡਨੀ ਦੇ ਵਿੱਚ ਹੋਇਆ, ਜਿਹੜਾ ਰਿਮਾਰਕੇਬਲ ਹੈ। ਔਰ ਇਹ ਸਪਟੈਂਬਰ 18 ਤੋਂ ਬਾਅਦ ਜਦੋਂ ਕਿ ਭਾਰਤ ਦਾ ਇੱਕ ਰੋਗ ਸਟੇਟ ਵਾਲਾ ਚਿਹਰਾ ਸਾਹਮਣੇ ਆਇਆ ਕਿ ਕਿਵੇਂ ਟ੍ਰਾਂਸਨੈਸ਼ਨਲ ਰਿਪਰੈਸ਼ਨ ਜਿਹੜਾ ਉਸਨੇ ਆਰੰਭਿਆ ਟਾਰਗੇਟ ਕਿਲਿੰਗ ਔਰ ਉਹੀ ਮੋਸਾਦ ਔਰ KGB ਦੇ ਪੈਟਰਨ ਤੇ, ਔਰ ਉਹਦੇ 'ਚ ਜ਼ਾਹਰ ਹੈ ਕਿ ਸਭ ਤੋਂ ਜ਼ਿਆਦਾ ਐਕਟੀਵਿਟੀ ਕੈਨੇਡਾ 'ਚ ਹੋਈ। ਉਹਨਾਂ ਦੇ ਪ੍ਰਾਈਮ ਮਿਨਿਸਟਰ ਵੱਲੋਂ ਹੀ ਇਨਕਸ਼ਾਫ ਕੀਤਾ ਗਿਆ ਔਰ ਫਿਰ ਆਪੋਜੀਸ਼ਨ ਧਿਰਾਂ ਵੀ ਨਾਲ ਖੜੀਆਂ ਪ੍ਰਾਈਮ ਮਿਨਿਸਟਰ ਦੇ, ਔਰ NDP ਔਰ ਦੂਸਰਿਆਂ ਨੇ ਹੋਰ ਵੀ ਅਗਰੈਸਿਵ ਸਟਾਂਸ ਲਿਆ। ਔਰ ਨਤੀਜੇ ਦੇ ਤੌਰ ਦੇ ਉੱਤੇ ਜਦੋਂ ਉਸ ਤੋਂ ਬਾਅਦ ਜਿਹੜਾ ਉਹ ਵੋਟਾਂ ਹੁੰਦੀਆਂ ਨੇ ਖਾਲਿਸਤਾਨ ਰੈਫਰੈਂਡਮ ਦੀਆਂ, ਉਹਨਾਂ ਦੇ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਬਾਅਦ, ਉਹਦਾ ਵੀ ਸਿੱਖ ਸੰਗਤਾਂ ਨੇ ਜਵਾਬ ਦਿੱਤਾ ਸੀ। 18 ਸਤੰਬਰ ਤੋਂ ਬਾਅਦ ਆਲਮੋਸਟ 3 ਮਹੀਨੇ ਬਾਅਦ 18 ਜੂਨ ਨੂੰ ਸ਼ਹਾਦਤ ਹੁੰਦੀ ਹੈ, 18 ਸਤੰਬਰ ਨੂੰ ਜਿਹੜਾ ਉਹ ਇਨਕਸ਼ਾਫ ਕਰਦੇ ਨੇ। ਔਰ ਬੜੀ ਐਕਟੀਵਿਟੀ ਅਮਰੀਕਾ 'ਚ, ਕਿਉਂਕਿ ਉਸ ਦੇ ਨਾਲ ਹੀ FBI ਦੀ ਨਜ਼ਰ 'ਚੋਂ ਇਹ ਵੀ ਉਹਨਾਂ ਨੇ ਜਿੱਥੇ ਟਿਪ ਆਫ ਉਹਨਾਂ ਨੂੰ ਦਿੱਤਾ ਸੀ ਹਿਊਮਨ ਇੰਟੈਲੀਜੈਂਸ ਵੀ ਔਰ ਸਿਗਨਲ ਰਾਹੀਂ ਵੀ ਕਿ ਕੈਨੇਡਾ 'ਚ ਕੰਮ ਹੋਣ ਜਾ ਰਿਹਾ, ਉੱਥੇ ਉਹਨਾਂ ਨੇ ਦੇਖਿਆ ਵੀ ਈਵਨ ਅਮਰੀਕਾ ਦੇ ਵੀ ਜਿਹੜੇ ਖਾਲਿਸਤਾਨੀ ਐਕਟਿਵਿਸਟ ਨੇ ਉਹਨਾਂ ਨੂੰ ਨਿਸ਼ਾਨੇ ਤੇ ਲਿਆ ਹੋਇਆ। ਸੋ FBI ਦੀ ਵਾਰਨਿੰਗ ਦਾ ਨਤੀਜਾ ਸੀ ਕਿ ਇਹ ਮੀਡੀਆ ਸਟੋਰੀ ਬਣੀ, ਗਾਰਡੀਅਨ ਔਰ ਵਾਲ ਸਟਰੀਟ ਜਰਨਲ ਔਰ ਦੂਸਰਿਆਂ 'ਚ ਨਤੀਜੇ ਦੇ ਤੌਰ ਤੇ ਅਮਰੀਕਾ US ਕਾਂਗਰੈਸ਼ਨਲ ਸਿੱਖ ਕਾਕਸ ਦੇ ਕਾਂਗਰਸਮੈਨਾਂ ਨੇ ਇਸ ਦੇ ਉੱਤੇ ਸੀਰੀਅਸ ਲਾਈਨ ਲਈ। ਉਹਨਾਂ ਦੇ ਟਵੀਟ ਹੋਏ, ਬਿਆਨ ਹੋਏ, ਬਰੀਫਿੰਗ ਦੀ ਮੰਗ ਹੋਈ। UK ਦੇ ਵਿੱਚ ਹਾਲਾਂਕਿ ਰਿਸ਼ੀ ਸੂਨਕ ਜਿਹੜਾ ਉਹ ਜਿਹੜਾ ਉਸ ਦਾ ਪਤਾ ਹੀ ਹੈ ਕਿ ਵੀ ਉਹ ਕੀ ਕਰ ਰਿਹਾ, ਉਹਨੇ ਟ੍ਰੇਡ ਗੱਲਬਾਤ ਵੀ ਕੋਈ ਸਸਪੈਂਡ ਨਹੀਂ ਕੀਤੀ ਜਿਵੇਂ ਕੈਨੇਡਾ ਨੇ ਕੀਤੀ ਹੈ। ਲੇਕਿਨ ਇਹ ਜਿਹੜਾ ਸਿੱਖਾਂ ਦੇ ਉੱਤੇ ਚੜ੍ਹਨ ਵਾਲੀ ਗੱਲ ਸੀ, 95,000 ਪਾਉਂਡ ਰੱਖਤਾ, ਖਾਲਿਸਤਾਨੀਆਂ ਦੀ ਸ਼ਨਾਖਤ ਕਰੋ, ਇਹ ਉਹ ਉਸ ਸਾਰੇ ਨੂੰ ਪੁੱਠਾ ਗੇੜਾ ਜ਼ਰੂਰ ਵੱਜਾ। ਔਰ ਆਸਟ੍ਰੇਲੀਆ ਦੇ ਵਿੱਚ ਜਿੱਥੇ ਕਿ ਕਾਫੀ ਸਾਡੇ ਵੀਰ ਭੈਣਾਂ ਐਕਟਿਵ ਨੇ, ਵੱਡੇ ਸ਼ਹਿਰਾਂ ਦੇ ਵਿੱਚ ਵੀ ਐਕਟੀਵਿਟੀ, ਔਰ ਉੱਥੇ ਕਿਉਂਕਿ ਕਿਵੇਂ ਮੰਦਰਾਂ ਦੇ ਵਿੱਚ ਇਹਨਾਂ ਨੇ ਖੁਦ ਹੀ ਜਿਹੜੀ ਹੈ ਗ੍ਰੈਫਿਟੀ ਲਿਖ ਕੇ ਉਹਨੂੰ ਪੋਲਿਊਟ ਕਰਕੇ ਮੰਦਰਾਂ ਨੂੰ ਸਿੱਖਾਂ ਦੇ ਖਾਤੇ 'ਚ ਪਾਇਆ। ਉਹ ਪੁਲਿਸ ਦੀ ਆਪਣੀ ਇਨਵੈਸਟੀਗੇਸ਼ਨ ਨੇ ਇਹਨਾਂ ਨੂੰ ਇਨਸਾਈਡ ਹਿੰਦੂ ਜਿਹੜੀ ਹੈ ਉਹ ਕੰਮ ਦੇ ਥੱਲੇ ਉਹਨਾਂ ਨੇ ਗਰਦਾਨੇ। ਔਰ ਇਸ ਦੇ ਨਾਲ ਨਾਲ ਕਿਉਂਕਿ ਆਸਟ੍ਰੇਲੀਆ 'ਚ ਜਿਸ ਕਿਸਮ ਦੇ ਇਹਨਾਂ ਦੇ ਹਾਈ ਕਮਿਸ਼ਨਰ ਖਾਸ ਤੌਰ ਤੇ ਕੌਂਸੂਲੇਟ ਜਿਹੜੇ ਨੇ ਉਹ ਸਿੱਖ ਮਾਮਲਿਆਂ 'ਚ ਗੁਰਦੁਆਰਿਆਂ 'ਚ ਇੰਟਰਫੀਅਰ ਕਰ ਰਹੇ ਨੇ, ਇਹ ਆਪਣੇ ਆਪ ਦੇ ਵਿੱਚ ਫਿਕਰ ਦਾ ਵਾਇਸ ਹੈ। ਔਰ ਹੁਣ ਇਸ ਦੇ ਉੱਤੇ ਕਾਫੀ ਸਟਰੋਂਗਲੀ ਅਸੀਂ ਕਮੈਂਟ ਕਰਦੇ ਹਾਂ ਆਸਟ੍ਰੇਲੀਆ ਵਾਲਿਆਂ ਨੂੰ ਵੀ, ਔਰ ਸਾਡੇ ਕੋਲ ਨਿਊਜ਼ੀਲੈਂਡ ਦੀ ਵੀ ਸਟੇਟਮੈਂਟ ਪਹੁੰਚੀ ਹੈ ਜਿੱਥੇ ਉਹਨਾਂ ਨੇ ਮੇਨ ਜਿਹੜਾ ਆਕਲੈਂਡ ਦੇ ਵਿੱਚ 200 ਤੋਂ ਜ਼ਿਆਦਾ ਸਿੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਜਿਹੜਾ ਇਕੱਠ ਕਰਕੇ ਵੱਡੀ ਭਰਪੂਰ ਚੇਤਾਵਨੀ ਦਿੱਤੀ ਹੈ ਕਿ ਕਿਵੇਂ ਭਾਰਤ ਜਿਹੜਾ ਉਹ ਇੰਟਰਫੀਅਰ ਕਰ ਰਿਹਾ ਸਿੱਖਾਂ ਦੇ ਮਾਮਲੇ 'ਚ। ਪਰ ਪਹਿਲਾਂ ਅਸੀਂ ਗੱਲ ਕਰਦੇ ਹਾਂ ਕਿ ਆਸਟ੍ਰੇਲੀਆ ਦੀਆਂ ਸਿੱਖ ਆਰਗੇਨਾਈਜੇਸ਼ਨਸ ਖਾਸ ਤੌਰ ਤੇ ਮੈਲਬਰਨ 'ਚ ਉਹਨਾਂ ਨੇ ਸਿੱਖ ਲਾਈਵਜ਼ ਮੈਟਰ ਇਸ ਦੇ ਲਈ ਜਿਹੜਾ ਉਹ ਸੰਡੇ ਬੀਤੇ ਇੱਕ ਜੁਆਇਨ ਦਾ ਵਾਕ ਟੂ ਰੇਜ਼ ਅਵੇਅਰਨੈਸ, ਜਾਗਰੂਕਤਾ ਪੈਦਾ ਕਰਨ ਦੀ ਵਾਕ
ਅੱਛਾ 2 ਵਜੇ ਉਹਨਾਂ ਨੇ ਇਸ ਪ੍ਰੋਗਰਾਮ ਨੂੰ ਰੱਖਿਆ ਸੀ ਸੰਡੇ, ਔਰ ਜਿਹੜੀ ਪ੍ਰੈਸ ਰਿਲੀਜ਼ ਹੈ ਉਸ ਦੇ ਮੁਤਾਬਕ ਔਰ ਪਿਕਚਰਸ ਆਪਣੇ ਆਪ 'ਚ ਦੱਸ ਰਹੀਆਂ ਨੇ, ਦਰਸ਼ਕ ਦੇਖ ਸਕਦੇ ਨੇ ਕਿ 2000 ਤੋਂ ਜ਼ਿਆਦਾ ਸਿੱਖ ਸੰਗਤਾਂ ਦੀ ਪਾਰਟਿਸਿਪੇਸ਼ਨ, ਇਹ ਬਹੁਤ ਵੱਡੀ ਗੱਲ ਹੈ। ਔਰ ਇਹ ਸਾਰੇ ਤੇ ਅਸੀਂ ਮੁਬਾਰਕਬਾਦ ਦਿੰਦੇ ਹਾਂ ਕਿ ਭਾਈ ਇਸ ਪਾਸੇ ਐਕਟੀਵਿਟੀ ਸ਼ੁਰੂ ਹੋਈ ਹੈ, ਔਰ ਇਸ ਦੇ ਵਿੱਚ ਉਹਨਾਂ ਨੇ ਬੜੀ ਕਲੀਅਰਲੀ ਡਿਫਾਈਨ ਕੀਤਾ ਕਿ ਭਾਈ ਅਸੀਂ ਇਹ ਜਿਹੜੇ 4 ਨੁਕਤੇ ਨੇ ਇਸ ਦੇ ਉੱਤੇ ਫੋਕਸਡ ਇਹ ਵਾਕ ਸੀ। ਦਾ ਡੀਕਲਾਸੀਫਿਕੇਸ਼ਨ ਆਫ ਦਾ ਇਨਵੈਸਟੀਗੇਸ਼ਨ ਆਫ ਅਲੈਜਡ ਅਟੈਕਸ ਔਨ ਹਿੰਦੂ ਟੈਂਪਲਸ ਇਨ ਆਸਟ੍ਰੇਲੀਆ, ਜਿਹੜਾ ਉਹਨਾਂ ਨੇ ਖੁਦ ਹੀ ਪੁਲਿਸ ਨੇ ਕਿਹਾ ਕਿ ਵੀ ਇਹ ਹਿੰਦੂਆਂ ਦਾ ਆਪਣਾ ਹੀ ਕੰਮ ਸੀ, ਉਹਨਾਂ ਨੇ ਕਿਹਾ ਉਹਨੂੰ ਡੀਕਲਾਸੀਫਾਈ ਕਰੋ। ਉਹ ਤਾਂ ਰਾਈਟ ਟੂ ਇਨਫੋਰਮੇਸ਼ਨ ਦੇ ਥੱਲੇ ਜਾਣਕਾਰੀ ਕਢਾਈ ਉਹਨੇ ਭੂਭੀਸ਼ਣ ਸਿੰਘ ਨੇ। ਇਹਦੇ ਬਾਰੇ ਪੂਰੀ ਅਜੇ ਹੋਰ ਡਿਟੇਲ ਹੋਏਗੀ ਬਾਕੀ ਥਾਵਾਂ ਦੀ ਵੀ, ਇਸ ਨੂੰ ਜ਼ਾਹਰ ਕਰੋ। ਸਟਾਪ ਇੰਡੀਅਨ ਇੰਟਰਫੇਰੈਂਸ ਇਨ ਸਿੱਖ ਅਫੇਅਰਸ ਇਨ ਆਸਟ੍ਰੇਲੀਆ, ਜਿਹੜੀ ਦਖਲਅੰਦਾਜ਼ੀ ਹੈ ਇਹਨੂੰ ਬੰਦ ਕਰੋ। ਆਸਕਿੰਗ ਫਾਰ ਅਕਾਊਂਟੇਬਿਲਿਟੀ ਆਫ ਦਾ ਆਸਟ੍ਰੇਲੀਅਨ ਗਵਰਨਮੈਂਟ ਫਾਰ ਪ੍ਰੋਟੈਕਟਿੰਗ ਦਾ ਡੈਮੋਕ੍ਰੈਟਿਕ ਐਂਡ ਹਿਊਮਨ ਰਾਈਟਸ ਆਫ ਸਿੱਖਸ, ਕਿ ਭਾਈ ਦੱਸੋ ਤੁਸੀਂ ਕੀ ਕਰ ਰਹੇ ਹੋ, ਸਾਡੇ ਜਿਹੜੇ ਜਮਹੂਰੀ ਹੱਕ ਨੇ ਔਰ ਸਾਡੇ ਜਿਹੜੇ ਮਨੁੱਖੀ ਹੱਕ ਨੇ ਉਹਨਾਂ ਨੂੰ ਮਹਿਫੂਜ਼ ਕਰਨ ਦੇ ਲਈ। ਆਸਕ ਯੂਕੇ ਟੂ ਇਨਵੈਸਟੀਗੇਟ ਕਿਲਿੰਗ ਆਫ ਸਿੱਖ ਲੀਡਰ ਅਵਤਾਰ ਸਿੰਘ ਖੰਡਾ ਇਨ ਜੂਨ ਦਿਸ ਈਅਰ, ਕਿਉਂਕਿ ਯੂਕੇ ਵਾਲੀਆਂ ਸਿੱਖ ਜਥੇਬੰਦੀਆਂ ਨੇ ਜਾਂ ਉਹਨਾਂ ਦੇ ਪਰਿਵਾਰ ਨਾਲ ਸੰਬੰਧਿਤ ਉਹਨਾਂ ਨੇ ਤਾਂ ਅਟਾਰਨੀ ਹਾਇਰ ਕੀਤਾ ਹੈ, ਉਹ ਇਨਵੈਸਟੀਗੇਸ਼ਨ ਦੀ ਮੰਗ ਕਰ ਰਹੇ ਨੇ। ਔਰ ਜ਼ਾਹਰ ਹੈ ਕਿ ਕਾਮਨਵੈਲਥ ਦਾ ਹਿੱਸਾ ਹੋਣ ਦੇ ਨਾਤੇ ਆਸਟ੍ਰੇਲੀਆ, ਬ੍ਰਿਟਨ ਔਰ ਕੈਨੇਡਾ 'ਚ ਆਲਰੇਡੀ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੋਇਆ। ਹੁਣ ਕੋਈ ਸ਼ੱਕ ਨਹੀਂ ਹੈ ਕਿ ਅਵਤਾਰ ਸਿੰਘ ਖੰਡਾ ਦਾ ਮਰਡਰ ਵੀ ਹੋਇਆ ਔਰ ਉਹਨਾਂ ਦੇ ਨਾਨ ਸਟੇਟ ਐਕਟਰਸ ਨੇ ਇਹਦੀ ਜ਼ਿੰਮੇਵਾਰੀ ਵੀ ਲਈ, ਔਰ ਇਸ ਦੇ ਉੱਤੇ ਉਹਨਾਂ ਦੀ ਡੀਟੇਲਡ ਹੈ ਕਿ ਭਾਈ ਇਹ ਇਨਸੀਡੈਂਟ ਕਦੋਂ ਹੋਈ, ਮੈਲਬਰਨ 'ਚ ਕੀ ਹੋਇਆ, ਵਿਕਟੋਰੀਆ 'ਚ ਕੀ ਹੋਇਆ, ਔਰ ਇਹ ਉਹਨਾਂ ਨੇ ਕਿਹਾ ਕਿ ਵੀ ਇਹ ਸਾਰੇ ਦੇ ਥੱਲੇ ਇਹ ਜਾਣਕਾਰੀ ਹੋਣੀ ਚਾਹੀਦੀ ਹੈ। ਔਰ ਇਹ ਜਿਹੜਾ ਵਾਕ ਵੀ ਹੋਈ ਅਵੇਅਰਨੈਸ ਦੀ ਗੁਰਦੁਆਰਾ ਕੌਂਸਲ ਆਫ ਵਿਕਟੋਰੀਆ ਉਹਨਾਂ ਦੇ ਜਿਹੜੀ ਹੈ ਉਸ ਪੈਟਰਨੇਜ ਦੇ ਥੱਲੇ ਹੋਈ, ਔਰ ਥੱਲੇ ਸਾਰੀ ਡਿਟੇਲ ਹੈ। ਮੈਂ ਸਮੇਂ ਦੀ ਸੀਮਾ ਕਰਕੇ ਇਸ ਦੇ ਨੂੰ ਅੱਗੇ ਨਹੀਂ ਪੜਾਂਗਾ। ਇਸ ਮੌਕੇ ਹੀ ਡੇਵਿਡ ਸ਼ੂਬ੍ਰਿਜ, ਧਿਆਨ ਰਹੇ ਉਹੀ ਡੇਵਿਡ ਸ਼ੂਬ੍ਰਿਜ ਨੇ ਜਿਨ੍ਹਾਂ ਨੇ ਕਿਸਾਨ ਮੂਵਮੈਂਟ ਦੇ ਵੇਲੇ ਬੜੀ ਸਟਰੋਂਗ ਸਟੇਟਮੈਂਟ ਔਰ ਬਾਹਰ ਆ ਕੇ ਜਿਹੜੇ ਪ੍ਰੋਟੈਸਟ ਕਰ ਰਹੇ ਸੀ ਉਹਨਾਂ ਨੂੰ ਵੀ ਸੰਬੋਧਨ ਕੀਤਾ ਸੀ। ਉਹਨਾਂ ਨੇ ਵੀ ਐਨ 10 ਅਕਤੂਬਰ ਜਿਸ ਦਿਨ ਇਹ ਅਵੇਅਰਨੈਸ ਮਾਰਚ ਸਿੱਖ ਲਾਈਵਸ ਮੈਟਰ ਦੇ ਉੱਤੇ ਹੋ ਰਿਹਾ ਸੀ, ਉਹਨਾਂ ਦੀ ਸਟੇਟਮੈਂਟ ਉਹਨਾਂ ਦੇ ਦਸਤਖਤਾਂ ਥੱਲੇ। ਇਹ ਗ੍ਰੀਨ ਪਾਰਟੀ ਦੇ ਸੈਨੇਟਰ ਨੇ NSW ਤੋਂ, ਔਰ ਉਹਨਾਂ ਨੇ ਇਹ ਕਿਹਾ ਕਿ ਵੀ ਮੈਂ ਗ੍ਰੀਨਸ ਪਾਰਟੀ ਦਾ ਸੈਨੇਟਰ ਹੋਣ ਦੇ ਨਾਤੇ ਮੈਂ ਜਿਹੜੀ ਆਈ ਡੀਪਲੀ ਵੈਲਿਊ ਦਾ ਇਮੈਂਸ ਕੰਟਰੀਬਿਊਸ਼ਨ ਦਾ ਆਸਟ੍ਰੇਲੀਅਨ ਸਿੱਖ ਕਮਿਊਨਿਟੀ ਹੈਜ਼ ਬ੍ਰੌਟ to our nation, enhancing our cultural mosaic together with your ongoing commitment to equality, social justice, service to humanity and tolerance. These are values we share. ਕਿ mosaic ਇੱਕ ਹੁੰਦਾ ਹੈ ਵੀ ਉਹ ਪੂਰਾ ਖਿੜਾ ਜਿਵੇਂ ਇੱਕ ਗੁਲਦਸਤੇ ਵਾਂਗ ਅੰਡਰਡ ਫੁੱਲ ਨੇ। ਆਸਟ੍ਰੇਲੀਆ ਦੀ ਇਸ ਸੁਸਾਇਟੀ 'ਚ ਸਿੱਖਾਂ ਦੀ ਬਹੁਤ ਵੱਡੀ ਕੰਟਰੀਬਿਊਸ਼ਨ ਹੈ। ਤੁਹਾਡੀਆਂ ਮਜ਼ਹਬੀ ਵੈਲਿਊਜ਼ ਜਿਹੜੀਆਂ ਬਰਾਬਰੀ ਦੀਆਂ ਨੇ, ਨਿਆਂ ਦੀਆਂ ਨੇ, ਇਨਸਾਨੀਅਤ ਦੀ ਸੇਵਾ ਦੀਆਂ ਨੇ ਔਰ ਸਹਿਨਸ਼ੀਲਤਾ ਦੀਆਂ ਨੇ। ਦਾ ਰਾਈਜ਼ਿੰਗ ਥ੍ਰੈਟ ਆਫ ਫਾਰ ਰਾਈਟ ਐਕਸਟ੍ਰੀਮਿਜ਼ਮ ਐਂਡ ਨੈਸ਼ਨਲਿਜ਼ਮ ਮਸਟ ਨਾਟ ਬੀ ਸਾਈਡਲਾਈਨਡ, ਕਿ ਸੱਜੇ ਪੱਖੂ ਜ਼ਾਹਰ ਹੈ ਹਿੰਦੂਤਵੀ ਉਹਨਾਂ ਦਾ ਔਰ ਇਹ ਜਿਹੜਾ ਅੱਤਵਾਦੀ ਹਿੰਦੂਤਵਾਦ ਹੈ ਇਸ ਦਾ ਜਿਹੜੀ ਵੱਧ ਰਹੀ ਖਤਰਾ ਹੈ ਉਸ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ। ਦਾ ਰੀਸੈਂਟ ਐਲੀਗੇਸ਼ਨਸ ਰਿਗਾਰਡਿੰਗ ਦਾ ਕਿਲਿੰਗ ਆਫ ਕੈਨੇਡੀਅਨ ਸਿੱਖ ਹਰਦੀਪ ਸਿੰਘ ਨਿੱਜਰ significantly heightens these concerns. It is essential that we safeguard the Sikh community and to that end ensure that Australian Federal Police works closely with you and your community leaders to oppose hate speech, to investigate and prosecute violent threats and support community safety in Australia. ਇਹ ਉਹਨਾਂ ਦੀ ਬੜੀ strong statement ਹੈ। ਉਹਨਾਂ ਨੇ ਕਿਹਾ ਵੀ ਹਰਦੀਪ ਸਿੰਘ ਨਿੱਜਰ ਦੇ ਕੈਨੇਡੀਅਨ ਸਿੱਖ ਦੇ ਮਰਡਰ ਤੋਂ ਬਾਅਦ ਇਹ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਭਾਈ ਆਸਟ੍ਰੇਲੀਅਨ ਫੈਡਰਲ ਪੁਲਿਸ ਇਸ ਗੱਲ ਨੂੰ ਯਕੀਨੀ ਬਣਾਏ ਕਿ ਸਿੱਖਾਂ ਦੇ ਨਾਲ ਉਹ ਕਲੋਜ਼ਲੀ ਵਰਕਆਊਟ ਕਰੇ ਤਾਂ ਕਿ ਇਹ ਜਿਹੜੇ ਹੇਟ ਸਪੀਚ ਕਰਨ ਵਾਲੇ ਲੋਕ ਨੇ ਔਰ ਜਿਹੜੇ ਵਾਇਲੈਂਟ ਥ੍ਰੈਟਸ ਦੇ ਰਹੇ ਨੇ ਕਮਿਊਨਿਟੀ ਨੂੰ ਉਹਨਾਂ ਨੂੰ ਜਿਹੜਾ ਸਕਰੀਨ ਦੇ ਉੱਤੇ ਲਿਆਂਦਾ ਜਾਏ, ਜਵਾਬ ਦੇ ਬਣਾਇਆ ਜਾਏ। ਆਈ ਨੋ ਦੈਟ ਸਿੱਖ ਕਮਿਊਨਿਟੀ ਬੀਇੰਗ ਹਾਈਲੀ ਵਿਜ਼ੀਬਲ ਕੈਨ ਐਟ ਟਾਈਮਸ ਫੀਲ ਐਸਪੈਸ਼ਲੀ ਵਲਨਰੇਬਲ. This is a reality that Australian authorities need to understand and address. I have seen just some of the threats of violence and intimidation that have been addressed to members of Sikh community here in Australia.
एंड जॉइन विद यू इन कंडेमिंग दैम कि भाई सिख विजिबल ने, पंज ककारी दस्तार और मोर वलरेबल ने। उन्होंने कहा मैं देखा कि जड़ियाँ सिखां नूं हिंसा और दूसरी इंटीमिडेट करन दियां थ्रेट्स ने। और अखीर च उन्होंने कहा टुगैदर we must maintain our dedication to peaceful political exchanges, diversity and inclusion। ਜਿਹੜੇ ਸਿੱਖੀ ਦੇ ਕਾਰਡੀਨਲ ਪ੍ਰਿੰਸੀਪਲ ਨੇ ਕਿ ਭਾਈ ਅਸੀਂ ਇਸ ਗੱਲ ਨੂੰ ਯਕੀਨੀ ਬਣਾਈਏ ਕਿ ਸਿਆਸੀ ਜਿਹੜੀ ਆਪਸੀ ਗੁਫ਼ਤਗੂ ਵੀ ਔਰ ਵਿਭਿੰਨਤਾ ਵੀ ਔਰ ਹਰ ਇੱਕ ਦੂਜੇ ਨੂੰ ਨਾਲ ਸ਼ਾਮਲ ਹੋਣਾ ਸਿਸਟਮ 'ਚ, ਇਹਨਾਂ ਵੈਲਿਊਜ਼ ਨੂੰ ਅਸੀਂ ਅਪਣਾਏ ਹੋਈਏ। This commitment also obliges us to ensure safety and respect for every Australian, no matter what their politics, religion or background। I wish you well and maintain my resolve to continue to work alongside you on these matters। कि भाई तुहानू शुभ कामनावां ने और इत्थे किसी नाल भी सियासत, मजहब ਜਾਂ ਪਿਛੋਕੜ ਦੀ ਬਿਨਾ ਦੇ ਉੱਤੇ ਭੇਦਭਾਵ ਨਾ ਹੋਏ। ਮੈਂ ਤੁਹਾਡੇ ਨਾਲ। ਔਰ ਇਸੇ ਤਰ੍ਹਾਂ ਨਿਊਜ਼ੀਲੈਂਡ ਦੇ ਸਿੱਖਾਂ ਨੇ ਵੀ ਇੱਕ, ਕਿਉਂਕਿ ਨਿਊਜ਼ੀਲੈਂਡ 'ਚ ਵੀ ਕਾਫੀ ਸੰਗਠਿਤ ਨੇ ਸਿੱਖ, ਪਰ ਪਿਛਲੇ ਕੁਝ ਪੀਰੀਅਡ 'ਚ ਕੋਈ ਪੋਲੀਟੀਕਲ ਅਰੀਨਾ 'ਚ ਕੋਈ ਬਹੁਤੀ ਆਵਾਜ਼ ਨਹੀਂ ਸੀ ਸੁਣੀ ਜਾਂਦੀ। ਹਾਲਾਂ ਇਹ ਜਿਹੜੀ ਹੈ ਇਸ ਤੋਂ ਲੱਗਦਾ ਹੈ ਵੀ ਐਕਟੀਵਿਟੀ ਹੁਣ ਸ਼ੁਰੂ ਹੋਈ ਹੈ। ਨਿਊਜ਼ੀਲੈਂਡ ਸਿੱਖਸ ਡਿਮਾਂਡ ਇਨਵੈਸਟੀਗੇਸ਼ਨ ਇਨਟੂ ਇੰਡੀਅਨ ਇੰਟਰਫੇरेंस ਆਫਟਰ ਨੈਸ਼ਨਲ ਮੀਟ। और उन्होंने कहा कि भाई इस दी जी इंडियन इंटरफेरेंस है इस दे उत्ते जांच होए। और ये उन्होंने कहा कि 200 तो ज़्यादा सिखां दे नुमाइंदे अक्रॉस न्यूजीलैंड वो ऑकलैंड दे विच इकट्ठे होए और उन्होंने इंडियन स्टेट इंटरफेरेंस का जिहड़ा उस ਨੂੰ एड्रैस करने की कोशिश की, जिहड़ा ये चैलेंज है। और ये क्योंकि जो जस्टिन ट्रूडो ने कहा है और जो भाई हरदीप सिंह निज्जर की शहादत तो बाद ये उन्होंने रखा। और ये जी गैदरिंग हुई गुरुद्वारा दुख निवारण साहिब 8 अक्तूबर नूं जिहड़ा आफ्टरनून हुई। प्रोमिनेंट कम्यूनिटी फिगर्स फ्रॉम बोथ न्यूजीलैंड एंड कैनेडा एड्रैस्ड अटेंडीज, मतलब कैनेडा तो भी कोई गए होणगे सज्जन। रिप्रजेंटेटिव्स ऑफ नैशनल ग्रुप्स जिहड़ी हुण रिप्रजेंटेटिव गैदरिंग है, न्यूजीलैंड सिख यूथ, सिख एस्पिरेशंस, गुरुद्वारा सेवादार स्पोक along with virtual appearance by Canadian speakers of British Columbia गुरुद्वारा काउंसिल स्पोक्सपर्सन भाई मनिंदर सिंह वो भाई वीडियो लिंक शामिल हुए, पर्सनली प्रेजेंट नहीं सी। और along with virtual appearance by Canadian speakers ब्रिटिश कोलंबिया गुरुद्वारा काउंसिल मनिंदर सिंह और जिक्र किया है। एंड लीगल एडवोकेट भाई प्रभजोत सिंह एडिटर ऑफ पंथ पंजाब, इन्होंने भी जो वर्चुअली एड्रैस किया। और इस दे विच जिहड़ा उन्होंने लोकल संगत ने अपना कंसर्न भी ज़ाहिर किए और इस जिहड़े उन्होंने रिजॉल्व किया द इनिशिएशन ऑफ फॉर्मल इंडिपेंडेंट इन्वेस्टिगेशन बाय न्यूजीलैंड गवर्नमेंट इनटू फॉरेन इंडियन इंटरफेरेंस इन न्यूजीलैंड which violates the sovereignty of New Zealand and poses a safety risk for Sikhs advocating for the right to self determination। खालिस्तान के भाई इन्वेस्टिगेशन होए, इंडियन गवर्नमेंट जो इंटरफेयर कर रही है न्यूजीलैंड खास तौर पर उन्होंने सिखा जिहड़े कि जिहड़ा स्वै निर्णय का हक है उस दे लई काम कर रहे हैं। फार्मल सपोर्ट फ्रॉम न्यूजीलैंड गवर्नमेंट फॉर द इंडिपेंडेंस ऑफ खालिस्तान द हिस्टोरिक सिख होमलैंड फ्रॉम इंडिया as declared in 1986 in Amritsar which was annexed by the British in 1849। बड़ी स्ट्रॉन्ग स्टेटमेंट है कि भी असी न्यूजीलैंड की सरकार तो मंग करते हैं कि उस सपोर्ट करे खालिस्तान नूं। ये जिहड़ा सिखां दा हिस्टोरिकल होमलैंड है जिहदा ऐलाननामा 1986 च होया और ये साडा जिहड़ा पंजाब जिहड़ा 1849 च ब्रिटिश ने जिस दे उत्ते कब्जा कीता सी और उहदे नाल नाल उन्हां ने जिहड़ी कम्यूनिटी एडवोकेसी दे नाल ही जिहड़ा वो कंसैंसस जिहड़ी उन्होंने इंडिविजुअल लैवल के उत्ते भी बनाई। एनकरेज एंड सपोर्ट सिक्स हू आर केपेबल ऑफ सिंसीयरली रिप्रजेंटिंग कॉमन सिख इंटरेस्ट टू पार्टिसिपेट इन द गवर्नेंस एंड मीडिया ऑफ न्यूजीलैंड कि उन्होंने मदद करो जिहड़े उस सरकारी दरबारे और मीडिया दे विच पार्टिसिपेट करना चाहते हैं। काउंटर द डिफेमेटरी एंड प्रेजुडिस डिसइनफॉर्मेशन अगेंस्ट सिक्स स्टैमिंग फ्रॉम इंडियन मीडिया, उन्हों का जिहड़ा नफरती प्रचार है उदा मुंह तोड़ जवाब दियो। कन्फ्रंट विलिफिकेशन ऑफ टर्म खालिस्तान विच ट्रांसलेट्स टू द प्लेस ऑफ द खालसा ए कॉमनली यूज्ड नेम इन द ऑनर ऑफ खालसा टू रेफर टू ए सॉवरन सिख होमलैंड कि जिहड़े खालिस्तान वर्ड नूं भी जिहड़ा वो बदनाम कर रहे हैं उन्हां दा भी नोटिस लिया जाए क्योंकि ये साडा होमलैंड है और इसका मतलब ही है कि जिथे जिहड़ा एक पाक पवित्र
ਸਿਸਟਮ ਜਿੱਥੇ ਕਿ ਲੋਕ ਬਿਨਾਂ ਡਰ ਖੌਫ ਭੈ ਦੇ ਬਿਨਾਂ ਜ਼ਾਤ ਰੰਗ ਨਸਲ ਧਰਮ ਜੈਂਡਰ ਦੇ ਵਿਤਕਰੇ ਦੇ ਰਹਿ ਸਕਦੇ ਨੇ। ਔਰ ਅਖੀਰਲਾ ਰਿਕੁਐਸਟ ਰਿਪਰੈਜ਼ੈਂਟੇਟਿਵਸ ਆਫ ਗੁਰਦੁਆਰਾਸ ਐਂਡ ਸਿੱਖ ਆਰਗੇਨਾਈਜੇਸ਼ਨਸ to openly and unequivocally express support for Khalistan in alignment with collective aspirations of Sikh nation, continuing the endeavour of Shaheed Bhai Hardeep Singh Nijjar। ਹੁਣ ਇਹ ਬੜੀ ਸਟਰੋਂਗ ਸਟੇਟਮੈਂਟ ਹੈ ਕਿ ਭਾਈ ਅਸੀਂ ਗੁਰਦੁਆਰਿਆਂ ਨੂੰ ਔਰ ਦੂਸਰੀਆਂ ਸਾਰੀਆਂ ਜਿਹੜੀਆਂ ਆਰਗੇਨਾਈਜੇਸ਼ਨਸ ਨੇ ਉਹਨਾਂ ਨੂੰ ਕਹਿੰਦੇ ਹਾਂ ਕਿ ਖਾਲਿਸਤਾਨ ਦੀ ਹਮਾਇਤ ਕਰੋ। ਸੋ ਹੁਣ ਅਸੀਂ ਇਹ ਵੀ ਐਕਸਪੈਕਟ ਕਰਦੇ ਹਾਂ ਕਿ ਵਾਕ ਦਾ ਟਾਕ ਅੰਗਰੇਜ਼ੀ ਚ ਕਹਿੰਦੇ ਨੇ। ਬਹੁਤ ਸਟਰੋਂਗ ਸਟੇਟਮੈਂਟ ਹੈ। ਜੇ ਨਿਊਜ਼ੀਲੈਂਡ ਦੀਆਂ ਇੰਨੀਆਂ ਆਰਗੇਨਾਈਜੇਸ਼ਨਸ ਇੱਕ ਝੰਡੇ ਥੱਲੇ ਖੁੱਲੇ ਖਾਲਿਸਤਾਨ ਦੀ ਐਡਵੋਕੇਸੀ ਔਰ ਉਹਦੀ ਹਮਾਇਤ ਦੇ ਵਿੱਚ ਇਵੇਂ ਖਲੋਤੀਆਂ ਨੇ ਤੇ ਅਸੀਂ ਐਕਸਪੈਕਟ ਕਰਾਂਗੇ ਕਿ ਆਉਣ ਵਾਲੇ ਪੀਰੀਅਡ ਦੇ ਵਿੱਚ ਨਿਊਜ਼ੀਲੈਂਡ ਦੇ ਵਿੱਚ ਪ੍ਰੈਕਟੀਕਲ ਐਕਟੀਵਿਟੀ ਇਸ ਫੀਲਡ 'ਚ ਜਿਹੜੀ ਹੈ ਉਹ ਨਜ਼ਰ ਆਉਣੀ ਚਾਹੀਦੀ ਹੈ ਤਾਂ ਕਿ ਇਹ ਜਿਹੜੀ ਦੁਨੀਆ ਭਰ ਦੇ ਵਿੱਚ ਸਾਡੀ ਡਾਇਸਪੋਰਾ 5 ਮਿਲੀਅਨ ਸਿੱਖਾਂ ਦੀ ਆਵਾਜ਼ ਹੈ ਉਸ ਨੂੰ ਅਸੀਂ ਪੋਲੀਟੀਕਲ ਈਡੀਐਮ ਦੇ ਵਿੱਚ ਖਾਲਿਸਤਾਨ ਦੀ ਕਾਇਮੀ ਦੇ ਲਈ ਕਨਵਰਟ ਕਰ ਸਕੀਏ। ਜੀ ਡਾਕਟਰ ਸਾਹਿਬ ਬਿਲਕੁਲ ਸੋ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਲੈਣਾ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਕੀ ਤੁਸੀਂ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇੰਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵਿਊਅਰਸ ਵੈਲਕਮ ਬੈਕ ਹਮ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਇਸ ਵਾਰ ਕਨੌਲ ਦੇ ਮੁੱਦੇ ਤੇ ਕਿ ਪੰਜਾਬ ਦੀਆਂ ਜਿਹੜੀਆਂ ਸਾਰੀਆਂ ਸਿਆਸੀ ਪਾਰਟੀਆਂ ਕੇਂਦਰ ਦੇ ਇਸ਼ਾਰੇ ਤੇ ਨੱਚ ਰਹੀਆਂ ਨੇ ਕਿਉਂਕਿ ਇਹ ਕੇਂਦਰ ਦੇ ਨਾਲ ਹੀ ਰਲੀਆਂ ਹੋਈਆਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਅਕਸਰ ਇਹ ਕਹਿੰਦੇ ਹਾਂ ਕਿ ਕੁਦਰਤ ਨੇ ਸਾਨੂੰ ਇੱਕੋ ਇੱਕ ਦੌਲਤ ਨਾਲ ਸਾਡੀ ਉਸ ਧਰਤੀ ਨੂੰ ਨਵਾਜਿਆ ਜਿਸ ਚੋਂ ਸਾਡਾ ਨਾਮ ਵੀ ਨਿਕਲਿਆ ਪੰਜਾਬ। ਔਰ ਅੱਜ ਵੀ ਲਹਿੰਦੇ ਪੰਜਾਬ ਦੇ ਵਿੱਚ ਇੱਕ ਥਾਂ ਜਿਹਨੂੰ ਪੰਚ ਨਦ ਕਿਹਾ ਜਾਂਦਾ ਹੈ ਜਿੱਥੇ ਫਾਈਨਲ ਜਿਵੇਂ ਪਹਿਲਾਂ ਬਿਆਸ ਨਾਲ ਸਤਲੁਜ ਮਿਲਦੀ ਹੈ ਫਿਰ ਰਾਵੀ, ਝਨਾ, ਜੇਹਲਮ ਔਰ ਸਮੁੰਦਰ 'ਚ ਜਾਣ ਤੋਂ ਪਹਿਲਾਂ ਅਖੀਰਲਾ ਪੰਚ ਨਦ ਹੈ। ਪੁਰਾਣਾ ਲਫ਼ਜ਼ ਦਰਿਆ ਲਈ ਜਿਹੜਾ ਉਹ ਨਦੀ ਸੀ ਪੰਜਾਬ ਦੇ ਵਿੱਚ ਇਹੀ ਇਸਤੇਮਾਲ ਹੁੰਦਾ ਰਿਹਾ। ਹੁਣ ਅਸੀਂ ਇਹ ਵੀ ਦੇਖਦੇ ਹਾਂ ਕਿ ਭਾਈ ਜਦੋਂ 1960 ਦੇ ਵਿੱਚ ਇੰਡਸ ਵਾਟਰ ਟ੍ਰੀਟੀ ਹੁੰਦੀ ਹੈ ਉਦੋਂ ਪੰਜਾਬ ਜਿਹਨੂੰ 47 ਦੇ ਵਿੱਚ ਵੈਸੇ ਹੀ ਕੱਟ ਦਿੱਤਾ ਗਿਆ ਉਸ ਦਾ ਜਿਹੜੇ ਨੇ 2 ਹਿੱਸੇ ਹੋ ਗਏ ਪਰ ਉਸ 'ਚ 1960 ਦੀ ਇੰਡਸ ਵਾਟਰ ਟ੍ਰੀਟੀ ਸਤਲੁਜ, ਬਿਆਸ, ਰਾਵੀ 3 ਦਰਿਆ ਜਿਹੜੇ ਨੇ ਉਹ ਪੰਜਾਬ ਦੇ ਹਿੱਸੇ ਆਏ। ਝਨਾ, ਜੇਹਲਮ, ਇੰਡਸ ਜਿਹੜਾ ਉਹ ਪਾਕਿਸਤਾਨ ਦੇ ਹਿੱਸੇ ਆਇਆ। ਅੱਛਾ। ਔਰ ਕਿਵੇਂ ਚਲਾਕੀ ਨਾਲ 1950 ਤੋਂ ਹੀ ਜਦੋਂ ਕਿ ਪ੍ਰਤਾਪ ਸਿੰਘ ਕੈਰੋਂ ਪੰਜਾਬ ਦਾ ਚੀਫ ਮਿਨਿਸਟਰ ਬਣਿਆ ਚਲਾਕੀ ਨਾਲ ਉਹਨਾਂ ਨੇ ਜਿਹੜਾ ਇਹਨਾਂ 3 ਦਰਿਆਵਾਂ 'ਚ 16.5 ਮਿਲੀਅਨ ਏਕੜ ਫੁੱਟ ਪਾਣੀ ਉਸ ਪੀਰੀਅਡ ਦੇ ਵਿੱਚ ਕੈਲਕੂਲੇਟ ਕੀਤਾ ਗਿਆ ਸੀ ਉਹਦੇ 'ਚੋਂ 8.5 ਮਿਲੀਅਨ ਏਕੜ ਫੁੱਟ ਪਾਣੀ ਰਾਜਸਥਾਨ ਨੂੰ ਫ੍ਰੀ ਆਫ ਕਾਸਟ ਦੇਣ ਦਾ ਫੈਸਲਾ ਕੀਤਾ ਜਿਸ ਰਾਜਸਥਾਨ ਨਾਲ ਨਾ ਕੋਈ ਦਰਿਆ ਟੱਚ ਕਰਦਾ ਨਾ ਕੋਈ ਉਹਨਾਂ ਦਾ ਕਲੇਮ ਬਣਦਾ ਸੀ। ਫਿਰ ਗੱਲ ਇੱਥੇ ਨਹੀਂ ਰੁਕੀ। 1966 ਦੇ ਵਿੱਚ ਜਦੋਂ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਲਾਗੂ ਕੀਤਾ ਗਿਆ ਤੇ ਬਾਕੀ ਜਿਹੜਾ ਬਚਦਾ 8 ਮਿਲੀਅਨ ਏਕੜ ਫੁੱਟ ਪਾਣੀ ਸੀ ਉਸ ਚੋਂ ਵੀ ਜਿਹੜਾ ਉਹਨਾਂ ਨੇ ਆਲਮੋਸਟ 3.5 ਮਿਲੀਅਨ ਏਕੜ ਫੁੱਟ ਪਾਣੀ ਜਿਹੜਾ ਉਹ ਹਰਿਆਣੇ ਨੂੰ ਦਿੱਤਾ ਜਦੋਂ ਕਿ ਜਿਹੜਾ ਹਰਿਆਣੇ ਚੋਂ ਦਰਿਆ ਜਮਨਾ ਵਗਦਾ ਉਸ ਚੋਂ ਇੱਕ ਬੂੰਦ ਵੀ ਪੰਜਾਬ ਨੂੰ ਨਹੀਂ ਦਿੱਤੀ ਗਈ ਔਰ ਹਰਿਆਣੇ ਨੂੰ ਦੇਣ ਵੇਲੇ ਕਲੇਮ ਦਿੱਤਾ ਗਿਆ ਕਿਉਂਕਿ ਹਰਿਆਣਾ ਪੰਜਾਬ ਦਾ ਹਿੱਸਾ ਸੀ 1966 ਤੱਕ। ਇਸ ਲਈ ਭਾਵੇਂ ਅੱਜ ਹਰਿਆਣੇ ਨਾਲ ਸਤਲੁਜ, ਬਿਆਸ, ਰਾਵੀ ਨਹੀਂ ਲੱਗਦੇ ਪਰ ਉਹਦਾ ਹੱਕ ਬਣਦਾ ਲੇਕਿਨ ਇਹੀ ਆਰਗੂਮੈਂਟ ਜਮਨਾ ਦਰਿਆ ਦਾ ਪਾਣੀ ਪੰਜਾਬ ਨੂੰ ਦੇਣ ਲਈ ਨਹੀਂ ਇਸਤੇਮਾਲ ਕੀਤਾ ਗਿਆ। ਹੁਣ ਜਿਹੜਾ ਪਾਣੀ ਰਹਿ ਗਿਆ ਅਸੀਂ ਦੇਖਦੇ ਹਾਂ ਕਿ ਈਵਨ ਉਸ ਪੰਜਾਬ ਰੀਆਰਗੇਨਾਈਜੇਸ਼ਨ ਐਕਟ 'ਚ ਆਪਣੇ ਕਨਸਟੀਟਿਊਸ਼ਨ ਨੂੰ ਵਾਇਲੇਟ ਕਰਕੇ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਬਣਾਇਆ ਗਿਆ ਕਿ ਭਾਈ ਇਹਦੇ ਕੰਟਰੋਲ 'ਚ ਹੋਏਗਾ, ਜਿਹਦੇ 'ਚ ਪੰਜਾਬ, ਹਰਿਆਣਾ, ਹਿਮਾਚਲ, ਰਾਜਸਥਾਨ ਦੇ ਨੁਮਾਇੰਦਿਆਂ ਦੇ ਉੱਤੇ ਕੇਂਦਰ ਦੇ ਨੁਮਾਇੰਦੇ, ਤਾਂ ਕਿ ਪੰਜਾਬ ਦੀ ਆਵਾਜ਼ ਉਹਦੇ ਨੁਮਾਇੰਦੇ ਵੀ ਹੋਣ ਤੇ ਉਹ ਮਾਈਨੋਰਿਟੀ 'ਚ ਹੋਏ। ਉਹ ਵੀ ਜਿਹੜਾ ਲੇਟਲੀ ਅਸੀਂ ਜਦੋਂ ਭਗਵੰਤ ਮਾਨ ਨੇ ਟੇਕ ਓਵਰ ਕੀਤਾ, ਜਿਹੜੇ ਉਸ ਕੋਟੇ 'ਚ ਉਹਨਾਂ ਨੇ ਸੈਂਟਰ ਨੇ ਆਪਣੇ ਬੰਦੇ ਲਿਆ ਕੇ ਬਿਲਕੁਲ ਹੀ ਪੰਜਾਬ ਨੂੰ ਬੇਜ਼ੁਬਾਨ ਕਰ ਦਿੱਤਾ। ਹੁਣ ਜਦੋਂ ਇਸ ਗੱਲ ਤੱਕ ਗੱਲ ਰੁਕੀ ਨਹੀਂ ਕਿ ਭਾਈ ਪੰਜਾਬ ਦਾ ਪਾਣੀ ਕਿਵੇਂ ਲੁੱਟਿਆ ਗਿਆ, 2/3 ਪਹਿਲਾਂ ਹੀ ਜਾ ਰਿਹਾ ਸੀ। ਜੇ ਅਸੀਂ ਡੇਟ ਲਾਈਨ ਦੇਖੀਏ, ਕਿਉਂਕਿ SYL ਕਨਾਲ ਦਾ ਇਸ਼ੂ ਇਸ ਵੇਲੇ ਪਿਛਲੇ 3 ਦਿਨ ਤੋਂ ਮੰਗਿਆ ਹੋਇਆ ਹੈ ਸਾਡੇ ਲਈ, ਕਿਉਂਕਿ ਦੂਸਰੇ ਇਸ਼ੂ ਚੱਲ ਰਹੇ ਸੀ, ਇਸ ਲਈ ਮੈਂ ਕੱਢਿਆ ਹੁੰਦਾ ਸੀ ਵੀ ਡਿਸਕਸ ਕਰਨਾ, ਪਰ ਬੈਕ ਚਲਾ ਜਾਂਦਾ ਸੀ। ਹੁਣ ਕਿਉਂਕਿ ਆਲਰੇਡੀ ਪੋਲੀਟੀਕਲ ਡਿਬੇਟ ਦਾ ਕੇਂਦਰ ਬਿੰਦੂ ਬਣਿਆ, ਔਰ ਈਵਨ ਇਹ ਪੰਜਾਬ ਗਵਰਨਮੈਂਟ ਨੇ 2 ਰੋਜ਼ਾ ਅਸੈਂਬਲੀ ਸੈਸ਼ਨ 20 ਤੇ 21 ਅਕਤੂਬਰ ਨੂੰ ਕਾਲ ਕੀਤਾ ਹੈ। ਇਸ ਤੋਂ ਪਹਿਲਾਂ ਇਹ ਦੋਨੋਂ ਹੀ ਭਗਵੰਤ ਮਾਨ ਨੇ ਕਿਹਾ ਜੀ ਓਪਨ ਡਿਬੇਟ ਕਰ ਲਓ, ਬਾਜਵੇ ਨੇ ਅੱਗੋਂ ਕੁਛ ਕਿਹਾ, ਸੁਖਬੀਰ ਬਾਦਲ ਨੇ ਕਿਹਾ, ਲੱਖਾ ਸਿਧਾਣਾ ਨੇ ਕਿਹਾ ਜੀ ਮੇਰੇ ਨਾਲ ਡਿਬੇਟ, ਉਹ ਜਿਵੇਂ ਜਗਲਰੀ ਮਦਾਰਪੁਣਾ। ਔਰ ਤੁਸੀਂ ਅਸਲੀ ਇਸ਼ੂ, ਕਿਉਂਕਿ ਇੱਕ ਪਾਸੇ ਦੁਨੀਆ ਦੇ ਵਿੱਚ ਇੰਡੀਆ ਨੂੰ ਕਟਹਿਰੇ 'ਚ ਖੜਾ ਕੀਤਾ ਗਿਆ ਟਰਾਂਸਨੈਸ਼ਨਲ ਰਿਪਰੈਸ਼ਨ ਦੇ ਥੱਲੇ, ਉਸ ਇਸ਼ੂ ਦੇ ਉੱਤੇ ਨਾ ਭਗਵੰਤ ਮਾਨ ਬੋਲਿਆ, ਨਾ ਪੰਜਾਬ ਦੀ ਕਿਸੇ ਧਿਰ ਨੇ ਕਿ ਭਾਈ ਸਾਡਾ ਪੰਜਾਬ ਦਾ ਪੁੱਤਰ ਉਸੇ ਧਰਤੀ ਦਾ। ਇਹ ਤਾਂ ਜਦੋਂ ਮਾਰਿਆ ਜਾਂਦਾ ਉਸ ਤੋਂ ਬਾਅਦ ਜਾ ਕੇ ਉਹਨਾਂ ਦੀ NSA ਵਾਲੇ ਜਿਹੜੇ ਉਹਨਾਂ ਦੇ ਨੇ ਉਹ ਜਾ ਕੇ ਉਹਦੇ ਹਰਦੀਪ ਸਿੰਘ ਨਿੱਜਰ ਦੇ ਘਰ ਤੇ ਕੁਰਕੀ ਦਾ ਜਿਹੜਾ ਉਹ ਕਾਗਜ਼ ਚਿਪਕਾ ਕੇ ਆਉਂਦੇ ਨੇ। ਸੋ ਇਹ ਵੀ ਜਦੋਂ ਇੱਕ ਡਾਈਵਰਸ਼ਨ ਵਾਲਾ ਟੈਕਟਿਕ ਕਿਹਾ ਜਾਂਦਾ ਹੈ, ਇਹ ਇਵੇਂ ਹੀ ਹੈ, ਕਿਉਂਕਿ ਅਸਲੀ ਇਸ਼ੂ ਤਾਂ ਪਾਣੀ ਤਾਂ ਆਲਰੇਡੀ ਉਹਨਾਂ ਦੇ ਕੋਲ ਹੈ, ਪਹਿਲਾਂ ਹੀ ਲੁੱਟ ਰਹੇ ਨੇ। ਉਹ SYL ਹੈ ਨਹੀਂ ਹੈ, ਇਹ ਬਿਸਾਈਡਸ ਦਾ ਪੁਆਇੰਟ ਹੈ। ਆਲਰੇਡੀ ਭਾਖੜਾ ਮੇਨ ਲਾਈਨ 'ਚੋਂ ਉਹਨਾਂ ਦੇ ਹਿੱਸਾ ਕਹਿ ਕੇ ਪਾਣੀ ਵਾਧੂ ਉਹਨਾਂ ਨੂੰ ਦੇ ਰਹੇ ਨੇ। ਕਿਵੇਂ ਚੁੱਪ-ਚੁਪੀਤੇ ਭਗਵੰਤ ਮਾਨ ਨੇ ਈਵਨ ਰਾਜਸਥਾਨ ਜਿੱਥੇ ਚੋਣਾਂ ਹੋਣੀਆਂ ਨੇ, ਇਹਨਾਂ ਦਾ ਆਮ ਆਦਮੀ ਪਾਰਟੀ ਦਾ ਇੰਟਰਸਟ ਸੀ, ਉੱਥੇ ਪੰਜਾਬ 'ਚੋਂ ਵਾਧੂ ਪਾਣੀ ਉਹਨਾਂ ਦੇ ਪਵਾ ਕੇ ਜਿਹੜਾ ਉਹ ਪੰਜਾਬ ਨੂੰ ਕੰਗਾਲ ਕਰਨ ਵੱਲ ਤੋਰਿਆ। ਪਰ ਹੁਣ ਕਿਉਂਕਿ ਇਸ ਲਈ ਮੰਗਿਆ ਕਿ ਪਿਛਲੇ ਦਿਨਾਂ 'ਚ ਜਿਹੜਾ SYL ਕਨਾਲ ਦਾ ਇਸ਼ੂ ਸੁਪਰੀਮ ਕੋਰਟ ਸੀ, ਉਹਨਾਂ ਨੇ ਇਹ ਸੈਂਟਰ ਨੇ ਕਿਹਾ ਸੁਪਰੀਮ ਕੋਰਟ ਨੂੰ ਜੀ ਅਸੀਂ ਬੇਵੱਸ ਹੈ, ਪੰਜਾਬ ਵਾਲੇ ਕੋਆਪਰੇਟ ਨਹੀਂ ਕਰ ਰਹੇ। ਉਹਨਾਂ ਨੇ ਤਾਂ ਜ਼ਮੀਨ ਵੀ ਵਾਪਸ ਕਰ ਦਿੱਤੀ SYL ਕਨਾਲ ਜਿਨ੍ਹਾਂ ਤੋਂ ਐਕਵਾਇਰ ਕੀਤੀ ਸੀ ਕਿਸਾਨਾਂ ਤੋਂ, ਔਰ ਸੁਪਰੀਮ ਕੋਰਟ ਨੇ ਕਿਹਾ ਜੀ ਪੰਜਾਬ ਕੋਆਪਰੇਟ ਕਰੇ ਔਰ ਪੰਜਾਬ ਦੱਸੇ ਕਿ ਜੀ ਕਿੰਨਾ ਜਿਹੜੀ ਹੈ ਉਹ ਬਣੀ ਹੈ, ਕਿੰਨੀ ਰਹਿ ਗਈ ਹੈ। ਹੁਣ ਇਸ ਸਾਰੇ ਦੇ ਚੱਲਦੇ ਆ ਜੇ ਟਾਈਮਲਾਈਨ ਅਸੀਂ ਦੇਖੋ ਕਿ ਭਾਈ ਇਸ ਦੇ ਬਾਵਜੂਦ ਕਿ ਪਾਣੀ ਲੁੱਟਿਆ ਜਾ ਰਿਹਾ ਸੀ, 1981 ਦੇ ਵਿੱਚ ਇੰਦਰਾ ਗਾਂਧੀ ਨੇ ਇਹ ਅਵਾਰਡ ਦੇ ਨਾਂ ਥੱਲੇ ਕਰਪੂਰੀ ਜ਼ਿਲ੍ਹਾ ਪਟਿਆਲਾ, ਜਦੋਂ ਇਹੀ ਅਮਰਿੰਦਰ ਪੰਜਾਬ ਕਾਂਗਰਸ ਦਾ ਪ੍ਰਧਾਨ ਸੀ ਸ਼ਾਇਦ, ਜਾਂ MP ਸੀ ਪਟਿਆਲੇ ਤੋਂ, ਟੱਕ ਲਾਉਣ ਵੇਲੇ ਇਹ ਆਏ। ਔਰ ਇਹ ਜਿਹੜੀ SYL ਕਨਾਲ ਹੈ 214 ਕਿਲੋਮੀਟਰ ਹੈ ਲੰਬੀ, ਜਿਹਦੇ ਚੋਂ 122 ਕਿਲੋਮੀਟਰ ਪੰਜਾਬ ਚੋਂ ਗੁਜ਼ਰਦੀ ਹੈ। ਸੋ ਇਹ ਇਕੱਲੀ ਇਹੀ ਨਹੀਂ ਵੀ ਪੰਜਾਬ ਦੀ ਜ਼ਮੀਨ ਤਬਾਹ ਕਰਕੇ ਪੰਜਾਬ ਦਾ 122 ਕਿਲੋਮੀਟਰ ਜਿਹੜਾ ਪੰਜਾਬ ਚੋਂ, ਔਰ ਉਹਦੇ ਚੋਂ ਪੰਜਾਬ ਦੀਆਂ ਜਿੱਥੋਂ ਲੰਘਣੀ ਹੈ ਨਹਿਰ, ਉਹ ਤੁਸੀਂ ਇੱਕ ਬੂੰਦ ਵੀ ਲੈ ਨਹੀਂ ਸਕਦੇ, ਜਿਵੇਂ ਤੁਸੀਂ ਰਾਜਸਥਾਨ ਕਨਾਲ ਚੋਂ ਨਹੀਂ ਲੈ ਸਕਦੇ। ਔਰ ਇਹ ਸਿਰਫ ਹਰਿਆਣੇ ਦੇ ਵਿੱਚ 92 ਕਿਲੋਮੀਟਰ ਔਰ ਪੰਜਾਬ ਚੋਂ 122 ਕਿਲੋਮੀਟਰ ਜਾਣਦਾ ਹੈ। ਔਰ ਇਹ ਉਦੋਂ ਹੀ ਮੋਰਚਾ ਅਕਾਲੀਆਂ ਨੇ ਕਰਪੂਰੀ ਦੇ ਵਿਖੇ ਲਾਇਆ ਸੀ। ਇੰਦਰਾ ਗਾਂਧੀ ਨੇ ਤਾਂ 80 ਜਦੋਂ ਵਾਪਸ ਪਾਵਰ 'ਚ ਆਈ, ਉਹਨੇ ਫੈਸਲਾ ਕਰ ਲਿਆ ਸੀ ਸਿੱਖਾਂ ਨੂੰ ਸਬਕ ਸਿਖਾਉਣਾ। ਪਹਿਲਾ ਸਬਕ ਸਿਖਾਉਣਾ ਸੀ ਵੀ ਇਹਨਾਂ ਦੀ ਕੁਦਰਤੀ ਦੌਲਤ ਪੰਜਾਬ ਜਿਹੜਾ ਇਹਨਾਂ ਕੋਲ 4.5 ਮਿਲੀਅਨ ਏਕੜ ਫੁੱਟ ਪਾਣੀ ਰਹਿ ਗਿਆ, ਇਹ ਵੀ ਲੁੱਟੋ। ਔਰ ਕਰਪੂਰੀ ਜਿਹੜਾ ਅਵਾਰਡ ਦੇ ਥੱਲੇ, ਜਿਹੜਾ SYL ਅਵਾਰਡ ਦੇ ਥੱਲੇ, ਉੱਥੇ ਉਹ ਟੱਕ ਲਾਉਣ ਆਈ ਔਰ ਉੱਥੋਂ ਹੀ ਧਰਮਯੁੱਧ ਮੋਰਚੇ ਦੀ ਸ਼ੁਰੂਆਤ ਹੁੰਦੀ ਹੈ। ਇਹ 2004 ਤੋਂ ਪਹਿਲਾਂ 2003 ਤੱਕ ਪਹੁੰਚਦੇ ਆ। ਸੁਪਰੀਮ ਕੋਰਟ ਨੇ ਪੰਜਾਬ ਨੂੰ ਕਿਹਾ ਸੀ ਕਿ ਬਈ ਤੁਸੀਂ ਬਣਾ ਕੇ ਦਿਓ, ਨਹੀਂ ਤਾਂ ਸੈਂਟਰ ਨੂੰ ਕਿਹਾ ਸੀ ਵੀ ਫੌਜ ਲਾ ਕੇ ਬਣਾਓ। ਔਰ 2004 'ਚ ਜਦੋਂ ਕੈਪਟਨ ਅਮਰਿੰਦਰ ਦੀ ਪਹਿਲੀ ਟਰਮ ਸੀ, ਦੂਜੀ ਵੇਲੇ ਤਾਂ ਉਹਨੇ ਪੂਰੀ ਚੋਰ ਲਟੇਰਾਪਨ ਕੀਤਾ, ਉਹ ਹਿੰਦੂ ਤਵੀਆਂ ਦਾ ਹੀ ਕੁੱਤਾ ਬਣਿਆ। ਲੇਕਿਨ ਪਹਿਲੀ ਵਾਰੀ 'ਚ ਉਹਨੇ ਇੱਕ ਕੰਮ ਜਿਹੜਾ ਟਰਮੀਨੇਸ਼ਨ ਆਫ ਵਾਟਰ ਐਗਰੀਮੈਂਟਸ ਐਕਟ ਪਾਸ ਕੀਤਾ 2004 'ਚ, ਕਿ ਜਿੰਨਾ ਪਾਣੀ ਜਾ ਰਿਹਾ। ਹੁਣ ਇਹ ਵੀ ਈਵਨ ਵੱਡਾ ਗੁਨਾਹ ਸੀ, ਉਹਦਾ ਇੱਕ ਸੈਕਸ਼ਨ 5 ਰੱਖ ਲਿਆ ਕਿ ਜਿੰਨਾ ਜਾ ਰਿਹਾ 2/3 ਉਹ ਅਸੀਂ ਕਲੇਮ ਨਹੀਂ ਕਰਾਂਗੇ, ਅੱਗੋਂ ਸਾਡੇ ਕੋਲ ਦੇਣ ਨੂੰ ਪਾਣੀ ਨਹੀਂ। ਲੇਕਿਨ ਹਾਲਾਂ ਉਦੋਂ ਗਵਰਨਰ ਨੇ ਇਹਦੇ ਤੇ ਦਸਤਖਤ ਕਰ ਦਿੱਤੇ, ਮਨਮੋਹਨ ਸਿੰਘ ਦੀ ਸਰਕਾਰ ਸੀ, ਪ੍ਰੈਜ਼ੀਡੈਂਟ ਕੋਲ ਗਿਆ, ਉਹਨਾਂ ਨੇ ਰੈਫਰੈਂਸ ਲਈ ਸੁਪਰੀਮ ਕੋਰਟ ਨੂੰ ਭੇਜ ਦਿੱਤਾ। ਤੇ 2004 ਤੋਂ ਬਾਅਦ ਹੁਣ ਤੱਕ ਆਲਮੋਸਟ ਤੁਸੀਂ ਦੇਖ ਲਓ 19 ਸਾਲਾਂ ਤੋਂ ਇਹ ਉਹਦੇ 'ਚ ਹੀ ਰਿੜਕਿਆ ਜਾ ਰਿਹਾ ਸੀ। ਹੁਣ ਸੁਪਰੀਮ ਕੋਰਟ ਨੇ ਕਿਹਾ ਜੀ ਬਣਾਓ ਇਹਨੂੰ ਪੰਜਾਬ ਨੂੰ, ਔਰ ਸੈਂਟਰ ਨੂੰ ਕਿਹਾ ਕਿ ਜੀ
ਇਸ ਨੂੰ ਕਰੋ। ਔਰ ਹੁਣ ਇਹ ਸਾਰੀਆਂ ਹੀ ਧਿਰਾਂ ਇਹਦੇ 'ਚ ਸਾਰੇ ਹੀ ਗੁਨਾਹਗਾਰ ਨੇ। ਹੈਂਡ ਇਨ ਗਲਵ ਦਾ ਮਤਲਬ ਹੀ ਇਹ ਹੁੰਦਾ ਹੈ ਕਿ ਸਭ ਕੱਲਾ ਚੋਰ ਤੇ ਕੁੱਤੀ ਨਹੀਂ ਰਲੇ ਹੋਏ, ਸਾਰੇ ਬਨਾਰਸੀ ਠੱਗ ਨੇ। ਬਾਦਲ ਨੇ ਆਪਣੀ ਪਹਿਲੀ ਟਰਮ ਵੇਲੇ ਹਰਿਆਣੇ ਦੇ ਦੇਵੀ ਲਾਲ ਤੋਂ ਪੈਸੇ ਲੈ ਕੇ ਇਹਦੀ ਸ਼ੁਰੂਆਤ ਕੀਤੀ। ਅਕਾਲੀਆਂ ਦੀ ਬਰਨਾਲਾ ਹਕੂਮਤ ਨੇ 1985 ਚ ਰਾਜੀਵ ਲੌਂਗੋਵਾਲ ਅਕੋਰਡ ਦੇ ਵਿੱਚ ਇਸ ਨੂੰ ਬਣਾਉਣ ਦਾ ਜਿਹੜਾ ਉਹ ਸਮਝੌਤਾ ਕੀਤਾ। ਕਾਂਗਰਸ ਤਾਂ ਉਹ ਦੇਣ ਵਾਲੀ ਇੰਦਰਾ ਗਾਂਧੀ ਔਰ ਜਿਹਦੇ ਨਾਲ ਇਹ ਲੱਗੇ ਹੋਏ ਨੇ, ਅੱਜ ਭਾਵੇਂ ਬਾਜਵਾ ਉੱਡ ਕਰਿਆ ਹੈ ਜਾਂ ਕੋਈ ਹੋਰ ਉੱਡ ਕਰਿਆ, ਬੀਜੇਪੀ ਹਮੇਸ਼ਾ ਹੀ ਹਰਿਆਣੇ ਦੇ ਹੱਕ 'ਚ ਭੁਗਤਦੀ ਰਹੀ ਤੇ ਕੇਜਰੀਵਾਲ ਦਿੱਲੀ ਦਾ ਬਾਣੀਆ ਜਿਹੜਾ ਤਾਂ ਪਹਿਲਾਂ ਹੀ ਕਹਿੰਦਾ ਜੀ ਇਹ ਜਿਹੜਾ ਰਿਵਰ ਵਾਟਰ ਹੈ ਇਹ ਤਾਂ ਰਾਸ਼ਟਰ ਦਾ ਸਰਮਾਇਆ ਹੈ ਔਰ ਇਹ ਜਿਹੜਾ ਇਸ ਦੇ ਉੱਤੇ ਸਭ ਦਾ ਹੱਕ ਹੈ। ਸੋ ਇਹਨਾਂ ਸਾਰਿਆਂ 'ਚੋਂ ਹੁਣ ਕੋਈ ਐਕਸਪੈਕਟ ਕਰੇ ਜੀ ਅਸੈਂਬਲੀ ਸੈਸ਼ਨ ਹੋਏਗਾ, ਦੂਜਾ ਹੋਏਗਾ, ਇਹ ਇੱਕ ਪਾਸੇ ਡਾਈਵਰਟ ਕੀਤਾ ਜਾ ਰਿਹਾ ਜੋ ਕੁਝ ਚੱਲ ਰਿਹਾ ਅਰਾਊਂਡ, ਤੇ ਦੂਸਰੇ ਪਾਸੇ ਪੰਜਾਬ ਦੇ ਪਾਣੀਆਂ ਦੀ ਫਾਈਨਲ ਲੁੱਟ ਦੀ ਤਲਵਾਰ ਅਗੇਨ ਉਹਨਾਂ ਨੇ ਸਿੱਖਾਂ ਦੇ ਸਿਰ ਤੇ ਲਟਕਾ ਦਿੱਤੀ ਹੈ। ਇਸ ਇਸ਼ੂ ਨੂੰ ਇਸਤੇਮਾਲ ਕਰਕੇ ਜੇ ਹਕੂਮਤ ਕੋਆਪਰੇਟ ਨਹੀਂ ਕਰੇਗੀ ਤੇ ਗਵਰਨਮੈਂਟ ਡਿਸਮਿਸ ਕੀਤੀ ਜਾ ਸਕਦੀ ਹੈ। ਉਹਨਾਂ ਨੇ ਸਿੱਖਾਂ ਨੂੰ ਸਬਕ ਸਿਖਾਉਣਾ ਹੈ। ਹੁਣ ਦੂਸਰੀ ਵਾਰ ਦਾ ਜਿਹੜਾ ਕਿਸਾਨ ਮੋਰਚੇ ਤੋਂ ਬਾਅਦ ਇਹਨਾਂ ਨੇ ਦੇਖ ਲਿਆ ਕਿ ਸਿੱਖ ਹੀ ਨੇ ਡਿਫਾਈਨਸ ਦੇਣ ਵਾਲੇ, ਔਰ ਇਹ ਬਾਹਰ ਵੀ ਜੋ ਹੁਣ ਅੱਜ ਸਿੱਖਾਂ ਨੇ ਆਵਾਜ਼ ਚੁੱਕ ਕੇ ਇਹਨਾਂ ਦੇ ਅਗਲੀ ਚਿਹਰੇ ਨੂੰ ਬੇਨਕਾਬ ਕੀਤਾ ਹੈ। ਸੋ ਇਹ ਅਸਲ ਦੇ ਵਿੱਚ ਖਾਲਿਸਤਾਨ ਦੇ ਖਿਲਾਫ ਲੜਾਈ, ਪੰਜਾਬ ਨੂੰ ਖਤਮ ਕਰਨਾ ਹੈ, ਪੰਜਾਬ ਦੇ ਰਿਸੋਰਸਿਸ ਨੂੰ, ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਦੇ ਹਵਾਲੇ ਕਰਨਾ ਹੈ। ਸੋ ਇਹ ਜਿੰਨੇ ਮਰਜ਼ੀ ਚਿਹਰੇ ਸੀ ਤੁਸੀਂ 4-5 ਪਾਰਟੀਆਂ ਦੇ ਦੇਖੋ, ਅਲਟੀਮੇਟਲੀ ਇਹ ਭਾਰਤੀ ਖੁਫੀਆ ਏਜੰਸੀ ਰਾਹ ਲਈ ਕੰਮ ਕਰ ਰਹੇ ਨੇ, ਹੈਂਡ ਇਨ ਗਲਵ ਨੇ, ਕਿਉਂਕਿ ਇਹ ਸਾਰੇ ਹੀ ਚੋਰ ਨੇ, ਇਹਨਾਂ ਦੇ ਦਿਲ ਵੀ ਕਾਲੇ ਨੇ, ਇਹਨਾਂ ਦੇ ਮੂੰਹ ਵੀ ਕਾਲੇ ਨੇ। ਔਰ ਇਹ ਜਿਹੜਾ ਬੰਦਾ ਚੋਰ ਹੁੰਦਾ ਹੈ, ਕਰਪਟ ਹੁੰਦਾ ਹੈ, ਕਾਣਾ ਕੀਤਾ ਹੁੰਦਾ ਹੈ, ਉਹਨੇ ਕੀ ਜਿਹੜਾ ਉਹ ਸਟਰਗਲ ਲੜਨੀ ਹੈ, ਕੀ ਕਿਸੇ ਨੇ ਮੋਰਚਾ ਲਾਣਾ ਹੈ। ਸਾਡੀਆਂ ਜਿਹੜੀਆਂ ਧਿਰਾਂ ਮਾੜੀਆਂ ਮੋਟੀਆਂ ਨੇ ਉਹ ਆਵਾਜ਼ ਚੁੱਕਦੀਆਂ ਨੇ, ਪਰ ਉਹਨਾਂ ਦੇ ਕੋਲ ਨਾ ਉਹਨਾਂ ਬਲ ਹੈ ਤੇ ਨਾ ਹੀ ਸ਼ਾਇਦ ਉਹ ਇੰਨੇ ਇਸ਼ੂ ਇੱਕੋ ਵੇਲੇ ਖੜੇ ਹੋ ਚੁੱਕੇ ਨੇ ਕਿ ਉਹ ਜਿਹੜੇ ਨੇ ਉਹ ਆਪਣੀ ਕੋਸ਼ਿਸ਼ ਕਰਨਗੇ। ਲੇਕਿਨ ਇਸ ਗੱਲ ਦਾ ਧਿਆਨ ਰਹੇ ਕਿ ਇਹ ਤਲਵਾਰ ਇੱਕ ਵਾਰ ਫੇਰ ਫਾਈਨਲੀ ਉਹਨਾਂ ਨੇ ਇਹ ਜਿਹਨੂੰ ਸੌਰਡ ਆਫ ਡੈਮੋਕਲਸ ਜਾਂ ਡੈਮੋਸਲਸ ਵੀ ਕਿਹਾ ਜਾਂਦਾ ਸੀ ਕਿ ਹੁਣ ਵੀ ਡਿੱਗੀ ਸਿਰ ਦੇ ਉੱਤੇ, ਕਿ ਹੁਣ ਵੀ ਡਿੱਗੀ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਥ ਲੈਣ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਆਉਣ ਵਾਲੇ ਸੈਕਸ਼ਨ ਦੇ ਵਿੱਚ ਕਿ ਮਾਲਦੀਵਸ ਦੇ ਜਿਹੜੇ ਪ੍ਰੈਜ਼ੀਡੈਂਟ ਨੇ ਐਲਾਨ ਕੀਤਾ ਹੈ ਕਿ ਉਹ ਬਹੁਤ ਜਲਦੀ ਭਾਰਤੀ ਫੌਜ ਨੂੰ ਮਾਲਦੀਵਸ ਤੋਂ ਬਾਹਰ ਕੱਢ ਦੇਵੇਗਾ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਨਾਲ ਤੁਹਾਡੇ ਲਾਈਵ ਜਿਹੜੇ ਮੈਸੇਜ ਨੇ ਉਹ ਆਪਾਂ ਐਂਟਰਟੇਨ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਕਿਉਂਕਿ ਇਸ ਵੇਲੇ ਮਿਡਲ ਈਸਟ ਦੀ ਡਿਵੈਲਪਮੈਂਟ ਔਰ ਦੂਸਰੇ ਇਸ਼ੂਜ਼ ਨੂੰ ਜਿਹੜਾ ਇਸ ਢੰਗ ਨਾਲ ਇੰਡੀਅਨ ਮੀਡੀਆ ਜਿਹੜਾ ਗੋਦੀ ਮੀਡੀਆ, ਦਰਬਾਰੀ ਮੀਡੀਆ ਉਹ ਉਭਾਰਦਾ ਹੈ ਕਿ ਐਂ ਲੱਗਦਾ ਵੀ ਬਾਕੀ ਸਭ ਭਾਰਤ ਦੇ ਹੱਕ ਵਿੱਚ ਹਵਾਵਾਂ ਚੱਲ ਰਹੀਆਂ ਨੇ। ਹਾਲਾਂਕਿ ਹਕੀਕਤਨ ਜੇ ਅਸੀਂ ਦੇਖੀਏ ਕਿ ਈਵਨ ਉਹਨਾਂ ਦੇ ਨੇਬਰਹੁੱਡ ਦੇ ਵਿੱਚ, ਜਿਵੇਂ ਅਸੀਂ ਗੱਲ ਕੀਤੀ ਸੀ ਕਿ ਬੰਗਲਾਦੇਸ਼ ਦੇ ਪ੍ਰੋਮੀਨੈਂਟ ਜਿਹੜੀ ਸ਼ੇਖ ਹਸੀਨਾ ਇਹਨਾਂ ਦੀ ਰਾਹ ਦੀ ਕ੍ਰੀਏਟ ਕੀਤੀ ਹੋਈ ਹੈ, ਉਹਨਾਂ 'ਚੋਂ ਬਹੁਤ ਸਾਰਿਆਂ ਦੇ ਵੀਜ਼ੇ ਅਮਰੀਕਾ ਦੇ ਸਟੇਟ ਡਿਪਾਰਟਮੈਂਟ ਨੇ ਕੈਂਸਲ ਕੀਤੇ ਨੇ ਕਿ ਉਹ ਡੈਮੋਕ੍ਰੈਟਿਕ ਪ੍ਰੋਸੈਸ ਨੂੰ ਫੋਲੋ ਨਹੀਂ ਕਰ ਰਹੇ। ਇਸੇ ਤਰ੍ਹਾਂ ਮਾਲਦੀਵਸ ਜਿਹੜਾ ਛੋਟਾ ਜਿਹਾ ਟਾਪੂ ਹੈ, ਆਲਮੋਸਟ ਉਹਨਾਂ ਦੇ 10,000 ਦੇ ਕਰੀਬ ਜਿਹੜੇ ਨੇ ਉਹ ਨਿੱਕੇ ਨਿੱਕੇ ਆਈਲੈਂਡ ਨੇ, 1200 ਨਾਟ 10,000 ਨੇ, ਮੇਡ ਅਪ ਆਫ 1200 ਕੋਰਲ ਆਈਲੈਂਡਸ। ਔਰ ਆਪਣਾ ਉਹ ਛੋਟਾ ਜਿਹਾ, ਕਿਉਂਕਿ ਬਹੁਤ ਸਾਰੇ ਜਿਹੜੇ ਕੋਰਲ ਆਈਲੈਂਡ ਨੇ ਅਨਇਨਹੈਬਿਟਡ ਨੇ, ਜਿੱਥੇ ਆਬਾਦੀ ਨਹੀਂ ਹੈ, ਇਹ ਛੋਟਾ ਜਿਹਾ ਹੈ, ਮੁਸਲਮਾਨ ਮੈਜੋਰਿਟੀ ਹੈ, ਸੁੰਨੀ ਮੁਸਲਮਾਨ ਨੇ। ਔਰ ਇਹ ਬੜਾ ਇਹਦੀ ਜਿਹੜੀ ਲੋਕੇਸ਼ਨ ਹੈ ਮਾਲਦੀਵਸ ਦੀ ਉਹ ਬੜੀ ਅਹਿਮ ਹੈ ਸਮੁੰਦਰ ਦੇ ਵਿੱਚ, ਕਿਉਂਕਿ ਖਾਸ ਤੌਰ ਤੇ ਜਦੋਂ ਹੁਣ ਇੰਡੋ ਪੈਸੀਫਿਕ ਦੇ ਨਾਂ ਥੱਲੇ ਜਿਹੜੀ ਸਟ੍ਰੈਟਜੀ ਜਾਂ ਜਿਹੜਾ ਅਮਰੀਕਾ ਇੰਡੀਆ ਅਲਾਇੰਸ ਜਾਂ ਚੀਨ ਨੂੰ ਘੇਰਨ ਦੀ ਲਾਈਨ
ਔਰ ਇਹ ਮਾਲਦੀਵਸ ਉਵੇਂ ਹੀ ਅਹਿਮੀਅਤ ਰੱਖਦਾ ਹੈ ਜਿਵੇਂ ਅੰਡੇਮਾਨ ਨਿਕੋਬਾਰ ਆਈਲੈਂਡ ਜਿਹੜੇ ਨੇ ਭਾਰਤ ਦੇ ਉਹ ਰੱਖਦੇ ਨੇ। ਉਹ ਤਾਂ ਦੱਬੇ ਹੋਏ ਨੇ ਇਹਨਾਂ ਨੇ, ਪਰ ਮਾਲਦੀਵਸ ਦੇ ਵਿੱਚ ਹੁਣ ਤੱਕ ਬਹੁਤ ਜ਼ਿਆਦਾ ਇਨਫਲੂਐਂਸ ਭਾਰਤ ਦਾ ਰਿਹਾ, ਕਿਉਂਕਿ ਉਹਨਾਂ ਦੇ ਲਈ ਵੀ ਜਿਹੜੀ ਟੂਰਿਸਟ ਇੰਡਸਟਰੀ ਆ ਉਹ ਹੀ ਸਭ ਬੜਾ ਖੂਬਸੂਰਤ ਹੈ ਉਹ। ਔਰ ਇਹਦੇ 'ਚ ਉਹ ਜਿਵੇਂ ਬੰਗਲਾਦੇਸ਼ 'ਚ ਇਹ ਆਪਣੀ ਹਕੂਮਤ ਬਣਾਉਂਦੇ ਨੇ ਹਮੇਸ਼ਾ ਰਾਹ ਰਾਹੀਂ ਸ਼ੇਖ ਹਸੀਨਾ ਦੂਜੀ ਆਪੋਜੀਸ਼ਨ ਨੂੰ ਦੱਬ ਕੇ ਰੱਖਣਾ ਜਾਂ ਮੁਕੱਦਮਿਆਂ 'ਚ ਉਲਝਾਉਣਾ, ਮਾਲਦੀਵਸ ਦੇ ਵਿੱਚ ਵੀ ਇਹਨਾਂ ਦੀ ਰਾਹ ਦੀ ਸਿੱਧੀ ਇੰਟਰਫੇਰੈਂਸ ਰਹੀ। ਔਰ ਜਿਹੜਾ ਐਕਸ ਪ੍ਰੈਜ਼ੀਡੈਂਟ ਸੀ ਹੁਣ ਦੀਆਂ ਚੋਣਾਂ ਜਿਹੜਾ ਆਇਆ ਉਹਨੇ ਇੱਕੋ ਹੀ ਜਿਹੜਾ ਆਪਣਾ ਸਲੋਗਨ ਦਿੱਤਾ ਸੀ ਕਿ ਜੇ ਮੈਂ ਪ੍ਰੈਜ਼ੀਡੈਂਟ ਬਣ ਗਿਆ ਤੇ ਫਿਰ ਮੈਂ ਮਾਲਦੀਵਸ ਚੋਂ ਭਾਰਤ ਦੀ ਫੌਜ ਨੂੰ ਬਾਹਰ ਕੱਢਾਂਗਾ। ਹਾਲਾਂਕਿ ਭਾਰਤ ਦੀ ਫੌਜ ਨੇ ਜੀ 2 ਹੈਲੀਕਾਪਟਰ ਨੇ, ਅਸੀਂ ਵਿਪਤਾ ਦੇ ਲਈ ਆਪਦਾ ਦੇ ਲਈ ਸੁਰੱਖਿਅਤ ਲਈ ਰੱਖੇ ਨੇ, ਲੇਕਿਨ ਇੰਡੀਅਨ ਆਰਮੀ ਪ੍ਰੈਜ਼ੈਂਸ ਰੱਖੀ ਹੋਈ ਹੈ। ਮਾਲਦੀਵਸ ਦਾ ਜਿਹੜਾ ਜਿਸ ਪ੍ਰੈਜ਼ੀਡੈਂਟ ਨੂੰ ਜੇਲ੍ਹ 'ਚ ਪਾ ਕੇ ਇੰਡੀਆ ਨੇ ਆਪਣਾ ਬਣਾਇਆ ਸੀ ਉਹ ਹੈ ਜਿਹਨੇ ਚਾਈਨਾ ਦੇ ਬੈਲਟ ਐਂਡ ਰੋਡ ਇਨੀਸ਼ੀਏਟਿਵ ਦੇ ਉੱਤੇ ਦਸਤਖਤ ਕੀਤੇ ਹੋਏ ਨੇ। ਬੰਗਲਾਦੇਸ਼ ਨੇ ਵੀ ਕੀਤੇ ਹੋਏ ਨੇ ਕਿ ਚਾਈਨਾ ਦੇ BRI ਦਾ ਹਿੱਸਾ ਨੇ। ਔਰ ਅੱਜ ਇਹਨਾਂ ਦੇ ਹੀ ਪ੍ਰੋਮੀਨੈਂਟ ਜਿਹੜੀ ਹੈ ਨਿਊਜ਼ ਹੈ, Maldives president-elect says he is committed to removing the Indian military from the archipelago. ਇੱਥੇ ਉਹਨਾਂ ਦੀ ਆਰਮੀ ਬੇਸ ਉਹਨਾਂ ਨੇ ਬਣਾਇਆ ਹੋਇਆ ਹੈ। The president-elect of Maldives says he is sticking to his campaign promise to remove Indian military personnel stationed in archipelago state, promising he will initiate the process. ਅਜੇ ਇਲੈਕਟ ਹੋਇਆ, ਉਹਨੇ ਕਿਹਾ ਜੀ ਮੈਂ ਜੋ ਪ੍ਰੋਮਿਸ ਕੀਤਾ ਸੀ ਉਸ ਨੂੰ ਮੈਂ ਪੂਰਾ ਕਰਾਂਗਾ ਔਰ ਮੈਂ ਬਹੁਤ ਜਲਦੀ ਭਾਰਤੀ ਫੌਜ ਨੂੰ ਉੱਥੋਂ ਜਿਹੜਾ ਆਰਕੀਪੈਲਾਗੋ ਜਿੱਥੇ ਬੇਸ ਹੈ ਉੱਥੋਂ ਕੱਢਣ ਦੀ ਕੋਸ਼ਿਸ਼ ਕਰਾਂਗਾ। ਉਹਨੇ ਕਿਹਾ ਜੀ ਮੈਂ ਆਈ ਸਟਿਕ ਟੂ ਕੈਂਪੇਨ ਪ੍ਰੋਮਿਸ ਟੂ ਰਿਮੂਵ ਇੰਡੀਅਨ ਮਿਲਟਰੀ ਪਰਸਨਲ ਸਟੇਸ਼ਨਡ ਇਨ ਆਰਕੀਪੈਲਾਗੋ ਸਟੇਟ, ਪ੍ਰੋਮਿਸਿੰਗ ਹੀ ਵੁਡ ਇਨੀਸ਼ੀਏਟ ਦਾ ਪ੍ਰੋਸੈਸ। ਮੁਹੰਮਦ ਮੁਇਜ਼ੋ told his supporters gathered Monday night at his celebration of his election victory that he would not stand for a foreign military staying in the Maldives against the will of its citizens. ਉਹਨੇ ਕਿਹਾ ਜੀ ਜੇ ਮੈਂ ਪ੍ਰੋਮਿਸ ਕੀਤਾ ਔਰ ਆਪਣੀ ਵਿਕਟਰੀ ਸਟੇਟਮੈਂਟ ਦੇ ਰਿਹਾ ਸੀ ਕਿ ਆਪਣੀ ਧਰਤੀ ਦੇ ਉੱਤੇ ਅਸੀਂ ਕਿਸੇ ਨੂੰ ਵੀ ਬਾਹਰਲੇ ਮੁਲਕ ਦੀ ਫੌਜ ਨੂੰ ਨਹੀਂ ਰਹਿਣ ਦੇਵਾਂਗੇ। People have told us that they don't want foreign military here. ਔਰ ਉਹਦੇ 'ਚ ਹੁਣ ਇਹਨਾਂ ਦਾ ਖੁਦ ਹੀ ਮੀਡੀਆ ਕਹਿ ਰਿਹਾ ਇਟ ਇਜ਼ ਏ ਸੀਰੀਅਸ ਬਲੋ ਟੂ ਇੰਡੀਆ ਇਨ ਇਟਸ ਜੀਓਪੋਲਿਟੀਕਲ ਰਾਈਵਲਰੀ ਵਿਦ ਚਾਈਨਾ ਇਨ ਦਾ ਇੰਡੀਆ ਓਸ਼ਨ ਰੀਜਨ where the Maldives presidential runoff election on Saturday was seen as a virtual referendum on which of the regional powers would have the biggest influence on the archipelago. ਉਹਨਾਂ ਨੇ ਕਿਹਾ ਰੈਫਰੈਂਡਮ ਸੀ, ਉਹਨੇ ਕਿਹਾ ਮੈਂ ਕੱਢਾਂਗਾ ਇੰਡੀਅਨ ਫੌਜ ਨੂੰ। ਸੋ ਜਿਹੜੇ ਲੋਕ ਨੇ ਉਹ ਚੀਨ ਦੇ ਹੱਕ ਵਿੱਚ ਖਲੋਤੇ ਨੇ ਔਰ ਇਸ ਸਾਰੇ ਦੇ ਚੱਲਦੇ ਆ ਉਹਨੇ ਕਿਹਾ ਉਹਨਾਂ ਦਾ ਮੇਨ ਥੀਮ ਹੀ ਇਹ ਸੀ ਮਿਸਟਰ ਮਿਊਜ਼ੋ ਦਾ ਕਿ ਇੰਡੀਆ ਆਊਟ। ਉਹਨੇ ਨਾਰਾ ਹੀ ਇਹ ਦਿੱਤਾ ਵੀ ਇੰਡੀਆ ਆਊਟ। ਹੁਣ ਇਸ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਜਿਹਦੇ ਗਵਾਂਢੀ ਵੀ ਉਹਦੇ ਨਾਲ ਨਹੀਂ ਨੇ, ਰਾਦਰ ਉਸ ਦੇ ਉਲਟ ਭੁਗਤ ਰਹੇ ਨੇ। ਇਹ ਕਿਹੜੀ ਸੁਪਰ ਪਾਵਰ ਹੈ, ਕਿਹੜੀ ਰੀਜਨਲ ਪਾਵਰ ਹੈ, ਕਿਹੜੀ ਇਕਨੋਮਿਕਲ ਪਾਵਰ ਹੈ, ਤੇ ਉੱਥੇ ਬੈਠੇ ਜਿਹੜੇ ਨੇ ਉਹ ਪੂੰਛ ਚੱਡਿਆਂ 'ਚ ਦੇ ਕੇ ਕਹਿ ਰਹੇ ਨੇ ਜੀ ਅਸੀਂ ਇਜ਼ਰਾਈਲ ਦੇ ਨਾਲ ਖੜੇ ਹਾਂ। ਤੁਸੀਂ ਆਪਣੇ ਆਪ ਦੇ ਨਾਲ ਖਲੋਣ ਜੋਗੇ ਨਹੀਂ ਹੋ ਔਰ ਤੁਹਾਡਾ ਹਸ਼ਰ ਜਿਹੜਾ ਹੈ ਉਹ ਸੋਵੀਅਤ ਯੂਨੀਅਨ ਔਰ ਯੂਗੋਸਲਾਵੀਆ ਦੀ ਡਿਸਇੰਟੈਗ੍ਰੇਸ਼ਨ ਵਾਂਗ ਕਈ ਟੁਕੜਿਆਂ 'ਚ ਤੁਹਾਡਾ ਵੰਡਿਆ ਜਾਣ ਵਾਲਾ ਹੋਣ ਵਾਲਾ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਣੇ ਵਿਊਅਰਸ ਜਿਹੜੇ ਮੈਸੇਜ ਨੇ YouTube ਦੇ ਉੱਪਰ ਓਪਨ ਲਾਈਨ ਜਾਣੇ ਆ, ਸਭ ਦਾ ਬਹੁਤ ਬਹੁਤ ਸ਼ੁਕਰੀਆ ਅਦਾ ਕਰਦੇ ਆ। ਔਰ ਇੰਦਰਜੀਤ ਸਿੰਘ ਸੰਧੂ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ ਔਰ ਬਲਜੀਤ ਬਰਾਜੀ ਫਤਿਹ ਬੁਲਾਉਂਦੇ ਨੇ ਔਰ 61010 ਕਹਿੰਦੇ ਨੇ ਵੀ ਕੈਨਟ ਫੋਰਗੇਟ ਸ਼ਹੀਦ ਹਰਦੀਪ ਸਿੰਘ ਐਂਡ ਇੰਡੀਆਜ਼ ਟ੍ਰਾਂਸਲੇਸ਼ਨ ਰਿਪਰੈਸ਼ਨ ਉਹਨਾਂ ਨੇ ਕਿਹਾ। ਐਂਡ ਇਸੇ ਤਰ੍ਹਾਂ ਰਾਜਨਪ੍ਰੀਤ ਵੀ ਫਤਿਹ ਬੁਲਾਉਂਦੇ ਨੇ ਔਰ ਜਸਪ੍ਰੀਤ ਬਰਾੜ ਜੀ ਵੀ ਫਤਿਹ ਬੁਲਾਉਂਦੇ ਨੇ ਔਰ ਲਖਵਿੰਦਰ ਸਿੰਘ ਔਲਖ ਜੀ ਵੀ ਕਹਿੰਦੇ ਨੇ ਸਤਿ ਸ਼੍ਰੀ ਅਕਾਲ, ਗੁਰੂ ਸਾਹਿਬ ਖਾਲਸਾ ਜ਼ਿੰਦਾਬਾਦ, ਆਜ਼ਾਦ ਪੰਜਾਬ, ਖੁਸ਼ਹਾਲ ਪੰਜਾਬ। ਐਂਡ ਖਾਲਸਾ ਦੇਸ਼ ਪੰਜਾਬੀ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਜਸਵੀਰ ਬਰਾੜ ਜੀ ਕਹਿੰਦੇ ਖਾਲਸਾ ਰੈਫਰੈਂਡਮ ਵੋਟਿੰਗ 29 ਅਕਤੂਬਰ, ਸਰੀ, ਵੈਨਕੂਵਰ, ਕੈਨੇਡਾ, ਪੰਜਾਬ, ਹਾਲ ਖਾਲਸਾ ਜ਼ਿੰਦਾਬਾਦ ਉਹਨਾਂ ਨੇ ਕਿਹਾ। ਔਰ ਇਸੇ ਤਰ੍ਹਾਂ ਮਜੀਦ ਸਿੰਘ ਇਨਸਾਨੀ ਵੀ ਫਤਿਹ ਬੁਲਾਉਂਦੇ ਨੇ ਔਰ ਖਾਲਸਾ ਰਾਜ ਵੀ ਕਹਿੰਦੇ ਨੇ ਕਿ ਵਾਹਿਗੁਰੂ ਮਿਹਰ ਕਰਨਾ ਸਾਰਿਆਂ ਤੇ। ਐਂਡ ਜ਼ੁਬੇਰ ਜਾਕੂਬੀ ਜੀ ਵੀ ਆਏ ਨੇ, ਕਹਿੰਦੇ ਨੇ ਕਿ डॉक्टर साहब प्रे फॉर पीस, आपको तो पता है मैं तो उस इलीगल मुल्क का नाम भी लेना पसंद नहीं करता। अब ये जंग मजहबी जंग में तब्दील हो चुकी है। सो इंडिया के मीडिया को देखकर ऐसे लगता है कि जैसे कि हमास ने
ये हमला इंडिया पर किया हो। ਬਿਲਕੁਲ ਔਰ ਕਹਿੰਦੇ ਨੋ ਜਸਟਿਸ ਨੋ ਪੀਸ। ਐਂਡ ਇਸੇ ਤਰ੍ਹਾਂ ਹਰਮਿੰਦਰ ਸਿੰਘ ਜੀ ਕਹਿੰਦੇ ਨੇ ਸਾਨੂੰ ਫਤਿਹ ਬੁਲਾਉਂਦੇ ਨੇ ਔਰ ਕਹਿੰਦੇ ਨੇ ਕਿ ਟੀਵੀ 84 ਚੈਨਲ ਦੇਖ ਰਹੇ ਖਾਲਸਾਨੀ ਭੈਣਾਂ ਤੇ ਭਰਾਵਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਐਂਡ ਖਾਲਸਾ ਜ਼ਿੰਦਾਬਾਦ ਕਹਿੰਦੇ ਨੇ। ਐਂਡ ਜਸਕੀਰਤ ਸਿੰਘ ਜੀ ਵੀ ਫਤਿਹ ਬੁਲਾ ਕੇ ਕਹਿੰਦੇ ਰਾਜ ਸਾਹਿਬ ਜੀ ਜੋ ਮਸਲਾ ਮਿਡਲ ਈਸਟ ਵਿੱਚ ਚੱਲ ਰਿਹਾ ਸਾਡੀ ਧਿਰ ਨੂੰ ਬਹੁਤ ਟਿੱਪਣੀ ਕਰਨ ਦੀ ਬਜਾਏ ਚੁੱਪ ਰਹਿਣਾ ਚਾਹੀਦਾ ਹੈ ਕਿਉਂਕਿ ਅਸੀਂ ਹਜੇ ਕੋਈ ਧਿਰ ਨਹੀਂ ਆ, ਸਾਡਾ ਕੋਈ ਦੇਸ਼ ਨਹੀਂ ਹੈ। ਸੋ ਇਸੇ ਤਰ੍ਹਾਂ ਜੋਨ ਸਨ ਵੀ ਨਾਈਸ ਸਰ ਕਹਿੰਦੇ ਨੇ। ਐਂਡ ਜ਼ੁਬੇਰ ਜੀ ਕਹਿੰਦੇ ਨੇ ਕਿ ਜਬ ਤੱਕ इंसाफ नहीं होगा दुनिया में अमन नहीं होगा। इंडिया होश करे कश्मीर और खालिस्तान आज़ाद करे वरना इंडिया तबाह हो जाएगा। इसी तरह जतिंदर सिंह जी भी फतेह बुलाते हैं और मनजीत सिंह मठारू जी कहते गुरसिखां नूं वधाइयां। गुरां ने सिखां दी बांह फड़ी ते सिखां दा घर खालसा जल्द बन रहा। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹਨਾਂ ਨੇ ਕਿਹਾ। ਮੇਰਾ ਖਿਆਲ ਹੈ ਮੈਂ ਹੁਣ ਫੇਸਬੁੱਕ ਤੇ ਮੈਸੇजेस ਲੈਂਦਾ। ਹਾਂਜੀ ਬਾਈ ਲਾਡੀ ਕਹਿੰਦੇ ਨੇ ਅਕਾਲ ਹੀ ਅਕਾਲ 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 ਅਕਾਲ। ਰਣਜੋਤ ਸਿੰਘ ਉਹਨਾਂ ਨੇ ਫਤਿਹ ਬੁਲਾਈ। ਰਾਜਵਿੰਦਰ ਸਿੰਘ ਜਿਹੜੇ ਸਾਡੇ ਰੈਗੂਲਰ ਵਿਊਅਰ ਨੇ ਨਾਲ ਦੀ ਨਾਲ ਕਮੈਂਟ ਵੀ ਕਰਦੇ ਨੇ। ਉਹਨਾਂ ਨੇ ਕਿਹਾ ਦਿਸ ਸ਼ੇਮਲੈਸ ਨੇਤਨਯਾਹੂ ਸ਼ੁੱਡ ਬੀ ਹੈਲਡ ਅਕਾਊਂਟੇਬਲ for the loss of all lives lost on both sides, and if he has any shame, he should have resigned for his willful failure to save his people. ਰਾਜਵਿੰਦਰ ਸਿੰਘ ਜੀ ਇਹ ਜਿਹੜੇ ਸੱਤਾ ਦੇ ਭੁੱਖੇ ਲੋਕ ਹੁੰਦੇ ਨੇ ਉਹ ਨੇਤਨਯਾਹੂ ਹੋਏ, ਮੋਦੀ ਹੋਏ, ਪੁਤਿਨ ਹੋਏ, ਇਹਨਾਂ ਨੂੰ ਫਰਕ ਨਹੀਂ ਪੈਂਦਾ। ਇਹ ਸਾਰੇ ਮੈਗਲੋਮੈਨਿਕ ਵੀ ਨੇ, ਨਾਰਸਿਸਿਸਟ ਵੀ ਨੇ ਔਰ ਮੈਂਟਲੀ ਸਿਕ ਲੋਕ ਨੇ। ਇਹਨਾਂ ਦੇ ਲਈ ਪਾਵਰ ਹੀ ਮੈਟਰ ਕਰਦੀ ਹੈ। ਇਹਨਾਂ ਨੂੰ ਹਿਊਮਨ ਜਿਹੜਾ ਦੁੱਖ ਹੈ ਜਾਂ ਡੁੱਲਿਆ ਖੂਨ ਹੈ ਉਹ ਇਹਨਾਂ ਤੇ ਕੋਈ ਅਸਰ ਨਹੀਂ ਕਰਦਾ। ਫਿਰ ਉਹਨਾਂ ਨੇ ਕਿਹਾ ਕਿ ਵੀ ਇਟ ਲੁਕਸ ਲਾਈਕ ਕਿਲਰ ਨੇਤਨਯਾਹੂ planned it so they can occupy more of Gaza land and it's easier to kill people in the name of terrorism. That is why killer Modi wants the Sikhs to pick up arms. ਇਹ ਚਾਰਜ ਸਾਡਾ ਨਹੀਂ ਹੈ, ਇਹ ਈਵਨ ਇਜ਼ਰਾਈਲ ਚੋਂ ਉਹਨਾਂ ਦੀਆਂ ਆਪਣੀਆਂ ਪਬਲੀਕੇਸ਼ਨਸ ਦਾ ਵੀ ਹੈ ਕਿ ਹਮਾਸ ਨੂੰ ਸ਼ੁਰੂ 'ਚ ਇਹਨਾਂ ਨੇ ਹੀ ਬਿਲਡ ਕੀਤਾ ਤਾਂ ਕਿ PLO ਨੂੰ ਕਮਜ਼ੋਰ ਕੀਤਾ ਜਾਏ। ਇਹ ਵੱਖਰੀ ਕਹਾਣੀ ਹੈ ਕਿ ਹਮਾਸ ਵਾਲੇ ਜਦੋਂ ਖੁਦ ਥੋੜੇ ਬਹੁਤ ਪਾਵਰਫੁਲ ਹੋਏ ਤਾਂ ਉਹਨਾਂ ਨੇ ਕੋਈ ਇੰਡੀਪੈਂਡੈਂਟ ਐਕਸ਼ਨ ਲਿਆ ਹੋਏ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਇਹਨਾਂ ਦੀ ਡਿਵਾਈਡ ਐਂਡ ਰੂਲ ਵਾਲੀ ਲਾਈਨ ਵੀ ਰਹੀ। ਅਦਰਵਾਈਜ਼ ਯਾਸਰ ਅਰਾਫਾਤ ਨਾਲ ਸਮਝੌਤੇ ਤੋਂ ਬਾਅਦ 2 ਨੇਸ਼ਨ ਥਿਊਰੀ ਜਿਹੜੀ ਹੈ ਉਹ ਸੋਲਿਊਸ਼ਨ ਉਹੀ ਹੱਲ ਸੀ ਜਿਹੜਾ ਮੰਨਿਆ ਸੀ ਇਹਨਾਂ ਨੇ, ਪਰ ਇਹਨਾਂ ਨੇ 27 ਸਾਲਾਂ 'ਚ ਫਲਸਤੀਨੀਆਂ ਦਾ ਉਹ ਹਸ਼ਰ ਕਰ ਦਿੱਤਾ ਹੈ ਕਿ ਜੇ ਹੁਣ ਅੱਜ ਇਸ ਹੱਦ ਤੱਕ ਗਏ ਨੇ ਤੇ ਜਿਹਨੂੰ ਬਹੁਤ ਸਾਰਾ ਯੂਰਪੀਅਨ ਮੀਡੀਆ ਵੀ ਕਹਿ ਰਿਹਾ ਕਿ ਦੇ ਹੈਵ ਨਥਿੰਗ ਟੂ ਲੂਜ਼, ਕਿਉਂਕਿ ਉਹਨਾਂ ਨੂੰ ਤਾਂ ਇੱਕ ਓਪਨ ਜੇਲ੍ਹ 'ਚ ਰੱਖਿਆ ਹੋਇਆ। ਔਰ ਇਸੇ ਤਰ੍ਹਾਂ ਕਿਰਪਾਲ ਚੀਮਾ ਉਹ ਕਹਿੰਦੇ ਨੇ ਪੰਜਾਬ ਬਨਾਮ ਭਾਰਤ ਮਾਤਾ ਹਿੰਦੂਤਵਾਦੀ ਰਾਸ਼ਟਰੀ ਨੀਤੀ ਅਧੀਨ ਆਉਣ ਵਾਲੇ ਸਮੇਂ ਵਿੱਚ ਪੰਜਾਬ ਨੂੰ ਪਾਣੀ ਵੰਡ, ਰੰਗ, ਨਸਲ, ਧਰਮ ਤੇ ਸੱਭਿਆਚਾਰਕ ਪਹਿਚਾਣ ਦੇ ਆਧਾਰ ਤੇ ਭਾਰਤ ਦਾ ਵਿਰੋਧੀ ਰਾਸ਼ਟਰ, ਹਿੰਦੂਆਂ ਲਈ ਖਤਰਾ ਤੇ ਦੇਸ਼ ਦੇ ਦੁਸ਼ਮਣ ਦੇ ਰੂਪ ਵਿੱਚ ਪ੍ਰਚਾਰਿਆ ਜਾਏਗਾ ਤੇ ਨਾਰਾ ਵੀ ਕੁਝ ਇਹੋ ਜਿਹਾ ਹੀ ਹੋਏਗਾ, ਪੰਜਾਬ ਅਗੇਂਸਟ ਇੰਡੀਆ, ਜਿਸ ਰਾਹੀਂ ਸਮੁੱਚੀ ਸਿੱਖ ਕੌਮ ਵਿੱਚ ਰਾਸ਼ਟਰੀ ਤੇ ਖੇਤਰੀ ਪਾਰਟੀਆਂ ਨਾਲ ਸੰਬੰਧਿਤ ਪਗੜੀਆਂ ਵਾਲੇ ਦੇ ਨਾਮ ਪਿੱਛੇ ਸਿੰਘ ਵਾਲੇ ਸਾਰੇ ਹੀ ਦਮਨਕਾਰੀ ਰਾਸ਼ਟਰੀ ਨੀਤੀਆਂ ਰਾਹੀਂ ਪੂਰੀ ਤਰ੍ਹਾਂ ਇੱਕ ਰਾਸ਼ਟਰੀ ਪ੍ਰਣਾਲੀ ਅਧੀਨ ਲਿਆਂਦੇ ਜਾਣਗੇ। ਜੋ ਵੀ ਪੰਜਾਬ ਦੇ ਹੱਕ, ਇਨਸਾਫ ਤੇ ਸੱਚ ਦੀ ਗੱਲ ਕਰੇਗਾ NSA ਜਾਂ ਹੋਰ ਦੇਸ਼ ਵਿਰੋਧੀ ਧਾਰਾਵਾਂ ਲਗਾਈਆਂ ਜਾਣਗੀ, ਜਿਸ ਦੀ ਤਾਜ਼ਾ ਉਦਾਹਰਣ ਅਸੀਂ ਭਾਈ ਅੰਮ੍ਰਿਤਪਾਲ ਸਿੰਘ ਦੀ ਗ੍ਰਿਫਤਾਰੀ ਦੇ ਰੂਪ 'ਚ ਦੇਖ ਰਹੇ ਹਾਂ, ਜਿਨ੍ਹਾਂ ਨੂੰ ਰਾਸ਼ਟਰੀ ਮੀਡੀਆ ਨੇ ਕਿਸ ਤਰ੍ਹਾਂ ਦੇਸ਼ ਵਿਰੋਧੀ ਪ੍ਰਚਾਰ ਕੇ ਸਿੱਖ ਕੌਮ ਦੇ ਅੱਖੀਂ ਘੱਟਾ ਪਾਉਣ ਦੀ ਪੂਰੀ ਕੋਸ਼ਿਸ਼ ਕੀਤੀ। ਭਵਿੱਖ ਵਿੱਚ ਇਹ ਧਾਰਾਵਾਂ ਹਰ ਇੱਕ ਹੱਕ ਸੱਚ ਦੀ ਗੱਲ ਕਰਨ ਵਾਲੇ ਪੰਜਾਬੀ ਉੱਪਰ ਖਾਸ ਕਰਕੇ ਸਿੱਖਾਂ ਤੇ ਆਮ ਹੀ ਲਗਾਈਆਂ ਜਾਣਗੀਆਂ। ਹੁਣ ਹਿੰਦ ਪੰਜਾਬ ਦੀ ਆਖਰੀ ਜੰਗ ਸ਼ੁਰੂ ਹੋਣ ਜਾ ਰਹੀ ਹੈ। ਅੰਮ੍ਰਿਤ ਦੀ ਦਾਤ ਪ੍ਰਾਪਤ ਕਰਕੇ ਤਿਆਰ ਬਰ ਤਿਆਰ ਖਾਲਸਾ ਅਕਾਲ ਪੁਰਖ ਦੀ ਫੌਜ ਵਿੱਚ ਸ਼ਾਮਲ ਹੋ ਕੇ ਜ਼ੁਲਮ ਤੇ ਜ਼ਾਲਮ ਦੇ ਖਾਤਮੇ ਲਈ ਅਰਦਾਸ ਬੇਨਤੀ ਕਰਕੇ ਮੈਦਾਨੇ ਜੰਗ ਵਿੱਚ ਆ ਜਾਵੋ। ਦਸ਼ਮੇਸ਼ ਪਿਤਾ ਬਾਜਾਂ ਵਾਲੇ ਜ਼ਰੂਰ ਫਤਿਹ ਬਖਸ਼ਣਗੇ। ਹੁਣ ਤੁਹਾਡੇ ਕੋਲ 2 ਹੀ ਰਸਤੇ ਹਨ, ਚੋਣ ਤੁਸੀਂ ਖੁਦ ਕਰ ਲਓ, ਆਜ਼ਾਦੀ ਜਾਂ ਗੁਲਾਮੀ। ਬਹੁਤ ਖੂਬਸੂਰਤ ਐਨਾਲਿਸਿਸ ਹੈ। ਵੈਸੇ ਜੰਗ ਹਿੰਦ ਪੰਜਾਬ ਸ਼ੁਰੂ ਹੋ ਚੁੱਕਾ ਹੈ, ਜੂਨ ਦੇ ਪਹਿਲੇ ਹਫਤੇ ਆਉਣ ਐਲਾਨੀਆਂ ਜੰਗ ਦੇ ਥੱਲੇ। ਹੁਣ ਉਸ ਜੰਗ ਦਾ ਫਾਈਨਲ ਕਰੋ ਜਾਂ ਮਰੋ ਜਿਹੜਾ ਰਾਜ ਕਰੇ ਹੈ, ਇੱਕੇ ਲੜ ਮਰੇ ਹੈ, ਹੁਣ ਉਸ ਮੁਕਾਮ ਦੇ ਉੱਤੇ ਇਹ ਲੜਾਈ ਪਹੁੰਚੀ ਹੈ। ਟੋਨੀ ਢੀਂਡਸਾ ਉਹਨਾਂ ਨੇ ਫਤਿਹ ਬੁਲਾਈ, ਪਰਦੇਸੀ ਜੀਵਾਤਮਾ
ਕਹਿੰਦੇ ਨੇ ਬਾਹਰਲੇ ਮੁਲਕਾਂ ਦੇ ਯਹੂਦੀ ਇਜ਼ਰਾਈਲ ਦੀ ਹਮਾਇਤ ਕਰਦੇ ਹਨ, ਪਰ ਕੋਈ ਵੀ ਮੂਤ ਪੀਣਾ ਕੇਸਾਧਾਰੀ ਹਿੰਦੂ ਤੇ ਰੂਸੀ ਕਤੀੜੇ ਨਹੀਂ ਕਹਿੰਦੀ ਕਿ ਜਾ ਕੇ ਇਜ਼ਰਾਈਲ ਜਾ ਕੇ ਲੜੋ। ਜਿਵੇਂ ਉਹਨਾਂ ਨੇ ਇਹ ਕਿਹਾ ਕਿ ਜਿਵੇਂ ਖਾਲਿਸਤਾਨੀਆਂ ਨੂੰ ਇਹ ਤਾਨੇ ਮਾਰਦੇ ਨੇ। ਨਵਾਸ ਗੁੱਜਰ ਕਹਿੰਦੇ ਨੇ ਅਸਲਾਮ ਵਾਲੇਕਮ ਡਾਕਟਰ ਸਾਹਿਬ, ਆਲਵੇਜ਼ ਪ੍ਰੇ ਫॉर ਫ੍ਰੀ ਖਾਲਿਸਤਾਨ, ਆਵਰ ਨੇਬਰ, ਆਵਰ ਬ੍ਰਦਰ ਖਾਲਿਸਤਾਨ ਜ਼ਿੰਦਾਬਾਦ। ਨਵਾਸ ਜੀ ਬਹੁਤ ਬਹੁਤ ਸ਼ੁਕਰੀਆ। ਫਿਰ ਪਰਦੇਸੀ ਜੀ ਵਾਤਮਾ ਕਹਿੰਦੇ ਨੇ, ਵੈਸੇ ਬੜੀ ਇੰਟਰਸਟਿੰਗ ਆਈਡੀਆ ਹੈ ਇਹਨਾਂ ਦੀ। ਵੈਸੇ ਤਾਂ ਮੇਰੇ ਜੀੜ ਆ, ਪਰਦੇਸੀ ਆ, ਸਾਰੇ ਹੀ ਅਸੀਂ ਪਰਦੇਸੀ ਹਾਂ। ਬਿਲਕੁਲ ਡਾਕਟਰ ਸਾਹਿਬ, ਜਦੋਂ ਚੀਨ ਭਾਰਤ ਤੇ ਮੀਆਂਵਾਰ ਵਾਲੇ ਮੁਸਲਮਾਨਾਂ ਦੀ ਛਿੱਤਰ ਪਰੇਡ ਕਰਦੇ, ਕੋਈ 57 ਦੇਸ਼ਾਂ ਵਾਲੇ ਮੁਸਲਮਾਨ ਨਹੀਂ ਬੋਲਦਾ। ਜਦੋਂ ਭਾਰਤ ਵਿੱਚ ਸਿੱਖਾਂ ਦੀ ਛਿੱਤਰ ਪਰੇਡ ਹੁੰਦੀ ਹੈ ਤਾਂ ਕੋਈ ਮੁਸਲਮਾਨ ਦੇਸ਼ ਨਹੀਂ ਬੋਲਦਾ। ਅਫਗਾਨਿਸਤਾਨ ਨੇ ਸਿੱਖ ਖਤਮ ਕਰ ਦਿੱਤੇ ਪਰ ਕੋਈ ਮੁਸਲਮਾਨ ਦੇਸ਼ ਨਹੀਂ ਬੋਲਿਆ। ਹੁਣ ਇਜ਼ਰਾਈਲ ਨੇ ਮੁਸਲਮਾਨਾਂ ਦੀ ਛਿੱਤਰ ਪਰੇਡ ਸ਼ੁਰੂ ਕੀਤੀ ਤਾਂ ਸਾਰੇ ਭੜਕ ਉੱਠੇ। ਸਿੱਖਾਂ ਕੋਲ ਕੋਈ ਦੇਸ਼ ਨਹੀਂ ਪਰ ਵਿੱਚ ਟੰਗ ਫਸਾਈ ਜਾਂਦੇ। ਸਿੱਖਾਂ ਨੂੰ ਜ਼ਰੂਰ ਅਮਰੀਕਾ ਪੱਖੀ ਰਹਿਣਾ ਚਾਹੀਦਾ। ਪਰਦੇਸੀ ਜੀ ਵਾਤਮਾ ਜੀ, ਤੁਹਾਡੀ ਵੀ ਸੋਚ ਇੱਕ ਪਾਸੜ ਹੈ। ਅਸੀਂ ਪਹਿਲਾਂ ਹੀ ਅਮਰੀਕਾ ਪੱਖੀ ਹਾਂ। ਜੇ ਅਮਰੀਕਾ ਦਾ ਇਹੀ ਹੈ ਕਿ ਭਾਈ ਇਹਨਾਂ ਨੇ ਫੈਸਲਾ ਤਾਂ ਇਹੀ ਕੀਤਾ ਕਿ 2 ਨੇਸ਼ਨ ਸੋਲੂਸ਼ਨ ਹੈ, ਸੋ ਇਸ ਦੇ ਹੀ ਅਸੀਂ ਹਾਮੀ ਹਾਂ। ਨਾ ਤੁਸੀਂ ਉਹਨਾਂ ਨੂੰ ਉੱਥੋਂ ਉਜਾੜ ਸਕਦੇ ਹੋ, ਨਾ ਜਿਨ੍ਹਾਂ ਦਾ ਘਰ ਸੀ ਫਲਸਤੀਨੀ ਉਹਨਾਂ ਨੂੰ ਬੇਘਰੇ ਕਰ ਸਕਦੇ ਹੋ। ਸੋ ਇਹ ਕੋਈ ਮਜ਼ਹਬੀ ਲੜਾਈ ਨਹੀਂ ਹੈ ਔਰ ਇਸ ਲਈ ਸਾਨੂੰ ਸਾਡੇ ਸਟੈਂਡ ਤੇ ਹੀ ਰਹਿਣਾ ਚਾਹੀਦਾ ਹੈ। ਜਿੱਥੇ ਅਸੀਂ ਆਪਣੇ ਲਈ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਮੰਗਦੇ ਹਾਂ, ਉੱਥੇ ਅਸੀਂ ਜਦੋਂ ਕਸ਼ਮੀਰੀਆਂ, ਨਾਗਿਆਂ, ਫਲਸਤੀਨੀਆਂ ਜਾਂ ਦੂਸਰਿਆਂ ਦੀ ਵੀ ਗੱਲ ਕਰਦੇ ਹਾਂ, ਅਸੀਂ ਆਪਣੇ ਕਾਜ਼ ਨੂੰ ਇੰਟਰਨੈਸ਼ਨਲਾਈਜ਼ ਵੀ ਕਰ ਰਹੇ ਹੁੰਦੇ ਹਾਂ। ਅਦਰਵਾਈਜ਼ ਇਹ ਸਾਰੇ ਵੱਡੇ ਮੇਲੇ ਦੇ ਵਿੱਚ ਜੇ ਤੁਸੀਂ ਇਕੱਲੇ ਆਪਣੀ ਤੂਤਨੀ ਵਜਾਓ, ਤੁਹਾਨੂੰ ਵੀ ਦੇਖਣਾ ਪੈਂਦਾ ਵੀ ਤੁਸੀਂ ਕਿਸ ਪ੍ਰਸੰਗ ਦੇ ਵਿੱਚ ਰੈਲੇਵੈਂਟ ਹੁੰਦੇ ਹੋ। ਔਰ ਜਸਪੀਰ ਸਿੰਘ ਕਹਿੰਦੇ ਨੇ ਪੰਜਾਬ ਹੱਲ ਖਾਲਿਸਤਾਨ ਰੋਡ ਮੈਪ ਰੈਫਰੈਂਡਮ, ਬਿਲਕੁਲ ਠੀਕ ਫਰਮਾਇਆ ਸਰ ਜਸਪੀਰ ਸਿੰਘ ਜੀ ਨੇ। ਸੋਹਣ ਸਿੰਘ ਮਾਲ ਔਰ ਦੀਪ ਸਿੰਘ ਉਹਨਾਂ ਨੇ ਵੀ ਕਮੈਂਟ ਕੀਤਾ ਔਰ ਉਹਨਾਂ ਨੇ ਕਿਹਾ ਜਦੋਂ ਖਾਲਸੇ ਦਾ ਰਾਜ ਆਇਆ ਫਿਰ ਹਰ ਜ਼ੁਲਮ ਕਰਨ ਵਾਲਿਆਂ ਨੂੰ ਬਣਦੀ ਸਜ਼ਾ ਦੇਵਾਂਗੇ। ਹਾਲਾਂਕਿ ਉਹਨਾਂ ਨੇ ਈਡੀਐਮ ਦਾ ਦੁਆਬੇ ਦਾ ਯੂਜ਼ ਕੀਤਾ ਪਰ ਉਹਦੇ ਚ ਅਸੀਂ ਨਹੀਂ ਜਾਣਦੇ ਕਿ ਖਾਲਸਾ ਜਿਹੜਾ ਹੈ ਇਸ ਦੁਨੀਆ ਦੇ ਵਿੱਚ ਇਨਸਾਫ ਦੇ ਲਈ, ਸੱਚ ਹੱਕ ਇਨਸਾਫ ਦਾ ਪਹਿਰੇਦਾਰ ਵੀ, ਹਾਫਿਜ਼ ਵੀ ਔਰ ਸਭ ਤੋਂ ਮੂਹਰਲੀਆਂ ਸਫਾਂ ਦੇ ਵਿੱਚ ਹੋ ਕੇ ਦੁਨੀਆ ਦੇ ਵਿੱਚ ਹਲੇਮੀ ਰਾਜ ਦੇ ਕਨਸੈਪਟ ਨੂੰ ਲਾਗੂ ਕਰਨ ਵਾਲਾ ਹੋਏਗਾ। ਜੀ ਡਾਕਟਰ ਸਾਹਿਬ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪ੍ਰਦਾਸ ਨਾ ਗਿਆ ਦੋ ਦੇਖਦੇ ਰਹੋ TV84 ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।